ਸਫਾਈਆਂ ਵਾਲੀ ਤੇ ਗਵੀ ਤੇ ਮਾਤਾ ਨੂੰ ਲੈ ਕੇ ਗਈ ਤੇ ਆਂਦੀ ਆਂਟੀ ਮੈਂ ਚੱਲੀ ਵਿੱਚ ਮੈਨੂੰ ਵਾਜਾਂ ਜੀਆਂ ਮਾਰ ਰਹੀਆਂ ਮੈਨੂੰ ਤਾਂ ਪਤਾ ਲੱਗੇ ਕਿੱਥੇ ਪਹੁੰਚ ਗਈ ਉਹਦੇ ਮੇਰੀਆਂ ਲੱਤਾਂ ਬੜੀਆਂ ਪੀੜ ਕਰਨ ਤੇ ਮੁੜ ਕੇ ਮੇਰੇ ਸਿਰ ਨੂੰ ਪਤਾ ਨਾ ਲੱਗੇ ਕਿ ਐ ਜਿਵੇਂ ਮੈਂ ਨੇਰ ਘੁੱਪ ਕਿੱਥੇ ਵੜਦੀ ਹਾਂ ਉਹ ਮੋਰਾ ਮੁਰਿਆ ਨੀ ਮੇਰੇ ਬਾਬਾ ਪੀੜ ਜੀ ਨਿਕਲੀ ਤੇ ਉਹ ਜਦੋਂ ਮੁੜ ਕੇ ਕਹਿੰਦੀ ਆ ਕਿ ਮੈਂ ਮੁੜ ਕੇ ਫਿਰ ਮੈਂ ਉੱਥੇ ਟੇਢੀ ਹੋ ਫਿਰ ਪੈ ਗਈ ਲੰਮੇ ਹੋ ਕੇ ਜਦੋਂ ਕਹਿੰਦੀ ਮੈਂ ਆਂਟੀ ਮੈਂ ਚੱਲੀ ਆ ਮੈਂ ਕਿਹਾ ਚੱਲ ਤੂੰ ਜਾ ਉਹਨੂੰ ਪਤਾ ਨਹੀਂ ਆਂਟੀ ਬੈਠੀ ਸਮਾਧੀ ਤੇ ਮੈਂ ਕਿਹਾ ਚੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਮਾਤਾ ਠੀਕ ਹੈ ਚਲੋ ਸ਼ੁਕਰ ਹੈ ਤੁਹਾਨੂੰ ਸਮਾਧੀ ਮਿਲੀ। ਹਾਂ ਨਜਰ ਸਾਹਿਬ ਆ ਜਾਓ ਮਾਈਕ ਤੇ। ਹਾਂਜੀ ਹਾਂਜੀ ਆਜੋ 8 ਜਣੇ ਹੋ ਗਏ ਆ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਆਨੰਦ ਸਾਹਿਬ ਜਿਹੜਾ ਰਾਮਕਲੀ ਰਾਗ ਦੇ ਵਿੱਚ 920 ਅੰਗ ਦੇ ਉੱਤੇ ਥੱਲੇ ਥੱਲੇ ਜਿਹੜਾ ਹੈਗਾ 27 ਨੰਬਰ ਜਿਹੜਾ ਹੈਗਾ ਉਹਦਾ ਲੈਣਾ ਆ ਅੰਕ। ਅੱਛਾ ਨਜਰ ਸਾਹਿਬ ਇੱਕ ਤੁਹਾਨੂੰ ਮੈਂ ਨਾ ਇੱਕ ਸੈਕਿੰਡ ਰੋਕਿਆ। ਇੱਕ ਪਤਾ ਕੀ ਕੰਮ ਕਰਿਓ। ਹਾਂਜੀ ਹਾਂਜੀ ਤੁਸੀਂ ਨਾ ਆਪਣੇ ਅਕਾਊਂਟ ਤੋਂ ਨਾ ਉਹ ਜਿਹੜਾ ਨਾ ਪੇਡ ਲੈ ਲਿਓ 150 ਰੁਪਏ ਲੈਂਦੇ ਤੁਹਾਡੇ $3 ਕੱਟਣੇ ਉਹਨਾਂ ਮਹੀਨੇ ਦੇ ਗੂਗਲ ਵਾਲਿਆਂ ਨੇ। ਹਾਂਜੀ ਹਾਂਜੀ ਉਹ ਅਕਾਊਂਟ ਲੈ ਲਿਓ। ਪਤਾ ਕਿਉਂ ਇਹ 100 ਤੋਂ ਵੱਧ ਇਹਦੀ ਲਿਮਟ ਨਹੀਂ ਹੈਗੀ ਉਸ ਤੇ ਉਹਦੇ ਚ ਫਿਰ 200-250 ਬੰਦਾ ਆ ਜਾਂਦਾ। ਅੱਛਾ ਆਪਣਾ ਜਿਹੜਾ ਹੈਗਾ ਜਿਹੜਾ ਹੈਗਾ ਆਪਾਂ ਜਿਹੜੇ ਜਿੱਤੇ ਉਹ ਕਰ ਰਹੇ ਆ ਇਹਦੀ ਗੂਗਲ ਮੀਟ ਦੀ ਗੱਲ ਕਰ ਰਹੇ ਹੋ। ਅੱਜ ਤੋਂ ਤੁਸੀਂ ਲਿੰਕ ਪਾਉਂਦੇ ਨਾ ਜਿਹੜੇ ਅਕਾਊਂਟ ਤੋਂ ਲਿੰਕ ਪਾਉਂਦੇ ਜੀ ਨਾ ਉੱਥੇ ਜਾ ਕੇ ਜਾਓਗੇ ਨਾ ਤੇ ਮੈਂ ਤੁਹਾਨੂੰ ਅੱਜ ਹੀ ਲੈ ਲਵਾਂ ਨੂੰ ਕਹਿ ਕੇ ਤੁਹਾਨੂੰ ਕਹਿ ਕੇ ਮੈਨੂੰ ਪਰਚੇਜ ਕਰ ਦੇ। ਅੱਜ ਹੀ ਲੈ ਲਾਂਗੇ ਜੀ ਅੱਜ ਹੀ ਲੈ ਲਾਂਗੇ। ਠੀਕ ਹੈ ਜੀ ਆ ਜਾਓ ਆਪ। ਇਹ 26 ਹਾਂਜੀ 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 ਤੁਸੀਂ ਕੁਝ ਕਹਿ ਰਹੇ ਸੀ। ਨਹੀਂ ਮੈਂ ਸੋਚਿਆ ਤੁਹਾਡੀ ਪਾਕਟ ਥੋੜੀ ਢਿੱਲੀ ਕਰੀਏ ਥੋੜਾ ਜਿਹਾ ਤੁਹਾਡੇ ਦੇ ਲੋਡ ਪਈ। ਨਹੀਂ ਕੁਝ ਨਹੀਂ ਹੈ ਜੀ ਇਹ ਤਾਂ ਕੁਝ ਵੀ ਨਹੀਂ ਹੈ। ਤੇ ਹੁਣ ਜਿਹੜਾ ਹੈਗਾ ਆਪਾਂ ਆਨੰਦ ਸਾਹਿਬ ਜਿਹੜਾ ਹੈਗਾ 920 ਅੰਗ ਤੇ ਉਹ 27 ਨੰਬਰ ਲੈਣਾ ਹੈ। ਮਹਾਰਾਜ ਨੇ ਜਿਹੜਾ ਹੈਗਾ ਇਸ ਤੋਂ ਪਹਿਲਾਂ ਮਹਾਰਾਜ ਨੇ ਦੱਸਿਆ ਸੀ ਕਿ ਵੀ ਜਿਹੜੀ ਖੇਡ ਹੈਗੀ ਜੋ ਦੁਨੀਆ ਸੰਸਾਰ ਹੈਗੇ ਜਿੰਨੇ ਜੀਵ ਹੈਗੇ ਆ ਇਹ ਮਾਲਕ ਪਰਮਾਤਮਾ ਨੇ ਉਹ ਸ਼ਿਵ ਨੇ ਜਿਹੜੇ ਹੈਗੀ ਇਹ ਮਾਲਕ ਪਰਮਾਤਮਾ ਦੀ ਆਪਣੀ ਖੇਡ ਹੈਗੀ ਹੈ। ਸ਼ਿਵ ਦੀ ਸ਼ਕਤੀ ਮਾਲਕ ਪਰਮਾਤਮਾ ਨੇ ਆਪ ਜਿਹੜੀ ਹੈ ਸੰਸਾਰ ਜਿਹੜਾ ਹੈਗਾ ਆਪ ਬਣਾਇਆ ਹੈ। ਮਾਲਕ ਪਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਮਾਲਕ ਪਰਮਾਤਮਾ ਨੇ ਆਪ ਕੀਤੀ ਹੈ। ਸ਼ਿਵ ਸ਼ਕਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ ਉਹਦਾ ਹੁਕਮ ਵਰਤ ਰਿਹਾ। ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਚੱਲ ਰਹੀ ਹੈ। ਕਿਸੇ ਦੇ ਜਿਹੜਾ ਜੇ ਕੋਈ ਗੁਰਮੁਖ ਹੋ ਜਾਏ ਜਾਂ ਗੁਰੂ ਦੇ ਰਾਹੀਂ ਜਾਂ ਬ੍ਰਹਮ ਗਿਆਨ ਕਿਸੇ ਨੂੰ ਜਿਹੜਾ ਜੇ ਰੱਬ ਵਾਲੇ ਪਾਸੇ ਕੋਈ ਜਿਹੜਾ ਚੱਲਣਾ ਚਾਹੇ ਤੇ ਉਹਨੂੰ ਫਿਰ ਗੁਰੂ ਪਰਮਾਤਮਾ ਗੁਰੂ ਮਿਲਾ ਦਿੰਦਾ ਹੈ। ਬ੍ਰਹਮ ਗਿਆਨ ਮਿਲਾ ਦਿੰਦਾ ਹੈ ਉਹਦੇ ਅੰਦਰ ਸ਼ਬਦ ਚਲਾ ਦਿੰਦਾ ਹੈ ਉਹਦੇ ਬੰਧਨ ਤੋੜ ਦਿੰਦਾ ਹੈ। ਇਸ ਤਰੀਕੇ ਦੇ ਨਾਲ ਮਹਾਰਾਜ ਜਿਹੜਾ ਹੈਗਾ ਆਪਣੇ ਨਾਲ ਜੋੜ ਲੈਂਦਾ ਹੈ ਔਰ ਉਹਨੂੰ ਸੰਸਾਰ ਸਮੁੰਦਰ ਤੋਂ ਬਾਹਰ ਕੱਢ ਦਿੰਦਾ ਹੈ। ਆ ਖੇਡ ਹੈਗੀ ਆ ਸਾਰੀ ਦੀ ਸਾਰੀ ਰਚਨਾ। ਇਸ ਖੇਡ ਇਸ ਵਾਸਤੇ ਜਿਹੜੀ ਹੈਗੀ ਹੈ ਇੱਕ ਪਾਸੇ ਜਿਹੜੀ ਹੈਗੀ ਮਾਇਆ ਬਣਾਈ ਮਾਲਕ ਪਰਮਾਤਮਾ ਨੇ ਇੱਕ ਪਾਸੇ ਪ੍ਰਕਿਰਤੀ ਬਣਾਈ ਆ ਔਰ ਪ੍ਰਕਿਰਤੀ ਦੇ ਬੰਧਨ ਤੋਂ ਆਪਾਂ ਨੇ ਬਾਹਰ ਨਿਕਲਣਾ ਹੈ। ਇਹੀ ਖੇਡ ਹੈਗੀ ਆ। ਹੁਣ 27ਵਾਂ ਨੰਬਰ ਅੰਕ ਕੀ ਕਹਿ ਰਿਹਾ ਹੈ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ। ਹੁਣ ਇੱਥੇ ਮਹਾਰਾਜ ਕਹਿ ਰਿਹਾ ਕਹਿੰਦੇ ਕਿ ਦੁਨੀਆ ਦੇ ਵਿੱਚ ਜਿਹੜਾ ਹੈਗਾ ਆ ਵੀ ਪ੍ਰੋਵੀਜ਼ਨ ਹੈਗਾ ਮਾਲਕ ਪਰਮਾਤਮਾ ਦਾ ਕਿ ਬ੍ਰਹਮ ਗਿਆਨ ਜਿਹੜਾ ਹੈਗਾ ਅਵੇਲੇਬਲ ਹੈਗਾ ਔਰ ਇਸ ਬ੍ਰਹਮ ਗਿਆਨ ਨੂੰ ਖਾਲੀ ਜਿਹੜਾ ਹੈਗਾ ਪੜ੍ਹਦੇ ਆ ਵਿਚਾਰੀ ਜਾਂਦੇ ਆ ਪਾਠ ਕਰਦੇ ਆ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਔਰ ਤਤ ਵਸਤੂ ਸਾਰ ਵਸਤੂ ਨਹੀਂ ਸਮਝਦੇ ਬਈ ਇਹ ਬ੍ਰਹਮ ਗਿਆਨ ਕਹਿ ਕੀ ਰਿਹਾ ਹੈ। ਬਸ ਪਾਪ ਪੁੰਨ ਦੀ ਵਿਚਾਰ 3 ਗੁਣਾਂ ਦੇ ਅੰਦਰ ਹੀ ਜਿਹੜਾ ਹੈਗਾ ਇਹਨੂੰ 3 ਗੁਣਾਂ ਦੇ ਵਿੱਚ ਹੀ ਰਹਿੰਦੇ ਆ। ਚੌਥੇ ਗੁਣ ਦੇ ਵਿੱਚ ਚੌਥੇ ਪਦ ਦੇ ਵਿੱਚ ਧਿਆਨ ਸਿਮਰਨ ਵਾਲੀ ਗੱਲ ਤਤ ਵਸਤੂ ਜਿਹੜੀ ਹੈ ਸਾਰ ਜਿਹੜਾ ਹੈਗਾ ਗਿਆਨ ਦਾ ਬ੍ਰਹਮ ਗਿਆਨ ਦਾ ਉਹਨੂੰ ਨਹੀਂ ਫੜਦੇ ਪਾਏ ਜਾਣਦੇ ਹੀ ਨਹੀਂ ਉਹਨੂੰ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ। ਕਿਉਂ ਨਹੀਂ ਜਾਣਦੇ? ਤਤੈ ਸਾਰ ਨਾ ਜਾਣੀ ਗੁਰੂ ਬਾਝੋਂ ਤਤੈ ਸਾਰ ਨਾ ਜਾਣੀ। ਕਹਿੰਦੇ ਭਾਈ ਗੁਰੂ ਤੋਂ ਬਗੈਰ
ਇਹ ਤੱਤ ਵਸਤੂ ਬ੍ਰਹਮ ਗਿਆਨੀਆਂ ਤੋਂ ਬਗੈਰ ਜਿਹੜੀ ਹੈ ਇਹ ਤੱਤ ਵਸਤੂ ਨਹੀਂ ਸਮਝ ਆਉਂਦੀ, ਤੱਤ ਵਸਤੂ ਨਹੀਂ ਜਾਣਦੇ। ਤੱਤੇ ਸਾਰ ਨਾ ਜਾਣੀ ਗੁਰੂ ਬਾਝੋਂ, ਗੁਰੂ ਹੈ ਗਿਆਨ। ਕਹਿੰਦੇ ਗਿਆਨ ਨੂੰ ਤਾਂ ਲੈਂਦੇ ਹੀ ਨਹੀਂ ਆ, ਪੜ੍ਹੀ ਜਾ ਰਹੇ ਪੜ੍ਹੀ ਜਾ ਰਹੇ ਪੜ੍ਹੀ ਜਾ ਰਹੇ ਆ। ਤੱਤੇ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੇ ਸਾਰ ਨਾ ਜਾਣੀ। 2 ਵਾਰੀ ਦੇਖੋ, ਇੱਕੋ ਲਾਈਨ ਦੇ ਵਿੱਚ 2 ਵਾਰੀ ਮਹਾਰਾਜ ਇੱਕੋ ਗੱਲ ਕਰ ਰਹੇ ਆ। ਕਿੰਨਾ ਇੰਪੋਰਟੈਂਟ ਹੈਗਾ ਦੇਖੋ ਗੁਰੂ, ਕਿੰਨਾ ਇੰਪੋਰਟੈਂਟ ਹੈਗਾ ਜਿਹੜਾ ਹੈਗਾ ਗਾਇਡ ਬ੍ਰਹਮ ਗਿਆਨੀ, ਬ੍ਰਹਮ ਗਿਆਨ। ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੈ ਸਾਰ ਨਾ ਜਾਣੀ। ਕਿਉਂ? ਤਿਹੀ ਗੁਣੀ ਸੰਸਾਰ ਭ੍ਰਮੇ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਕਹਿੰਦੇ ਕੈਸੀ ਵਿਡੰਬਨਾ ਹੈਗੀ ਆ। ਸਾਰਾ ਸੰਸਾਰ, ਹੁਣ ਸਾਰਾ ਸੰਸਾਰ ਜਿਹੜਾ ਹੈਗਾ ਜੀਵ, ਸਾਰੇ ਜੀਵ ਦੀ ਗੱਲ ਨਹੀਂ, ਉਹ ਤਾਂ ਬਾਕੀ ਤਾਂ ਜਾ ਰਹੇ ਵਿਚਾਰੇ ਕਟੋਰੇ ਆਪਣੀ ਜੂਨ ਨੂੰ। ਇੱਕ ਮਨੁੱਖ ਜਿਹੜੇ ਹੈਗੇ, ਇਨਸਾਨ ਜਿਹੜੇ ਹੈਗੇ ਆ, ਇਹ ਭਰਮ ਦੇ ਵਿੱਚ, ਮਾਇਆ ਦੇ ਵਿੱਚ ਹੀ, ਟਰੈਪ ਦੇ ਵਿੱਚ ਹੀ, ਡੁਆਲਿਟੀ ਦੇ ਵਿੱਚ ਹੀ ਜਿਹੜੇ ਹੈਗੇ, ਆਕਾਰ ਦੇ ਵਿੱਚ ਹੀ ਸਾਰੀ ਉਮਰ ਲੰਘਾ ਦਿੰਦੇ ਆ, ਪਦਾਰਥਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ ਸੁੱਤਿਆਂ ਹੀ ਲੰਘ ਜਾਂਦੀ ਹੈ ਉਮਰ। ਜਾਗਦੇ ਹੀ ਨਹੀਂ ਹੈ। ਤਾਂ ਜਾਗਣਾ ਕੀ ਆ? ਜਾਗਣਾ ਹੈਗਾ ਗੁਰੂ ਕੋਲੋਂ ਤੱਤ ਵਸਤੂ ਸਮਝ ਲੈਣੀ, ਧਿਆਨ ਸਿਮਰਨ ਸਮਝ ਲੈਣਾ। ਤੱਤ ਵਸਤੂ ਹੈ ਪਰਮਾਤਮਾ, ਉਹਦੇ ਵੱਲ ਨੂੰ ਯਾਤਰਾ ਕਰਨੀ, ਗਤੀ ਕਰਨੀ ਆਤਮਾ ਵੱਲ ਨੂੰ। ਤਿਹੀ ਗੁਣੀ ਸੰਸਾਰ, ਤਮੋ ਰਜੋ ਸਤੋ, ਤਿੰਨਾਂ ਗੁਣਾਂ ਦੇ ਵਿੱਚ ਸੰਸਾਰ, ਚੌਥੇ ਗੁਣ ਚੌਥੇ ਪਾਦ ਚ ਆਉਂਦਾ ਹੀ ਨਹੀਂ ਹੈ। ਤਿਹੀ ਗੁਣੀ ਸੰਸਾਰ ਭ੍ਰਮੇ ਸੁੱਤਾ, ਭ੍ਰਮ ਦੇ ਵਿੱਚ ਸੁੱਤਾ। ਮੰਮੇ ਦੀ ਸਿਆਰੀ ਕਹਿ ਰਹੀ ਹੈ ਸੁੱਤਿਆਂ ਰਹਿਣ ਵਿਹਾਣੀ, ਸੁੱਤਿਆਂ ਹੀ ਰਾਤ ਲੰਘ ਜਾਂਦੀ ਸਾਰੀ। ਰਹਿਣ ਕੀ ਹੈਗੀ? ਉਮਰ ਸਾਰੀ ਦੀ ਸਾਰੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨੇ ਵਸਿਆ, ਬੋਲੇ ਅੰਮ੍ਰਿਤ ਬਾਣੀ। ਇੱਥੇ ਦੇਖ ਲਓ ਭਾਈ, ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਹ ਜਨ ਜਾਗਦੇ ਆ, ਉਹ ਜਨ ਜਾਗ ਜਾਂਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਵਸ ਪੈਂਦਾ ਹੈ, ਜਿਨ੍ਹਾਂ ਦੀ ਖਿੱਚ ਮਾਲਕ ਪਰਮਾਤਮਾ ਦੇ ਨਾਲ ਲੱਗ ਪੈਂਦੀ ਆ। ਔਰ ਫਿਰ ਕੀ ਕਰਦੇ ਆ? ਬੋਲੇ ਅੰਮ੍ਰਿਤ ਬਾਣੀ। ਉਹ ਅੰਮ੍ਰਿਤ ਬਾਣੀ ਜਿਹੜੀ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ ਉਹਨੂੰ ਬੋਲਦੇ ਆ, ਜਿਹਦੇ ਨਾਲ ਕਿ ਸਾਰੇ ਚੇਂਜਸ ਆਉਣੇ ਆ, ਜਿਹਦੇ ਨਾਲ ਯਾਤਰਾ ਹੋਣੀ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਕਹਿੰਦੇ ਤਤ ਵਸਤੂ ਪਰਮਾਤਮਾ ਆਤਮਾ, ਉਹਨੂੰ ਮਿਲੂਗੀ ਅੰਮ੍ਰਿਤ, ਉਹਨੂੰ ਮਿਲੂਗਾ ਪਾਏ, ਜਿਹਦੀ ਉਮਰ ਜਿਸਨੂੰ ਪਰਮਾਤਮਾ ਦੇ ਨਾਲ ਅਨ ਦਿਨ ਲਿਵ ਲੱਗ ਜਾਏ, ਔਰ ਸਾਰੀ ਉਮਰ ਜਿਹੜੀ ਹੈਗੀ ਧਿਆਨ ਸਿਮਰਨ ਦੇ ਵਿੱਚ ਹੀ ਗੁਜ਼ਰੇ। ਕਹੈ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਜਾਗਦੇ ਹੋਏ ਜਿਹੜੇ ਹੈਗੇ ਆ, ਚੌਕਸ ਜਿਹੜੇ ਹੈਗੇ ਆ, ਧਿਆਨ ਸਿਮਰਨ ਦੇ ਵਿੱਚ ਜਿਹੜੇ ਹੈਗੇ ਆ, ਜਾਂ ਉਮਰ ਆਪਣੀ ਲੰਘ ਜਾਏ। ਸੋਣਾ ਕਾਹਦਾ ਹੈ? ਸੋਣਾ ਹੈਗਾ ਮਾਇਆ ਦਾ, ਰਸਾਂ ਕਸਾਂ ਦਾ, ਮੋਹ ਦਾ, ਅਟੈਚਮੈਂਟ ਦਾ। ਇਹਦੇ ਵਿੱਚ ਆਪਾਂ ਸੁੱਤੇ ਰਹਿੰਦੇ। ਸੋਣਾ ਕੀ ਹੈ? ਸੋਣਾ ਹੈਗਾ ਵੀ ਪਰਮੇਸ਼ਰ ਦੇ ਵੱਲ ਨੂੰ ਆਪਣੀ ਜਿਹੜੀ ਹੈਗੀ ਆ ਖਿਆਲ ਹੀ ਨਹੀਂ ਆਇਆ ਮਾਲਕ ਪਰਮਾਤਮਾ ਦਾ। ਇਹ ਜਿਹੜਾ ਹੈ ਭਗਤੀ ਦਾ, ਔਰ ਜਿਹੜਾ ਹੈਗਾ ਵੀ ਮੈਂ ਮਰਨਾ ਵੀ ਹੈਗਾ, ਕੋਈ ਖਿਆਲ ਨਹੀਂ ਹੈ। ਬਸ ਸੁੱਤੇ ਪਏ ਜਿਹੜੀ ਹੈਗੀ ਉਮਰ ਲੰਘ ਜਾਂਦੀ ਹੈ। ਹਾਂਜੀ ਵੀਰ ਜੀ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ ਗੁਰੂ ਬਾਝੋਂ ਤਤੈ ਸਾਰ ਨਾ ਜਾਣੀ। ਬਸ ਇਹਦੇ ਵਿੱਚ ਤਾਂ 2 ਲਾਈਨਾਂ ਦੇ ਵਿੱਚ ਖਾਲੀ ਤਤ ਸਾਰ ਜਿਹੜਾ ਹੈਗਾ ਨਹੀਂ ਜਾਣਦੇ ਪਾਏ। ਕਿੰਨੀ ਵਾਰੀ? 3 ਵਾਰੀ ਦੇਖੋ 2 ਲਾਈਨਾਂ ਦੇ ਵਿੱਚ ਇੱਕੋ ਹੀ ਗੱਲ ਕਰ ਰਹੇ ਆ ਮਹਾਰਾਜ, ਕਿ ਖਾਲੀ ਜਿਹੜਾ ਹੈਗਾ ਗਿਆਨ ਨੂੰ ਜਿਹੜਾ ਹੈਗਾ ਵਿਚਾਰੀ ਜਾਂਦੇ ਆ, ਪਾਠ ਕਰੀ ਜਾਂਦੇ ਆ, ਤਤ ਵਸਤੂ ਬੁੱਝਦੇ ਹੀ ਨਹੀਂ। ਹਾਂਜੀ ਗੁਰੂ ਸਾਹਿਬ। ਹਾਂਜੀ ਨਿਜਾ ਸਾਹਿਬ, ਬਹੁਤ ਵਧੀਆ ਜੀ। ਸਾਧ ਸੰਗਤ ਜੀ, ਅੱਜ ਦਾ ਆਪਣਾ ਟੌਪਿਕ ਹੈਗਾ ਇੱਕ ਤੇ ਬੱਚੇ ਤੇ ਦੂਜਾ ਬਾਣੀ। ਸੰਸਾਰ ਦੇ ਵਿੱਚ ਜਦੋਂ ਅਸੀਂ ਕਿਸੇ ਬੱਚੇ ਨੂੰ ਲੈ ਕੇ ਆਉਂਦੇ ਆ, ਔਰ ਉਹ ਕਿੱਦਾਂ ਲਿਆਉਣਾ ਹੈ ਬੱਚਾ ਸੰਸਾਰ ਤੇ, ਫਿਰ ਉਹਦੀ ਪਰਵਰਿਸ਼ ਕਿੱਦਾਂ ਕਰਨੀ ਆ, ਉਹਦੇ ਬਾਰੇ ਵਿਚਾਰ ਕੀਤੀ ਜਾਊਗੀ। ਬੱਚਾ ਤਾਂ ਆਪਾਂ ਪੈਦਾ ਕਰ ਦਿੰਦੇ ਆ, ਔਰ ਪਲੱਸ ਅਸੀਂ ਆਪਣੇ ਬਾਰੇ ਵੀ, ਕਿਉਂਕਿ ਉਹ ਵੀ ਸਾਡਾ ਇੱਕ ਹਿੱਸਾ ਵਾ। ਮਤਲਬ ਨਾ ਮੈਂ ਇਹ ਕਹਿ ਸਕਦਾ, ਕਿਉਂਕਿ ਇਹ ਕਾਫੀ ਵੱਡਾ ਕਨਸੈਪਟ ਹੈ। ਇਹ ਨਹੀਂ ਆ ਕਿ ਇਕੱਲੀ ਭਗਤੀ ਆ, ਭਗਤੀ ਕਰ ਲਈ। ਭਗਤੀ ਦੇ ਨਾਲ ਕੀ ਹੁੰਦਾ ਹੈ ਕਿ ਸਾਡਾ ਜੀਵਨ, ਉਹ ਜੋ ਸਾਡਾ ਜਿੱਥੇ ਹੀ ਰਹਿੰਦੇ ਆ ਨਾ, ਬੜਾ ਵੱਡਾ ਇੱਕ, ਤੁਸੀਂ ਜਿਵੇਂ ਡੀਪ ਜਾਓਗੇ ਨਾ, ਸਡਨਲੀ ਮੈਂ ਦੱਸਾਂਗਾ ਤੇ ਇੱਕਦਮ ਤੇ ਪਤਾ ਨਹੀਂ ਲੱਗਣਾ। ਇਸੇ ਲਈ ਕਹਿੰਦੇ ਸੰਗਤ ਕਰਨੀ ਪੈਂਦੀ
ਹੁੰਦੀ ਹੈ, ਕਿਉਂਕਿ ਇਹ ਮੈਟਰ ਕਾਫੀ ਡੀਪ ਹੈ। ਕਿਉਂਕਿ ਇਹ ਆ ਰਜੋ ਤਮੋ ਸਤੋ ਇਹ 3 ਗੁਣਾ ਚ ਨਿਕਲ ਜਾਣਾ ਕੋਈ ਬੱਚਿਆਂ ਦਾ ਖੇਲ ਨਹੀਂ। ਇਹਦੇ ਲਈ ਤਾਂ ਬੜਾ ਸ਼ਾਰਪ ਬੁੱਧੀ ਚਾਹੀਦੀ ਹੈ, ਵਿਵੇਕ ਬੁੱਧੀ ਚਾਹੀਦੀ ਬੰਦੇ ਕੋਲ, ਔਰ ਹਰ ਚੀਜ਼ ਨੂੰ ਉਸਦੇ ਰੂਪ ਚ ਔਰ ਸਫਲਤਾ ਪੂਰਵਕ ਸਫਾਈ ਦੇ ਨਾਲ ਕਰਨਾ ਪਵੇਗਾ। ਟੈਕਨੀਕਲ ਗੇਮ ਹੈ, ਕੋਈ ਬੁੱਧੀ ਮੂਡ ਬੰਦੇ ਦਾ ਕੰਮ ਨਹੀਂ ਹੈਗਾ ਹੈ, ਕਿਉਂਕਿ ਜੰਮਣ ਮਰਨ ਤੋਂ ਮੁਕਤ ਹੋ ਜਾਣਾ ਕੋਈ ਮਾਮੂਲੀ ਗੱਲ। ਇਹਦੇ ਚ 7 ਮੰਡਲ ਆਉਂਦੇ ਨੇ, 7 ਮੰਡਲਾਂ ਚ ਜਦੋਂ ਕੋਈ ਜੀਵ ਨਿਕਲ ਜਾਂਦਾ ਨਾ, ਫਿਰ ਅੱਗੇ ਬ੍ਰਹਮ ਹੈ, ਨਿਰਗੁਣ ਬ੍ਰਹਮ। ਬਹੁਤ ਵੱਡੀ ਗੱਲ ਹੈ, ਵੱਡੀ ਬੋਲੇ ਤਾਂ ਬਹੁਤ ਵੱਡੀ ਗੱਲ। ਪਹਿਲਾਂ ਆਉਂਦਾ ਹੈ ਕਾਮ, ਇੱਕ ਕਾਮ ਰੂਪੀ ਮੰਡਲ ਹੈ, ਸੁਰਤੀ ਦੇ ਦਿਵਾਲੇ ਹੋ ਪੂਰਾ, ਕਿਉਂਕਿ ਕਾਮ ਚੋਂ ਹੀ ਪੈਦਾ ਹੋਏ ਆਪਾਂ। ਕਾਮ ਆਪਣਾ ਸਰੀਰ ਜਿਹੜਾ ਬਣਿਆ ਉਹਦੇ ਤੋਂ। ਫਿਰ ਕ੍ਰੋਧ, ਜਦੋਂ ਕਾਮ ਤੋਂ ਕੋਈ ਨਹੀਂ ਕਿਹਨੂੰ ਰੋਕਦਾ ਹੈ ਤੇ ਫਿਰ ਬੰਦੇ ਨੂੰ ਕ੍ਰੋਧ ਆਉਂਦਾ ਕਿ ਹਾਂ ਨਾ ਜਾਂ ਮੈਨੂੰ ਕਿਉਂ ਰੋਕਿਆ। ਉਹ ਫਿਰ ਬਗਾਵਤ ਕਰਦਾ, ਉਹ ਟ੍ਰੈਫਿਕ ਲਾਈਟਾਂ ਤੋੜ ਦਿੰਦਾ ਬੰਦਾ, ਉਹ ਨਹੀਂ ਪਰਵਾਹ ਕਰਦਾ। ਜਦ ਕਿ ਟ੍ਰੈਫਿਕ ਲਾਈਟਾਂ ਬੜੀਆਂ ਜ਼ਰੂਰੀ ਨੇ, ਉਹ ਤੇ ਧਰਮ ਹੈ। ਧਰਮ ਨੇ ਕਿਹਾ ਵੀ ਹੈ ਕਿ ਜਿਹੜਾ ਬ੍ਰਹਮ ਹੈ ਨਾ, ਸਾਰਾ ਬ੍ਰਹਮੰਡ ਧਰਮ ਤੇ ਖਲੋਤਾ ਹੈ। ਸਾਰਾ ਧਰਮ ਦੇ ਅੰਦਰ ਹੈ ਸਾਰਾ ਕੁਝ, ਹੁਕਮ ਦੇ ਅੰਦਰ ਸਭ ਕੁਝ। ਬਾਣੀ ਚ ਵੀ ਲਿਖਿਆ ਹੁਕਮੀ ਅੰਦਰ ਸਭ ਕੁਝ, ਬਾਹਰ ਹੁਕਮ ਨਾ ਕੋਈ। ਇਹ ਹੁਕਮ ਚ ਜਦੋਂ ਆਪਾਂ ਤੋੜ ਕੇ ਬਾਹਰ ਆ ਜਾਵਾਂਗੇ ਨਾ, ਤਾਂ ਫਾਈਨ ਪੈ ਜਾਣਾ ਆਪਾਂ ਨੂੰ ਉਸੇ ਟਾਈਮ ਹੀ। ਕਿਉਂਕਿ ਇਹ ਜਿਹੜਾ ਟ੍ਰੈਫਿਕ ਦਾ ਫਾਈਨ ਹੈ, ਤੇ ਚਲੋ ਪੁਲਿਸ ਨੇ ਫੜ ਲੈਣਾ, ਸਾਡੇ ਘਰ ਟਿਕਟ ਭੇਜ ਦੇਣੀ ਹੈ, ਬਈ ਚਰਨਜੀਤ ਤੂੰ ਰੈੱਡ ਲਾਈਟ ਕ੍ਰਾਸ ਕੀਤੀ, ਚੱਲ ਬਈ $200 ਰੱਖ, 200 ਪਾਉਂਡ ਰੱਖ। ਜੇ ਇੰਡੀਆ ਚ ਬੈਠਾ ਤੇ 2-3 ਹਜ਼ਾਰ ਰੁਪਇਆ ਲੈ ਬਈ ਦੇ। ਉੱਥੇ ਅਦਾਲਤ ਵੀ ਜਾ, ਉੱਥੇ 1 ਦਿਨ 2 ਦਿਨ ਮੇਰਾ ਖਰਾਬ ਕਰਨਗੇ। ਮੈਨੂੰ ਸਿੱਖਿਆ ਦੇਣੀ ਉਹਨਾਂ ਨੇ ਕਿ ਹਾਂ ਬਈ ਤੂੰ ਕੁਛ ਏਦਾਂ ਦਾ ਕੀਤਾ ਜਿਹਦੇ ਕਰਕੇ ਸਿਸਟਮ ਡਿਸਟਰਬ ਹੋਇਆ। ਇਸੇ ਤਰ੍ਹਾਂ ਇਹ ਧਰਮ ਦਾ ਪ੍ਰਕਿਰਤੀ ਦੇ ਵਿੱਚ ਇੱਕ ਨਿਯਮ ਹੈਗਾ, ਔਰ ਇਹ ਨਿਯਮ ਜਿਹੜਾ ਬੰਦਾ ਫੋਲੋ ਕਰਦਾ ਹੈ, ਉਹ ਬੰਦੇ ਦਾ ਜੀਵਨ ਬੜਾ ਵਧੀਆ ਹੋ ਜਾਂਦਾ ਹੈ। ਔਰ ਜਿਹੜਾ ਬੰਦਾ ਇਸ ਨਿਯਮ ਨੂੰ ਨਹੀਂ ਫੋਲੋ ਕਰਦਾ, ਆਪਣੀ ਮਨਮਤ ਵਰਤਦਾ ਹੈ, ਉਹ ਲਾਈਟਾਂ ਤੋੜੀ ਜਾਂਦਾ, ਉਹ ਲਾਈਟਾਂ ਵੇਂਦਾ ਹੀ ਨਹੀਂ। ਫਿਰ ਕਾਫੀ ਗੜਬੜ ਹੋ ਜਾਂਦੀ ਹੈ। ਫਿਰ ਉਹਦੇ ਨਾਲ ਕੀ ਹੁੰਦਾ, ਚਿੱਤ ਖਰਾਬ ਹੋ ਜਾਂਦਾ। ਕੁਦਰਤ ਨੇ ਪਤਾ ਕੀ ਕੀਤਾ ਹੈ, ਕੁਦਰਤ ਕਹਿੰਦੀ ਹੈ ਤੂੰ ਸਵਰਗ ਚ ਰਹਿਣਾ, ਤੂੰ ਨਰਕ ਚ ਰਹਿਣਾ। ਤੂੰ ਸਵਰਗ ਵੀ ਆਪਣੇ ਲਈ ਖੁਦ ਬਣਾ ਸਕਦਾ ਹੈ ਤੇ ਨਰਕ ਵੀ ਆਪਣੇ ਲਈ। ਲਿਜਰ ਸਾਹਿਬ ਕਹਿੰਦੇ ਤੂੰ ਖੁਦ ਹੀ ਬਣਾ ਸਕਦਾ ਹੈ। ਬੜੀ ਸਿੰਪਲ ਜੀ ਗੱਲ ਚ ਕਹੀਏ, ਠੀਕ ਹੈ ਲਿਜਰ ਸਾਹਿਬ? ਹਾਂਜੀ ਬਿਲਕੁਲ। ਹਾਂ, ਹੁਣ ਇੱਥੇ ਪਤਾ ਕੀ ਹੈ, ਬੜੀ ਗੇਮ ਹੈ, ਬੜੀ ਇੰਟਰਸਟਿੰਗ ਹੈ। ਇਹ ਜਿਹੜਾ ਬੰਦਾ ਜਿਹੜਾ ਬ੍ਰਹਮ ਦੀ ਗੇਮ ਖੇਡਦਾ, ਤਾਂ ਬੰਦਾ ਬਹੁਤ ਇੰਟਰਸਟਿੰਗ ਗੇਮ ਚਲਾ ਗਿਆ ਸਮਝ ਲਓ। ਕਿਉਂਕਿ ਉਹਨੂੰ ਫਿਰ ਸੰਸਾਰ ਛੋਟੀ ਮੋਟੀ ਗੇਮ ਨੂੰ ਇੰਟਰਸਟਿੰਗ ਨਹੀਂ ਲੱਗੂ, ਕਿਉਂਕਿ ਉਹ ਵੱਡੀ ਗੇਮ ਖੇਡ ਰਿਹਾ ਕੋਈ। ਉਹਦੇ ਸਵਾਲ ਬੜੇ ਵੱਡੇ ਨੇ, ਔਰ ਉਹ ਜਾਣਨਾ ਚਾਹੁੰਦਾ ਹੈ ਕਿ ਇਹ ਕੀ ਹੈ। ਇੰਨਾ ਸਿਸਟਮ ਆਰਗੇਨਾਈਜ਼, ਇਹ ਪੂਰਾ ਬੈਲੈਂਸਿੰਗ, ਪੂਰਾ ਸਮੁੰਦਰ ਵੀ ਉਹ ਹੁਕਮ ਚ ਚੱਲਣ ਦਿਆ, ਇਹ ਧਰਤੀ ਵੀ ਹੁਕਮ ਚੱਲਣ ਦੀ, ਸੂਰਜ ਵੀ, ਸਾਰਾ ਕੁਝ A to Z, ਹਵਾ ਆਕਾਸ਼ ਸਾਰੇ ਹੁਕਮ ਚ ਖਲੋਤੇ ਨੇ। ਇਹਨਾਂ ਨੂੰ ਹੁਕਮ ਕਿਹਨੇ ਦਿੱਤਾ ਹੈ? ਚਾਹੇ ਮੰਨ ਲਓ ਚੇਤਨ ਹੈ, ਚੇਤਨ ਨੂੰ ਵੀ ਕੰਟਰੋਲ ਵਾਲਾ ਕੋਈ ਤੇ ਮਗਰ ਹੈਗਾ ਨਾ। ਆਮ ਲੋਕ ਕਹਿੰਦੇ ਚੇਤਨ ਹੈ ਪਰਮਾਤਮਾ ਚੇਤਨ ਨਹੀਂ ਹੈਗਾ। ਪਰਮਾਤਮਾ ਇੱਕ ਹੋਰ ਵੱਖਰੀ ਸ਼ਕਤੀ ਆ ਜਿਹੜਾ ਚੇਤਨ ਨੂੰ ਕੰਟਰੋਲ ਕਰਦਾ। ਤੇ ਇਹ ਚੀਜ਼ ਨੂੰ ਆਪਾਂ ਜਾਣਨਾ ਵਾ ਅੱਜ ਦੇ ਟੌਪਿਕ ਵਿੱਚ ਆਪਾਂ ਡਿਸਕਸ ਕਰਾਂਗੇ ਤੇ ਬੱਚਿਆਂ ਦੀ ਪਰਵਰਿਸ਼ ਕਿੱਦਾਂ ਕਰਨੀ ਆ, ਔਰ ਕੀ ਸੱਚੀ ਆਪਾਂ ਬੱਚਿਆਂ ਨੂੰ ਪਰਵਰਿਸ਼ ਕਰ ਸਕਦੇ ਹਾਂ, ਕੀ ਅਸੀਂ ਕਰ ਸਕਦੇ ਹਾਂ, ਕੀ ਨਹੀਂ ਕਰ ਸਕਦੇ। ਅਧਿਆਤਮਿਕ ਦੇ ਨਾਲ ਜਿਹੜੀ ਆਪਾਂ ਸਾਧਨਾ ਕਰ ਰਹੇ ਹਾਂ ਉਹਦੇ ਬਾਰੇ ਵੀ ਗੱਲ ਕਰਾਂਗੇ, ਨਾਲ ਭਗਤੀ ਬਾਰੇ ਗੱਲ ਕਰਾਂਗੇ ਕਿ ਆ ਜਿਹੜੀ ਬਾਣੀ ਸਾਨੂੰ ਕੀ ਨਿਰਦੇਸ਼ ਦੇ ਰਹੀ ਹੈ। ਇੱਕ ਚੀਜ਼ ਨੂੰ ਸਾਧ ਸੰਗਤ ਜੀ ਆਪਣੇ ਨਾ ਥੋੜਾ ਜਿਹਾ ਅੰਡਰਸਟੈਂਡ ਕਰਨਾ। ਸਿੱਖ ਧਰਮ ਦੇ ਵਿੱਚ ਨਾ ਇੱਕ ਗੜਬੜ ਹੋ ਗਈ, ਬਹੁਤ ਵੱਡੀ ਗੜਬੜ। ਇੱਥੇ ਨਾ ਗੁਰੂਆਂ ਨੇ ਜਿਹੜਾ ਜੀਵਨ ਸੀ ਨਾ ਉਹਨਾਂ ਦਾ, ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ਹੈ ਕਿ ਇੱਕ ਸਮਾਂ ਆਇਆ, ਆਪਣੇ ਪਿਤਾ ਨੂੰ ਭੇਜਤਾ ਕਿ ਜਾਓ ਜਾ ਕੇ ਸੀਸ ਦੇ ਕੇ ਆਓ। ਅਬ ਜਸਟ ਦੇਖੋ, ਅਸੀਂ ਉਹਨਾਂ ਦੇ ਗੁਣਾਂ ਨੂੰ ਕਾਪੀ ਕਰਨਾ ਸੀ, ਪਰ ਅਸੀਂ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਬਾਣੀ ਦੇ ਵਿੱਚ ਤੁਸੀਂ ਦੇਖੋ, ਬਾਣੀ ਕੇਵਲ ਸਾਨੂੰ ਸਮਝਾਉਣ ਵਾਸਤੇ ਹੈ, ਉਹਨੂੰ ਰਿਪੀਟ ਕਰਨ ਵਾਸਤੇ ਨਹੀਂ ਹੈਗੀ। ਉਹ ਬਿਲਕੁਲ ਸਹੀ ਗੱਲ ਹੈ, ਬਹੁਤ ਵਧੀਆ ਗੱਲ ਹੈ।
हाँ, और ਆਪਾਂ ਆਪਣੇ ਜਿਹੜੇ ਲੋਕੀ ਹੁਣ ਮੈਨੂੰ ਤਾਂ ਪਤਾ ਨਹੀਂ ਕਿੰਨੇ ਬਾਣੀ ਪੜ੍ਹੀ ਆ, ਮੈਨੂੰ ਤਾਂ ਪਤਾ ਹੁਣ ਮੈਂ ਤਾਂ ਬਾਣੀ ਪੜ੍ਹੀ ਨਹੀਂ ਆ, ਤੇ ਮੈਂ ਨਿੱਜਰ ਸਾਹਿਬ ਨੇ ਦੱਸਿਆ ਤੇ ਫਿਰ ਮੈਂ ਪੜ੍ਹਨੀ ਸ਼ੁਰੂ ਕੀਤੀ ਆ। ਇਹ ਬਾਣੀ ਤੇ ਕਰਨ ਵਾਸਤੇ ਕਹਿੰਦੀ ਆ। ਇੱਥੇ ਉਹ ਕਹਿੰਦੇ ਡੂ ਔਰ ਡੋਂਟ ਡੂ, ਕੀ ਕਰਨਾ ਕੀ ਨਹੀਂ ਕਰਨਾ। ਉਹ ਤੇ ਕਹਿੰਦੇ ਆ ਕਰ ਲੇਂਗੇ ਆ ਹੋ ਜਾਊਗਾ, ਜੇ ਤੂੰ ਆ ਕਰੇਂਗੇ ਤੇ ਆ ਹੋ ਜਾਊਗਾ। ਉਹ ਤੇ ਕਲੀਅਰ ਪੁਆਇੰਟ ਕਰ ਰਹੇ ਨੇ ਔਰ ਇੱਕ ਚੀਜ਼ ਨੂੰ ਬਾਰ-ਬਾਰ ਰਿਪੀਟ ਕਰ ਰਹੇ ਨੇ। ਉਹ ਕਰਨ ਵਾਸਤੇ ਕਹਿ ਰਹੇ ਨੇ ਐਕਸ਼ਨ ਐਕਸ਼ਨ। ਉਹ ਕਹਿੰਦੇ ਹਵਾ 'ਚ ਫੈਰ ਨਾ ਮਾਰੀ ਜਾਂਦੇ, ਪਰ ਆਪਾਂ ਤੇ ਹਵਾ 'ਚ ਫੈਰ ਮਾਰੀ ਜਾਂਦੇ ਪੜ੍ਹ ਕੇ ਗੁੜਕਾ। ਔਰ ਨਿੱਜਰ ਸਾਹਿਬ ਨੇ ਕੱਲ ਬੜੀ ਸੋਹਣੀ ਗੱਲ ਕਹੀ, ਕਹਿੰਦੇ ਮੈਂ ਜਪਜੀ ਸਾਹਿਬ ਦਾ ਪਾਠ ਪੜ੍ਹੀ ਦਾ ਪਤਾ ਹੀ ਉਦੋਂ ਲੱਗਦਾ ਕਿ ਸਮਾਪਤ ਹੋ ਗਿਆ। ਮੋਟਰ ਐਕਸ਼ਨ, ਆਪ ਜੀ ਨੂੰ ਪਤਾ ਹੋਣਾ ਨਾ ਕਿ ਆਪਣੇ ਅੰਦਰ ਇੱਕ ਮੋਟਰ ਐਕਸ਼ਨ ਹੈ। ਮੋਟਰ ਐਕਸ਼ਨ ਦਾ ਮਤਲਬ ਕਿਸੇ ਵੀ ਕੰਮ ਨੂੰ ਜਦੋਂ ਆਪਾਂ ਜ਼ਿਆਦਾ ਵਾਰੀ ਕਰਦੇ ਹਾਂ ਨਾ, ਤੇ ਸਾਡੇ ਅੰਦਰ ਇੱਕ ਕੌਨਸ਼ੀਅਸ ਮਾਈਂਡ ਕਹਿੰਦੇ ਆਪਾਂ ਹੁੰਦਾ, ਕੌਨਸ਼ੀਅਸ ਹੈ ਪਰ ਸਬ ਕੌਨਸ਼ੀਅਸ ਹੁੰਦਾ। ਜਿਹੜੀ ਕਾਰ ਆਪਾਂ ਸਿੱਖਦੇ ਹਾਂ ਇਹ ਕੌਨਸ਼ੀਅਸ ਮਾਈਂਡ ਨਾਲ ਸਿੱਖਦੇ ਹਾਂ। ਸਬ ਕੌਨਸ਼ੀਅਸ ਮਾਈਂਡ ਕਾਈਂਡ ਆਫ ਮਸ਼ੀਨ ਹੈ, ਉਹ 'ਚ ਫੀਲਿੰਗ ਨਹੀਂ ਹੈਗੀ, ਮਸ਼ੀਨ ਹੈ ਬਸ। ਕਿਸੇ ਨੇ ਮੈਨੂੰ ਗਾਲ ਕੱਢੀ, ਮੈਂ ਫਟਕ ਦੀ ਗਾਲ ਕੱਢਦੀ। ਜਿੱਦਾਂ ਕੁੱਤੇ ਦੀ ਪੂਛ ਤੇ ਪੈਰ ਰੱਖਿਆ ਉਹਨੇ ਗਦੰਦੀ ਵੜਦੀ, ਪਰ ਉਹ ਕੁੱਤਾ ਵੱਡੇ ਤੇ ਕੋਈ ਗੱਲ ਨਹੀਂ ਆ। ਪਰ ਆਪਾਂ ਬੰਦੇ ਆ ਤਾਂ ਆਪਾਂ ਬੰਦੇ ਹੋ ਕੇ ਦੰਦੀ ਵੱਢਾਂਗੇ, ਇਹ ਨਹੀਂ ਚੰਗੀ ਗੱਲ। ਔਰ ਹੁੰਦਾ ਕੁਝ ਇਹੋ ਪਿਆ ਵਾ, ਅਗਲੇ ਨੇ ਗਾਲ ਕੱਢੀ ਆ, ਹਾਂ ਮੰਨਿਆ ਗੱਲ ਕੱਢੀ, ਉਹਨੂੰ ਗੁੱਸਾ ਆਇਆ ਔਰ ਉਦੋਂ ਆਪਾਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਫਿਰ ਸਾਡੇ ਚ ਤੇ ਉਹਦੇ ਚ ਫਰਕ ਕੀ ਹੋਇਆ? ਇਹ ਤੇ ਜਾਨਵਰ ਐਕਸ਼ਨ ਹੀ ਹੈ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਜਾਨਵਰ ਤੇ ਇਦਾਂ ਹੀ ਕਰ ਰਿਹਾ, ਜਾਨਵਰ ਇੱਕ ਜਾਨਵਰ ਭੌਂਕਦਾ ਉਧਰ ਦੂਜਾ ਭੌਂਕੀ ਜਾਂਦਾ। ਔਰ ਅਸੀਂ ਵੀ ਜੇ ਕੋਈ ਮੰਨਿਆ ਕਿ ਇਹਨੇ ਗਾਲ ਕੱਢਦੀ ਹੈ ਤੇ ਇਹ ਚ ਆਪਾਂ ਨੂੰ ਇੰਨਾ ਐਕਸ਼ਨ ਲੈਣ ਦੀ ਕੀ ਲੋੜ ਪਈ ਹੈ? ਸਾਡੀ ਕੀ ਫੀਤੀ ਲੈ ਗਈ? ਕਿਉਂਕਿ ਦੇਖੋ ਇਹ ਚੀਜ਼ ਨੂੰ ਅੰਡਰਸਟੈਂਡ ਕਰਨਾ ਪੈਣਾ। ਆਪ ਪਤਾ ਨਹੀਂ, ਦੇਖੋ ਇਹ ਚੀਜ਼ ਨੂੰ, ਇਹ ਬਰੀਕ ਹੈ ਗੱਲ, ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਈਗੋ ਉਹ ਸਭ ਛੱਡ ਦੋ, ਬੜੀਆਂ ਦੂਰ ਦੀਆਂ ਗੱਲਾਂ ਹੈ। ਇੱਥੇ ਕੋਈ ਸਾਡੀਆਂ ਫੀਤੀਆਂ ਨਹੀਂ ਲਾ ਚੱਲਿਆ। ਆਪ ਜਸਟ ਮੇਰੀ ਗੱਲ ਨੂੰ ਸੁਣੋ, ਇੱਕ ਨੂੰ ਛੋਟੀ ਜਿਹੀ ਗੱਲ ਨੂੰ। ਇੱਕ ਗਲੀ 'ਚ ਹਾਥੀ ਲੰਘ ਰਿਹਾ, 100 ਕੁੱਤਾ ਭੌਂਕ ਰਿਹਾ, ਤੁਸੀਂ ਚਾਹੋਗੇ ਕਿ ਹਾਥੀ ਕੁੱਤੇ ਨੂੰ ਰਿਸਪੌਂਡ ਕਰੇ? ਨਿੱਜਰ ਸਾਹਿਬ ਬਿਲਕੁਲ ਨਹੀਂ। ਜੇ ਉਹ ਹਾਥੀ ਕੁੱਤਿਆਂ ਨੂੰ ਰਿਸਪੌਂਡ ਕਰੇ ਤੇ ਕਿੰਨੀ ਕੁ ਵਧੀਆ ਕੰਮ ਕਰੂਗਾ ਦੱਸੋ? ਫਿਰ ਉਹ ਤੋੜ ਹੀ ਨਹੀਂ ਸਕਦਾ, ਤੋਰੀ ਵੀ ਨਹੀਂ ਸਕਦਾ। ਤੇ ਲੋਕਾਂ ਨੇ ਨਿੱਜਰ ਸਾਹਿਬ ਉਹਦੀ ਰਿਸਪੈਕਟ ਵੀ ਨਹੀਂ ਕਰਨੀ। ਉਹਨਾਂ ਕਹਿਣਾ ਮੈਚਿੰਗ ਨਹੀਂ, ਕਿੱਥੇ ਹਾਥੀ ਕੁੱਤੇ ਭੌਂਕਦੇ, ਉਹ ਆਪਣੀ ਮਸਤੀ ਤੇ ਰਹਿ ਜਾਂਦਾ। ਉਹ ਨਹੀਂ ਬੰਦਾ, ਉਹਨੂੰ ਪਤਾ ਕੁੱਤੇ ਭੌਂਕਦੇ ਆ, ਪਰ ਉਹ ਕਹਿੰਦਾ ਇਹ ਮੇਰੀ ਮੈਚ ਨਹੀਂ ਹੈਗੀ, ਕਿਉਂਕਿ ਉਹਦਾ ਲੈਵਲ ਬੜਾ ਉੱਚਾ, ਉਹ ਰਿਸਪੌਂਡ ਹੀ ਨਹੀਂ ਕਰਦਾ। ਇਸੇ ਤਰ੍ਹਾਂ ਹੀ ਸਾਡੇ ਜੀਵਨ 'ਚ ਕਈ ਲੋਕ ਹੈਗੇ ਨੇ, ਸਮਝ ਲਓ ਕਿ ਏਦਾਂ ਹੀ ਕਰ ਰਹੇ ਨੇ। ਔਰ ਉਹ ਜੇ ਉਹਨਾਂ ਨੂੰ ਵੇਖ ਕੇ ਅਸੀਂ ਆਪਣਾ ਲੈਵਲ ਥੱਲੇ ਲੈ ਆਉਂਦੇ ਹਾਂ, ਅਸੀਂ ਡਾਊਨਗ੍ਰੇਡ ਹੋ ਕੇ ਲੜਾਂਗੇ, ਅਪਗ੍ਰੇਡ ਹੋ ਕੇ ਤੇ ਨਹੀਂ ਨਾ ਲੜਾਂਗੇ। ਅਸੀਂ ਆਪਣਾ ਲੈਵਲ ਛੱਡ ਕੇ ਥੱਲੇ ਆ ਜਾਂਦੇ ਹਾਂ ਤੇ ਉਹਨਾਂ ਨਾਲ ਲੜਦੇ ਹਾਂ, ਤੇ ਉਹ ਅਸੀਂ ਆਪਣੇ ਆਪ ਨੂੰ ਥੱਲੇ ਕਰ ਲਿਆ ਨਾ। ਸਾਡਾ ਲੈਵਲ ਤਾਂ ਬਹੁਤ ਉੱਚਾ, ਕਿਉਂਕਿ ਅਸੀਂ ਕੀ ਕਰਦੇ, ਮੋਟਰ ਐਕਸ਼ਨ ਕਹਿੰਦੇ ਉਹਨੂੰ। ਮੋਟਰ ਐਕਸ਼ਨ ਕੀ? ਸੋਚਣ ਪਿਆ ਪੱਖਾ ਚੱਲਣਾ ਸ਼ੁਰੂ। ਔਰ ਇਹ ਐਕਸ਼ਨ 'ਚ ਆਪਾਂ ਨਹਾਉਂਦੇ ਵੀ ਹਾਂ, ਆਪਾਂ ਬਾਣੀ ਪੜ੍ਹਦੇ ਹਾਂ, ਆਪਾਂ ਰੋਟੀ ਪਾਣੀ ਕਾਰ ਚਲਾਉਂਦੇ ਹਾਂ, ਲੜਦੇ ਵੀ ਇਸੇ ਐਕਸ਼ਨ ਦੇ ਨਾਲ ਹੈ। ਇਹ ਚੀਜ਼ ਨੂੰ ਨੋਟਿਸ ਕਰੀਏ ਆਪਾਂ। ਤੁਸੀਂ ਦੇਖੋ ਕੱਪੜੇ ਪਾਉਣ ਦੀ ਕਮਾਂਡ ਦਿੱਤੀ, ਆਪਣੇ ਆਪ ਤੇ ਕੱਪੜੇ ਪੈ ਰਹੇ ਨੇ। ਪਤਾ ਉਦੋਂ ਲੱਗਦਾ ਤੁਹਾਨੂੰ ਜਦੋਂ ਤੇ ਇੱਕਦਮ ਟਿਚਨ ਤਿਆਰ ਹੋ ਕੇ ਖਲੋ ਜਾਂਦੇ ਜੋ, ਕਿਉਂਕਿ ਬਾਰ-ਬਾਰ ਉਹ ਕੰਮ ਕੀਤਾ, ਇੰਨੀ ਵਾਰੀ ਕੀਤਾ ਹੈ ਕਿ ਦਿਮਾਗ ਦੇ ਅੰਦਰ ਸਾਰੀ ਪ੍ਰੋਗਰਾਮਿੰਗ ਹੋ ਗਈ ਹੈ। ਬਾਰ-ਬਾਰ ਜਿਹੜਾ ਵੀ ਤੁਸੀਂ ਕੰਮ ਕਰੋਗੇ ਸਮਝ ਲਓ ਕਿ ਤੁਹਾਡੇ ਅੰਦਰ ਡਾਟਾ ਆ ਗਿਆ, ਔਰ ਉਹ ਤੁਸੀਂ ਨਹੀਂ ਕਰਨਾ, ਉਹ ਤੁਹਾਡੀ ਮਸ਼ੀਨ ਨੇ ਕਰਨਾ। ਤੁਸੀਂ ਹੈਗੇ ਨਹੀਂ ਉੱਥੇ, ਇਸ ਲਈ ਕਹਿੰਦੇ ਚੇਤਨ ਹੋ ਕੇ ਕੰਮ ਕਰੋ, ਹੋਸ਼ ਦੇ ਵਿੱਚ। ਹੋਸ਼ ਦੇ ਵਿੱਚ ਤਦ ਹੀ ਹੋਵਾਂਗੇ ਜਦੋਂ ਅਸੀਂ ਵਿਚਾਰਾਂ ਤੋਂ ਮੁਕਤ ਹੋਵਾਂਗੇ। ਬਾਣੀ ਤੇ ਜਿਹੜੀ ਮਸ਼ੀਨ ਪੜ੍ਹਦੇ ਹਨ ਤਾਂ ਪਤਾ ਨਹੀਂ ਬਾਣੀ 'ਚ ਕੀ ਲਿਖਿਆ। ਬਾਣੀ 'ਚ ਸਾਨੂੰ ਲਿਖਿਆ ਉਦੋਂ ਹੀ ਸਮਝ ਆਊਗਾ ਜਦੋਂ ਅਸੀਂ ਉਹਨੂੰ ਚੇਤਨ ਹੋ ਕੇ ਪੜਾਂਗੇ, ਹੋਸ਼ ਦੇ ਵਿੱਚ ਪੜਾਂਗੇ ਔਰ ਹੌਲੀ ਪੜਾਂਗੇ, ਆਪਣੀ ਸਪੀਡ ਨੂੰ ਸਲੋ ਕਰਾਂਗੇ, ਤਾਂ ਗਿਆਨ ਮਿਲੂਗਾ ਆਪਾਂ ਨੂੰ। ਤੇ ਇਹ ਸੀ ਗੱਲਬਾਤ। ਤੇ ਇੱਕ ਮੈਂ ਥੋੜਾ ਜਿਹਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਣੇ ਕੋਲ ਹੈਗੀਆਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ। ਕੁਦਰਤ ਨੇ ਬੜਾ ਵਧੀਆ ਫੰਕਸ਼ਨ ਬਣਾਇਆ। ਹੁਣ ਮੰਨ ਲਓ ਆਪਣੇ ਪੈਰ ਤੇ ਕੀੜੀ ਲੜਦੀ ਹੈ ਨਾ, ਉਹਦੀ ਛੋਟੀ ਜਿਹੀ ਦੰਦੀ ਦੀ ਫੀਲਿੰਗ ਸਾਨੂੰ ਆਉਂਦੀ। ਮੱਛਰ ਲੜਦਾ ਪਤਾ ਲੱਗਦਾ, ਥੱਲੇ ਕੋਈ ਚੀਜ਼ ਲੜੀ, ਸਾਡੀ ਸੇਫਟੀ ਵਾਸਤੇ ਲਾਇਆ ਰੱਬ ਨੇ। ਇਹਦਾ ਮਤਲਬ ਤੇ ਇਹੋ ਹੀ ਹੈ ਕਿ ਸੱਟ ਸੁੱਟ ਲੱਗ ਜਾਏ ਸਾਨੂੰ ਪਤਾ ਲੱਗ ਜਾਏ ਕਿ ਥੱਲੇ ਖੂਨ ਨਿਕਲਦਾ ਪਿਆ, ਸਾਨੂੰ ਦਰਦ ਹੁੰਦੀ ਹੈ। ਉਹ ਦਰਦ ਦਾ ਮਤਲਬ ਇਹੋ ਹੀ ਹੈ
ਅਟੈਂਸ਼ਨ ਸੇਫਟੀ। ਅਟੈਂਸ਼ਨ ਹਾਂ ਅਟੈਂਸ਼ਨ ਅਟੈਂਸ਼ਨ ਸਾਡੇ ਹਾਂਜੀ ਅਟੈਂਸ਼ਨ ਹੋ ਜਾਈਏ। ਮਤਲਬ ਸਰੀਰ ਸਾਨੂੰ ਇੱਕ ਕਮਾਂਡ ਭੇਜਦਾ ਹੈ ਕਿ ਸਰੀਰ ਦੇ ਵਿੱਚ ਕੋਈ ਚੀਜ਼ ਸਹੀ ਨਹੀਂ ਹੈਗੀ, ਚਰਨਜੀਤ ਥੋੜਾ ਧਿਆਨ ਨਾਲ ਵੇਖ, ਥੱਲੇ ਕੱਚ ਕੁੱਝ ਨਾ ਹੋਵੇ, ਕੋਈ ਢਿੱਲ ਨਾ ਹੋਵੇ। ਆਪਾਂ ਵੇਖਦੇ ਉਸ ਅੰਗ ਨੂੰ, ਤੇ ਜੇ ਉੱਥੇ ਸਾਡੇ ਕੋਲ ਸੈਂਸ ਹੀ ਨਾ ਪਹੁੰਚੇ, ਪੈਰ 'ਚ ਕਿੱਲ ਵੱਜ ਜੇ, ਲਹੂ ਵਗੀ ਜਾਵੇ, ਮੈਨੂੰ ਪਤਾ ਨਾ ਲੱਗੇ, ਫਿਰ ਇਹ ਸਰੀਰ ਨਸ਼ਟ ਹੋ ਜਾਊਗਾ। ਸੋ ਇਹ ਜਿਹੜਾ ਫੀਚਰ ਲੱਗਾ ਹੈ ਸਾਡੇ ਲਈ ਬਹੁਤ ਵਧੀਆ ਫੀਚਰ। ਅਸੀਂ ਪਤਾ ਕੀ ਕਰਦੇ ਹਾਂ, ਥੋੜਾ ਅੰਡਰਸਟੈਂਡ ਕਰੀਏ ਪਹਿਲਾਂ ਸਰੀਰ ਨੂੰ, ਸਰੀਰ ਕੰਮ ਕਿੱਦਾਂ ਕਰਦਾ, ਫਿਰ ਸਾਨੂੰ ਆਪਣੇ ਸੁਭਾਅ ਦਾ ਵੀ ਪਤਾ ਲੱਗੂਗਾ। ਓਦਾਂ ਨਹੀਂ ਪਤਾ ਲੱਗਣਾ। ਸਭ ਤੋਂ ਪਹਿਲਾਂ ਅਸੀਂ ਮਹਿਸੂਸ ਕਰਦੇ ਹਾਂ। ਅਸੀਂ ਕੀ ਕਰਦੇ ਹਾਂ? ਮਹਿਸੂਸ ਕਰਦੇ ਹਾਂ। ਸਾਹਮਣੇ ਦਿਨ ਕਿੱਦਾਂ ਦਾ ਵਾ, ਚੰਗਾ ਹੈ, ਮਾੜਾ ਹੈ, ਹਵਾ ਚੱਲੀ, ਧੁੱਪ, ਗਰਮੀ, ਇਹਨਾਂ ਚੀਜ਼ਾਂ ਨੂੰ ਫੀਲ ਕਰਦੇ ਹਾਂ। ਔਰ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਅੱਜ ਗਰਮੀ ਹੈ, ਮਹਿਸੂਸ ਕੀਤਾ, ਫਿਰ ਸਾਡੇ ਦਿਮਾਗ 'ਚ ਆਉਂਦਾ ਹੈ ਚੱਲ ਚਰਨਜੀਤ ਪੱਖਾ ਛੱਡ ਦੇ। ਹੁਣ ਪਤਾ ਲੱਗਾ ਜ਼ਿਆਦਾ ਗਰਮੀ ਆ, ਫਿਰ ਆਪਣੇ ਦਿਮਾਗ 'ਚ ਦੂਜਾ ਵਿਚਾਰ ਆਉਂਦਾ ਏਸੀ ਛੱਡ ਦੇ। ਨਿੱਜਾ ਸਾਹਿਬ ਸਹੀ ਹੈ ਨਾ? ਬਿਲਕੁਲ। ਪਹਿਲਾਂ ਆਪਾਂ ਮਹਿਸੂਸ ਕੀਤਾ, ਫਿਰ ਮਨ 'ਚ ਵਿਚਾਰ ਆਇਆ, ਵਿਚਾਰ ਮਨ 'ਚ ਆਇਆ, ਮਨ ਨੇ ਕਮਾਂਡ ਦਿੱਤੀ, ਪੱਖਾ ਛੱਡਤਾ, ਤੇ ਉਹ ਇੱਕ ਪ੍ਰੋਬਲਮ ਨੂੰ ਆਪਾਂ ਸੋਲਵ ਕਰਤਾ। ਇਹ ਦੇਖੀਏ, ਇਹਦੇ ਵਿੱਚ ਦੋ ਕੰਮ ਹੁੰਦੇ ਆ। ਇੱਕ ਮਿੰਟ ਰੁਕਿਆ, ਮੈਨੂੰ ਸੌਰੀ, ਹੁਣ ਇੱਥੇ ਪਤਾ ਕੀ ਹੈ, ਇੱਥੇ ਨਿੱਜਰ ਸਾਹਿਬ ਇੱਕ ਬੜੀ ਪੁਆਇੰਟ ਦੀ ਗੱਲ ਆ, ਆਪਨੇ ਨੋਟਿਸ ਕੀਤਾ ਹੋਊਗਾ। ਹਾਂਜੀ ਹਾਂਜੀ। ਕਈ ਵਾਰੀ ਦਿਲ ਕਰਦਾ ਕੁਝ ਕਰਨ ਨੂੰ, ਪਰ ਇਹਦੇ ਬਾਵਜੂਦ ਹੀ ਆਪਾਂ ਉਹ ਚੀਜ਼ ਕਰਦੇ ਨਹੀਂ ਆ। ਇਹ ਚੀਜ਼ ਨੂੰ ਨੋਟਿਸ ਕੀਤਾ ਹੋਊਗਾ, ਕਈ ਵਾਰੀ ਦਿਲ ਕਰਦਾ ਚਾਹ ਪੀ ਲਈਏ, ਪਰ ਆਪਾਂ ਕਹਿੰਦੇ ਨਹੀਂ ਯਾਰ, ਆਪਾਂ ਹੁਣ ਨਹੀਂ ਪੀਣੀ, ਮੈਂ 3 ਘੰਟੇ ਪਹਿਲਾਂ ਪੀਤੀ ਸੀ, ਹੁਣ ਨਹੀਂ ਪੀਣੀ। ਮਨ ਕਰਦਾ ਪਰ ਆਪਾਂ ਰੋਕ ਲਿਆ ਨੂੰ। ਬਿਲਕੁਲ। ਕਈ ਵਾਰੀ ਦਿਲ ਕਰਦਾ ਖਾ ਲਈਏ, ਪਰ ਆਪਾਂ ਖਾਂਦੇ ਨਹੀਂ ਆ। ਆਪਾਂ ਕਹਿੰਦੇ ਯਾਰ ਰੋਟੀ ਖਾਧੀ ਸੀ, ਹਜੇ 2 ਘੰਟੇ ਬਾਅਦ ਖਾਣੀ ਆਪਾਂ। ਇਹਦਾ ਮਤਲਬ ਤੇ ਨਿੱਜਰ ਸਾਹਿਬ ਇਹ ਹੋਇਆ, ਸੌਣ ਨੂੰ ਦਿਲ ਕਰਦਾ ਆਪਣਾ, ਪਰ ਆਪਾਂ ਕਹਿੰਦੇ ਨਹੀਂ ਹੁਣ ਨਹੀਂ ਸੌਣਾ, ਮੈਂ ਨਾ ਰਾਤ ਨੂੰ 10 ਵਜੇ ਸੌਂਦਾ ਵਾਂ ਤੇ ਉਦੋਂ ਸੌਣਾ। ਸੋ ਇਹਦਾ ਮਤਲਬ ਕਿ ਨਿੱਜਰ ਸਾਹਿਬ ਕਾਫੀ ਚੀਜ਼ਾਂ ਜਿਹੜੀਆਂ ਆਪਾਂ ਆਪਣੇ ਚਿੱਤ 'ਚ ਤੇ ਆਈਆਂ, ਪਰ ਅਸੀਂ ਕੀਤੀਆਂ ਤੇ ਕਈ ਵਾਰੀ ਨਹੀਂ ਵੀ ਕੀਤੀਆਂ। ਇਹਦਾ ਮਤਲਬ ਸਾਡਾ ਕੋਈ ਡਿਸੀਜਨ ਚੱਲਦਾ ਹੈ, ਕੰਟਰੋਲ ਕਰ ਸਕਦੇ ਹਾਂ। ਇੱਥੇ ਆ ਗਏ ਆਪਾਂ ਪੁਆਇੰਟ ਤੇ, ਕੁਝ ਚੀਜ਼ਾਂ ਜਿਹੜੀਆਂ ਸਾਡੀ ਮਰਜ਼ੀ ਆ, ਉਹ ਜੇ ਸਾਡੀ ਮਰਜ਼ੀ ਹੈ ਤੇ ਅਸੀਂ ਕਰਾਂਗੇ, ਨਹੀਂ ਮਰਜ਼ੀ ਤੇ ਆਪਣੇ ਅਸੀਂ ਮਨ ਨੂੰ ਰੋਕ ਸਕਦੇ ਹਾਂ ਉਹਨੂੰ ਬੁੱਧੀ ਦੇ ਨਾਲ, ਕਿਉਂਕਿ ਮਨ ਨੂੰ ਬੁੱਧੀ ਹੀ ਕੰਟਰੋਲ ਕਰਦੀ ਹੈ। ਇਹਦਾ ਮਤਲਬ ਇਹ ਗੁੱਸਾ ਵੀ ਕਰਨਾ ਜਿਹੜਾ ਹੈ ਉਹ ਸਾਡੇ ਆਪਣੇ ਹੱਥ 'ਚ ਹੈ। ਅਗਲੇ ਨੇ ਕੋਈ ਅਪਸ਼ਬਦ ਬੋਲਿਆ, ਉਹਨੇ ਕੀਤਾ ਸਾਡੇ ਹੰਕਾਰ ਨੂੰ ਚੈਲੰਜ ਕਰਤਾ, ਅਸੀਂ ਸਾਡੀ ਨਿੰਦਿਆ ਕਰਤੀ, ਸਾਡੀ ਚੁਗਲੀ ਕਰਤੀ, ਕੁਛ ਵੀ ਕੀਤਾ, ਜਿਹੜੀ ਚੀਜ਼ ਸਾਨੂੰ ਪਸੰਦ ਨਹੀਂ। ਨਾਰਮਲੀ ਵੈਸੇ ਸੰਤ ਲੋਕ ਤੇ ਕਹਿੰਦੇ ਕਿ ਸਾਡੀ ਨਿੰਦਿਆ ਕਰੋ, ਉਹ ਤੇ ਕਹਿੰਦੇ ਰੱਜ ਕੇ ਕਹਿੰਦੇ ਸਾਡੀ ਨਿੰਦਿਆ ਕਰੋ, ਕਿਉਂਕਿ ਨਿੰਦਿਆ ਬੰਦਾ ਕਿਹੜਾ ਕਰਦਾ, ਉਹਦੇ ਕਹਿੰਦੇ ਗੰਦਮੰਦ ਸਾਫ਼ ਕਰਦਾ ਬੰਦਾ ਉਹਦਾ। ਤੇ ਮੈਂ ਕਹਿੰਦਾ ਕਿ ਜੇ ਸਾਡੀ ਕੋਈ ਨਿੰਦਿਆ ਕਰਦਾ ਤੇ ਬੜੀ ਵਧੀਆ ਗੱਲ ਹੈ। ਉਹ ਨਿੱਜਰ ਸਾਹਿਬ ਬਿਲਕੁਲ, ਗੁਰੂ ਨਾਨਕ ਪਾਤਸ਼ਾਹ ਨੇ ਬੜੀ ਕਲੀਅਰਲੀ ਕਿਹਾ, ਉਹ ਕਹਿੰਦਾ ਕਿ ਕੋਈ ਕਹਿੰਦਾ ਮੈਨੂੰ ਭੂਤ ਨਾ ਕਹੀ ਜਾਂਦਾ ਹੈ, ਕੋਈ ਕਹਿੰਦਾ ਮੈਨੂੰ ਉਹ ਕਰਾਈ ਹੈਗਾ ਹੈ। ਆ ਲੋਕਾਂ ਨੇ ਏਦਾਂ ਹੀ ਕੀਤਾ ਸੀ ਉਦੋਂ ਵੀ ਗੁਰੂ ਨਾਨਕ ਪਾਤਸ਼ਾਹ ਨਾ, ਹੁਣ ਹੀ ਲੋਕੀ ਪੂਜਾ ਕਰਨ ਦੇ ਆ। ਉਹ ਪੂਜਾ ਪਾਜਾ ਵੀ ਪਤਾ ਨਹੀਂ ਕਿਹੜੇ ਚੱਕਰਾਂ 'ਚ ਕਰਨ ਦੇ, ਮੈਨੂੰ ਤਾਂ ਸਮਝ ਕੋਈ ਨਹੀਂ ਆਉਂਦੀ। ਉਹ ਨਾਨਕ ਪਾਤਸ਼ਾਹ ਦੀ ਬਾਣੀ ਪੜ੍ਹੀ ਹੋਵੇ ਤੇ ਧਰਤੀ ਸਵਰਗ ਹੋ ਜਾਂਦੀ। ਉਹ ਕੇਵਲ ਬਾਣੀ ਪੜ੍ਹ ਕੇ ਗੁੜਕੇ 'ਚ ਰੱਖਣ ਤੱਕ ਹੀ ਗੱਲ ਸਹਿਮਤ ਆ। ਉਹ ਬੰਦਾ ਗੇਮ ਆਪਣੀ ਕਮਾਈ ਜਾਂਦਾ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਆ। ਉਹ ਜਿਹੜਾ ਆਪਾਂ ਨਾਟਕ ਜਿਹਾ ਕਰਨੇ, ਮੇਰੇ ਹਿਸਾਬ ਨਾਲ ਨਾਟਕ ਹੀ ਹੈ। ਪਰਮਾਤਮਾ ਦੇ ਸਾਹਮਣੇ ਕੋਈ ਅਸਲੀਅਤ ਨਹੀਂ ਹੈਗੀ, ਨਾ ਇਹਦੀ ਵੈਲਿਊ ਹੈਗੀ, ਕਿਉਂਕਿ ਬਾਣੀ ਤੇ ਪੜ੍ਹਦੇ ਨਹੀਂ ਪਏ ਆਪਾਂ। ਬਾਣੀ ਤੇ ਕਹਿੰਦੀ ਆ ਕਿ ਐਕਸ਼ਨ ਕਰਨ ਵਾਸਤੇ। ਇੱਕ ਸੈਕਿੰਡ ਚ
ਹਾਂਜੀ ਇੱਥੇ ਸੌਰੀ ਡਿਸਟਰਬ ਕਰਦਾ। ਹਾਂਜੀ ਹਾਂਜੀ ਇੱਥੇ ਪਤਾ ਕੀ ਆ, ਵਿਚਾਰ ਆ ਗਿਆ, ਅਗਲੇ ਨੇ ਸਾਡੇ ਹੰਕਾਰ ਨੂੰ ਚੈਲੰਜ ਕੀਤਾ। ਉਦੋਂ ਥੋੜੇ ਜਿਹੇ ਸਿਆਣੇ ਬਣਨਾ ਆਪਾਂ। ਅਗਲੇ ਨੇ ਵਾਰ ਕਰਤਾ। ਜਿੱਦਾਂ ਆਪਾਂ ਡਿਸੀਜਨ ਲੈਂਦੇ ਆ ਨਾ, ਚਾਹ ਪੀਣੀ ਜਾਂ ਨਹੀਂ ਪੀਣੀ, ਉਹ ਸਾਡੇ ਹੱਥ। ਸੌਰੀ। ਅੱਛਾ ਇੱਥੇ ਪਤਾ ਕੀ ਆ ਗੁਰਕੀ ਸਾਹਿਬ, ਇੱਕ ਚੀਜ਼ ਹੈ, ਹੁਣ ਮੈਂ ਦੇਖ ਰਿਹਾ ਨਾ, ਇਹ ਕਈ ਲੋਕੀ ਹੁਣ ਆਉਣਾ ਚਾਹੁੰਦੇ ਆ ਤੇ ਆਪਾਂ ਉਹਨਾਂ ਨੂੰ ਲੈ ਨਹੀਂ ਪਾ ਰਹੇ, ਉਹ ਆ ਨਹੀਂ ਰਹੇ। ਮੇਰੇ ਖਿਆਲ ਲਿਮਿਟ ਕ੍ਰਾਸ ਹੋ ਗਈ ਹੈ, ਇਹਦੀ ਲਿਮਿਟ ਹੋ ਗਈ ਹੈ। ਹਾਂ 90 ਬੰਦੇ ਦੀ। ਨਿੱਜਰ ਸਾਹਿਬ ਇਹ ਤੁਹਾਡਾ ਫ੍ਰੀ ਅਕਾਊਂਟ ਹੈ, ਮੈਨੂੰ ਉਹ ਕੁੜੀ ਨੇ ਦੱਸਿਆ ਮੈਸੇਜ ਕਰਕੇ। ਜਿਹੜਾ ਮੇਰਾ ਅਕਾਊਂਟ ਹੈਗਾ ਪੇਡ ਹੈਗਾ। ਓ ਠੀਕ ਹੈ ਜੀ। ਤੇ ਮੈਂ ਜਿਹੜਾ ਮੈਂ 250 ਬੰਦਾ ਲੈ ਸਕਦਾ, ਪਰ ਹੁਣ ਲਿੰਕ ਤੁਸੀਂ ਪਾਤਾ ਨਾ, ਤੇ ਉਹ ਤੁਹਾਡੀ ਕੈਪੈਸਿਟੀ ਇੰਨੀ ਆ। ਨਾ ਨਾ ਬਿਲਕੁਲ ਸਹੀ ਗੱਲ ਹੈ। ਆ ਦੇਖੋ ਕਿੰਨੇ ਬੰਦੇ ਜਿਹੜੇ ਡਿਨਾਈ ਹੋ ਰਹੇ ਆ ਜੀ। ਮੈਂ ਬਾਰ-ਬਾਰ ਉਹੀ ਬਾਰ-ਬਾਰ ਚਰਨਜੀਤ ਕੌਰ ਆਈ ਜਾ ਰਹੇ, ਉਹ ਡਿਨਾਈ ਹੋਈ ਜਾ ਰਹੇ। ਤੇ ਜਾਂ 2 ਮਿੰਟ ਲਾਓਗੇ, ਮੈਂ ਨਵਾਂ ਲਿੰਕ ਪਾਵਾਂ, ਸਾਰੇ ਸਿਲੈਕਟ ਕਰ ਲਓ। ਦੇਖ ਲਓ ਹੁਣ ਸਾਧ ਸੰਗਤ ਜੀ 1 ਮਿੰਟ ਲੱਗੂਗਾ, 1 ਮਿੰਟ ਲੱਗੂਗਾ ਬਸ। ਚਲੋ ਪਾ ਲੋਗੇ 1 ਮਿੰਟ ਟਰਾਈ ਕਰਦੇ ਆ, ਐਕਸਪੈਰੀਮੈਂਟ ਹੋ ਜੂ। ਨਿੱਜਰ ਸਾਹਿਬ ਰੋਜ਼ ਦਾ ਕੰਮ ਹੈ, ਸੱਚੀ ਮੇਰੇ ਅਕਾਊਂਟ 'ਚ ਦਮ ਹੈਗਾ। ਤੇ ਫਿਰ ਤੁਸੀਂ ਜਿਹੜਾ ਹੈਗਾ ਸਾਰਿਆਂ ਨੂੰ ਉਹ ਐਡਮਿਟ ਕਰੀ ਜਾਇਓ ਫਿਰ। ਹਾਂ ਮੈਂ ਕਰ ਲਾਂਗਾ। ਤੁਸੀਂ ਸੰਗਤ ਜੀ ਨਵਾਂ ਲਿੰਕ ਪਾਉਂਗਾ ਗਰੁੱਪ 'ਚ, ਉਹਨੂੰ ਐਡ ਕਰਕੇ ਨਵਾਂ ਜੁਆਇਨ ਕਰੋ। ਠੀਕ ਹੈ ਜੀ। ਨਹੀਂ ਆ ਰਹੀ ਤੁਹਾਡੀ? ਹਾਂ ਨਿੱਜਰ ਸਾਹਿਬ ਮੈਂ ਬੋਲ ਹੀ ਨਹੀਂ ਰਿਹਾ। ਅੱਛਾ ਮੇਰੀ ਆਈ ਨਹੀਂ ਆਵਾਜ਼? ਆ ਗਈ ਜੀ, ਆ ਗਈ। ਆਵਾਜ਼ ਨਹੀਂ ਆ ਰਹੀ? ਆ ਗਈ ਹਾਂਜੀ। ਮੈਨੂੰ ਲੱਗ ਨਿੱਜਰ ਸਾਹਿਬ 100 ਬੰਦਾ ਅਸੈਪਟ ਕਰਨਾ ਕਿਹੜਾ ਸੌਖਾ। ਬਿਲਕੁਲ ਸਹੀ ਗੱਲ ਆ। ਇਹ ਤੇ ਉਂਗਲ ਪੀੜ ਕੰਡਾ ਵੀ ਮੇਰੀ, ਇਹਦੇ 40 ਹੋਏ ਆ। ਨਹੀਂ ਕੋਈ ਨਹੀਂ, ਆ ਗਈ ਵੀਰ ਜੀ, ਤੁਹਾਡੇ ਦਰਸ਼ਨ ਵੀ ਹੋ ਗਏ ਅੱਜ। ਇਹ ਤੇ ਬੰਦਾ ਇਸੇ ਕੰਮ ਲਈ ਰੱਖਣਾ ਪੈਣਾ। ਨਹੀਂ ਬਹੁਤ ਵਧੀਆ ਜੀ। ਇਹ ਤਾਂ ਗੱਲ ਦੇਖੋ ਕਿੰਨੀ ਸੰਗਤ। ਮੈਂ ਸੋਚਦਾ ਸੀ 100 ਤੋਂ ਵੱਧ ਕਿਉਂ ਨਹੀਂ ਹੁੰਦੇ, ਮਤਲਬ ਉਹ ਤਾਂ ਲੋਕੀ ਤਰਲੇ ਕਰ ਰਹੇ ਆ ਤੇ ਆਪਾਂ ਜਿਹੜੇ ਹੈਗੇ ਇਹ ਪ੍ਰੋਬਲਮ ਇੱਥੇ ਸੀਗੀ। ਆਪਾਂ ਟਰੈਕ ਕਰਦੇ ਨਾ, ਆਪਾਂ ਚੈੱਕ ਕਰਦੇ ਨੇ ਜੇ ਸਭ ਅੱਜ ਉਹ ਪ੍ਰੋਬਲਮ ਸੋਲਵ ਹੁੰਦੀ ਕਿ ਪਹਿਲਾਂ 100 ਹੋ ਜਾਣ ਤੁਹਾਨੂੰ ਜੀ ਪਤਾ ਲੱਗ ਜਾਏਗਾ। ਹਾਂਜੀ ਹੁਣੇ ਹੋ ਜਾਂਦੇ 100। ਅੱਜ ਦਾ ਸਿਆਣੇ ਐਕਸਪੈਰੀਮੈਂਟ ਤੇ ਕਰੋ। ਹਾਂਜੀ ਬਿਲਕੁਲ ਜੀ। ਹਾਂਜੀ ਨਵਾਂ ਲਿੰਕ ਕੰਮ ਕਰ ਰਿਹਾ ਜੀ ਹੁਣ, ਠੀਕ ਆ। ਇਹਦੀ ਕੁਆਲਿਟੀ ਵੀ ਵਧੀਆ ਲੱਗਦੀ ਮੈਨੂੰ। ਹਾਂਜੀ ਅੱਛਾ। ਆਵਾਜ਼ ਵਧੀਆ ਜੀ, ਆਵਾਜ਼ ਬਹੁਤ ਵਧੀਆ। ਹਾਂਜੀ ਆਵਾਜ਼ ਬਹੁਤ ਅੱਛੀ। ਇਹ ਪੇਡ ਹੈ ਨਾ? ਬਿਲਕੁਲ। ਹਾਂ ਨਹੀਂ ਆਪਾਂ ਵੀ ਕਰ ਲਾਂਗੇ ਜੀ। ਹਾਂ ਨਿੱਜਰ ਸਾਹਿਬ ਤੁਹਾਡੇ ਥੋੜੇ ਜਿਹੇ ਪੈਸੇ ਲੱਗਣੇ ਆ ਤੇ ਨਹੀਂ ਕੋਈ ਨਹੀਂ। ਅਸੀਂ ਤੁਹਾਨੂੰ ਫ੍ਰੀ ਰੱਖਾਂਗੇ ਬਿਲਕੁਲ। ਹਾਂਜੀ मैं 1 सेकंड आया जी, थले उन्होंने लिंक चालू करिया वा। आज थोड़ा जिहा डिस्टर्बेंस। ਕੋਈ ਨਹੀਂ, ਜ਼ਿਆਦਾ ਟਾਈਮ ਤੇ ਨਹੀਂ ਲੱਗਣਾ। ਜੇ ਕਥਾ ਤਾਂ ਆਪਾਂ ਛੇਤੀ ਸਮਾਪਤੀ ਹੋ ਜਾਣੀ ਹੈ। ਬਸ ਇਹ ਹੈ ਕਿ ਜਿਹੜਾ ਅੱਜ ਕਲੀਅਰ ਹੋ ਜੇ ਤੇ ਤੁਸੀਂ ਨਿੱਜਰ ਸਾਹਿਬ ਦੁਬਾਰਾ ਨਵੀਂ ਰਿਕਾਰਡਿੰਗ ਕਰ ਲਿਓ ਅੱਜ। ਅੱਜ ਕਾਫੀ ਸੰਗਤ ਨੂੰ ਪਤਾ ਵੀ ਨਹੀਂ ਲੱਗਣਾ ਮੈਨੂੰ ਲੱਗਦਾ ਨਵੇਂ ਲਿੰਕ ਤੇ ਕਿੱਦਾਂ ਆਉਣਾ। ਪਹਿਲਾ ਲਿੰਕ ਡਿਲੀਟ ਕਰ ਦਈਏ ਨਿੱਜਰ ਸਾਹਿਬ।
ਉਹ ਵੀਰ ਜੀ ਚਾਹੇ ਲਿੰਕ ਡਿਲੀਟ ਵੀ ਕਰ ਦਿਓ, ਆਲਰੇਡੀ ਪਹੁੰਚ ਚੁੱਕਿਆ। ਪਹਿਲਾ ਲਿੰਕ ਹੁਣ ਕੰਮ ਹੀ ਨਹੀਂ ਕਰ ਰਿਹਾ, ਮੈਂ ਦੇਖਿਆ। ਅੱਛਾ ਡਿਸਚਾਰਜ ਖਤਮ ਹੋ ਗਿਆ? ਹਾਂਜੀ, ਉਹ ਕੰਮ ਨਹੀਂ ਕਰਦਾ ਜੀ ਹੁਣ ਪਹਿਲੇ ਵਾਲਾ। ਚਲੋ ਵਧੀਆ ਹੋ ਗਿਆ। ਹਾਂਜੀ ਨਿੱਜਰ ਸਾਹਿਬ, ਤੁਸੀਂ ਸ਼ੁਰੂ ਕਰੋ ਕਥਾ ਤੇ ਨਾਲ ਹੀ ਮੈਂ ਵੇਖਦਾ। हाँ माता कैमरा बंद कर दो बरावा तेरा नवा लैपटॉप अंदर आ गई है वो ते गया लिंक तेरा आ तो गई है तू बैग कोई आ गया मैं अंदर आई ना प्रोफेसर के पीर ना मैं लग के दे नहीं आ गया चालू है तेरा आ गया कोई नहीं करो हाँ माता माइक बंद कर दो हेलो हाँ जी आ रही आवाज ਤੁਹਾਡੀ ਸੁਖਵਿੰਦਰ जी थैंक यू माफ करना जी मैं थोड़ा जिहा ਉਹ ਨਾ ਗੁਰਕੀ ਸਾਹਿਬ ਸੰਗਤ ਜਿਹੜੀ ਹੈਗੀ ਨਾ ਉਹ ਪੁਰਾਣੇ ਲਿੰਕ ਦੇ ਉੱਤੇ ਕਾਫੀ ਹੈਗੀ 40 ਸੰਗਤ ਤਾਂ ਉਧਰ ਪੁਰਾਣੇ ਲਿੰਕ ਤੇ ਹੈਗੇ ਆ ਤੇ ਹੁਣ ਤੁਸੀਂ ਉਹਨੂੰ ਕਰਤਾ ਨਾ ਕੈਂਸਲ ਦੱਸਤਾ ਉਹਨਾਂ ਨੂੰ ਕਿ ਆ ਜਾਓ ਬਾਹਰ ਮੈਂ ਤਾਂ ਹੋਕਾ ਤਾਂ ਦੇਤਾ ਹੈ ਹੁਣ ਪਤਾ ਨਹੀਂ ਮੈਨੂੰ ਕੋਈ ਨਹੀਂ फिर भी देखा उन्होंने कोई हैगा कि नहीं एक बारी मैं कट के दोबारा दूसरे उधर जाके देख लेना हाँ देख लो व्हाट्सएप से है लिंक हो जाए हाँ मैं देखता हूँ जे है ते मैं देख लेना फिर मैं आ जाना 1 सेकंड हेलो हेलो साध संगत जी जेडे भी हैगे आ ये दोबारा जेड़ा हैगा नवा लिंक पाया है साध संगत जी जे मेरी आवाज आ रही है आप जी नू ते नवा लिंक पाया है प्लीज आ रही है आवाज हेलो साध संगत जी नवा लिंक पाया है ते इनू कट दो इस इत्थे नहीं आना हुण नवे लिंक दे उत्ते सारी संगत उधर शिफ्ट हो गई है इहदे च 8-10 बंदे रह गए आ इस लिंक ते ना आओ प्लीज ਤੇ ਇਹਨੂੰ ਬੰਦ ਕਰ ਦਿਓ ਵੀਰ ਜੀ ਕਿੱਥੇ ਜਾ ਮੀਟ ਤੇ ਜਾਣਾ ਪਏਗਾ ਨਹੀਂ ਤੁਸੀਂ ਜਿਹੜਾ ਹੈਗਾ ਨਾ ਦੇਖੋ WhatsApp ਦੇ ਉੱਤੇ ਜਿਹੜਾ ਆਤਮ ਗਿਆਨ ਗਰੁੱਪ ਹੈ ਉਹਦੇ ਵਿੱਚ ਗੋਰਖੀ ਸਾਹਿਬ ਨੇ ਨਵਾਂ ਲਿੰਕ ਪਾਇਆ ਆ ਇਹਨੂੰ ਕੱਟ ਦਿਓ ਪਹਿਲਾਂ ਇਹ ਕਾਲ ਨੂੰ ਇਹਨੂੰ ਕੱਟ ਦਿਓ ਪਹਿਲਾਂ ਇਹ ਲਾਲ ਬਟਨ ਦਬਾ ਦਿਓ ਇਹਦਾ ਕੱਟ ਦਿਓ ਤੁਸੀਂ ਦਬਾਇਆ ਨਹੀਂ ਬੰਦ ਨਹੀਂ ਹੋਇਆ ਤੁਹਾਡਾ ਲਾਲ ਬਟਨ ਦਬਾਓ ਹਾਂ ਸਾਰੇ ਜਣੇ ਜਿੰਨੇ ਵੀ ਸੁਣ ਰਹੇ ਮੇਰੀ ਗੱਲ ਨੂੰ ਦਬਾ ਦਿਓ
ਸੁਖ ਜੀ ਹੋਏ, ਜਪਮਨ ਹੋਏ, ਸਤਵਿੰਦਰ, ਨਵਨੀਤ, ਜਸਵਿੰਦਰ, ਜਿਹੜੇ ਵੀ ਸੁਣ ਰਹੇ ਬੰਦ ਕਰ ਦਿਓ, ਇਹਨੂੰ ਬੰਦ ਕਰਕੇ ਨਵੇਂ ਲਿੰਕ ਤੋਂ ਆਓ। ਇਹ ਜਿਹੜੇ ਹੈਗੇ ਆਪਣੇ ਪਵਨ, ਇਹ ਵੀ ਕੱਟ ਦਿਓ। ਪਵਨ ਜੀ ਤੁਸੀਂ ਵੀ ਕੱਟ ਦਿਓ ਬੇਟਾ, ਕੱਟ ਕੇ ਨਵਾਂ ਲਿੰਕ ਜਿਹੜਾ ਪਾਇਆ ਹੈ ਉਸ ਤੇ ਜਾਓ, ਨਵੇਂ ਲਿੰਕ ਤੇ ਆਓ ਦੁਬਾਰਾ। ਪਵਨ ਸਾਰੇ ਕੱਟ ਦਿਓ, ਹਾਲੇ ਵੀ ਰਹਿ ਗਏ ਕਾਫੀ। ਸੁਖਮਿੰਦਰ, ਨਵਨੀਤ, ਇਹ ਜਪਮਨ, ਸੁਰਿੰਦਰ, ਜਸਵਿੰਦਰ, ਪਵਨ। ਲਾਲ ਬਟਨ ਦਬਾ ਦਿਓ, ਇਹਨੂੰ ਕੈਂਸਲ ਕਰ ਦਿਓ ਇਸ ਮੀਟਿੰਗ ਨੂੰ, ਤੇ ਨਵੇਂ ਲਿੰਕ ਜਿਹੜਾ ਗੁਰਕੀ ਸਾਹਿਬ ਨੇ ਪਾਇਆ ਉਸ ਤੇ ਆਓ। ਜਪਮਨ, ਮਨਬੀਰ, ਸੁਖ, ਜਸਵਿੰਦਰ, ਪਲੀਜ਼ ਕੱਟ ਕੇ ਦੁਬਾਰਾ ਆਓ। ਪਵਨ ਤੁਸੀਂ ਕੱਟਿਆ ਨਹੀਂ। ਨਵਨੀਤ, ਜਪਮਨ, ਇਹ ਮੀਟਿੰਗ ਨੂੰ ਕੈਂਸਲ ਕਰ ਦਿਓ, ਇਹ ਮੀਟਿੰਗ ਨੂੰ ਦੁਬਾਰਾ ਆਓ। ਦੂਸਰੀ ਮੀਟਿੰਗ ਹੈ, ਨਵਾਂ ਲਿੰਕ ਪਾਇਆ ਗੋਰਕੀ ਸਾਹਿਬ ਨੇ, ਗੁਰਬਾਣੀ ਵਿਚਾਰ 'ਚ ਵੀ ਹੈਗਾ ਤੇ ਦੂਸਰੇ ਉਹਦੇ ਵਿੱਚ ਵੀ ਹੈਗਾ, ਆਤਮ ਗਿਆਨ 'ਚ ਵੀ ਹੈਗਾ। ਹਾਂਜੀ ਗੋਰਕੀ ਸਾਹਿਬ। ਹਾਂਜੀ ਗੋਰਕੀ ਸਾਹਿਬ। ਹਾਂਜੀ ਨਿਜਰ ਸਾਹਿਬ, ਚਲੋ ਇਹ ਵੀ ਇੱਕ ਅੱਜ ਦਾ ਐਕਸਪੈਰੀਮੈਂਟ ਜੀ। ਸਾਧ ਸੰਗਤ ਜੀ ਕਥਾ ਤੇ ਆਪਾਂ ਕਵਰ ਕਰ ਹੀ ਜਾਣੀ ਆ। ਹੋ ਗਏ 96 ਮੈਂਬਰ ਹੋ ਗਏ ਜੀ ਹੁਣ। ਬਹੁਤ ਵਧੀਆ ਜੀ, ਬਹੁਤ। ਕਿਉਂਕਿ ਰੋਜ਼ ਦਾ ਇਹੋ ਹੀ ਸੀ, ਇੱਕ ਮਨ ਚ ਆਉਂਦਾ ਸੀ ਕਿ ਉਹ ਲਿੰਕ ਪੇਡ ਹੋਵੇ ਸ਼ਾਇਦ ਉਹਦੇ ਨਾਲ, ਕਿਉਂਕਿ ਕੱਲ ਵੀ ਇੱਕ ਕੁੜੀ ਕਹਿੰਦੀ ਵੀਰ ਜੀ ਤੁਹਾਡਾ ਲਿੰਕ ਜਿਹੜਾ ਹੈਗਾ ਨਾ ਫ੍ਰੀ ਵਰਜਨ ਹੈ, ਇਸ ਕਰਕੇ ਨਾ ਇਹ ਅਲਾਉ ਨਹੀਂ ਕਰਦਾ ਨਾ। ਬਹੁਤ ਵਧੀਆ, ਬਹੁਤ ਵਧੀਆ। ਹਾਂ, ਉਹ ਬਹੁਤੀ ਗੱਲ ਹੋਊ ਤੇ ਨਿੱਜਰ ਸਾਹਿਬ ਤੁਸੀਂ ਕੱਲ ਕਰ ਲੈਣਾ ਲਿੰਕ, ਤੇ ਫਿਰ ਉਹਦੇ ਨਾਲ ਉਹ ਤੁਹਾਨੂੰ ਮਿਲੂ। ਨਹੀਂ ਜ਼ਰੂਰ ਕਰ ਲਾਂਗੇ ਜੀ, ਜ਼ਰੂਰ ਕਰ ਲਾਂਗੇ। ਗੂਗਲ ਮੀਟ ਪੇਡ ਅੱਜ ਹੀ ਲੈ ਲੂੰਗਾ ਮੈਂ, ਪ੍ਰੋਗਰਾਮ ਤੋਂ ਬਾਅਦ ਲੈ ਲੂੰਗਾ ਮੈਂਬਰਸ਼ਿਪ ਲੈਣੀ। ਹਾਂਜੀ ਹਾਂ ਠੀਕ ਆ, ਆਪ ਆ ਜਾਈਏ ਬਾਣੀ ਤੋਂ ਵਾਪਸ। ਠੀਕ ਹੈ ਜੀ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਉਹ ਨਵੀਂ ਰਿਕਾਰਡਿੰਗ ਸ਼ੁਰੂ ਕਰ ਦਿਓ, ਤੇ ਕੋਈ ਨਹੀਂ ਉਹ ਪੁਰਾਣੀ ਛੱਡ ਦਿਓ, ਆਪਾਂ ਨਵੀਂ ਹੀ ਕਰਾਂਗੇ, ਤੇ ਤੁਸੀਂ ਕਥਾ ਫੇਰ ਬੋਲ ਦਿਓ। ਇਹਨੂੰ ਬੰਦ ਕਰਦਾ ਮੈਂ, ਰਿਕਾਰਡਿੰਗ ਜਿਹੜੀ ਹੋ ਰਹੀ ਸੀ। ਨਹੀਂ ਪਹਿਲੀ ਤੇ ਨਿੱਜਰ ਸਾਹਿਬ ਉਹ ਚੱਲਦੀ ਹੈ ਤੱਕ। ਹਾਂ ਚੱਲ ਰਹੀ ਹੈ ਮੇਰੀ ਤਾਂ, ਉਹਦੇ ਵਿੱਚ ਬਾਕੀ ਆ ਸਾਰਾ ਜਿਹੜਾ 5 ਮਿੰਟ ਦਾ ਡਿਸਟਰਬੈਂਸ ਆਇਆ ਤੇ ਆਇਆ 5-7 ਮਿੰਟ ਦਾ। ਉਹ ਕੋਈ ਨਹੀਂ, ਫਿਰ ਕੋਈ ਗੱਲ ਨਹੀਂ, ਮੈਂ ਆਪੇ ਕੱਟ ਕਰ ਲਾਂਗਾ ਮੈਂ। ਠੀਕ ਹੈ, ਤੂੰ ਕਥਾ ਬੋਲੋ। ਹਾਂਜੀ। ਤੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ। ਜਿਹੜੇ ਆਪਾਂ ਕੀ ਕਰ ਰਹੇ ਹਾਂ, ਭਗਤੀ ਦੇ ਨਾਮ ਦੇ ਉੱਤੇ ਜਿਹੜੇ ਹੈਗੇ ਆ, ਮੈਜੋਰਟੀ ਜਿਹੜੀ ਹੈਗੀ ਹਰੇਕ ਧਰਮ ਦੇ ਵਿੱਚ ਜਿਹੜਾ ਹੈਗਾ, ਇਹ ਕੋਈ ਇਹ ਨਹੀਂ ਹੈ ਕਿ ਸਿੱਖ ਧਰਮ ਜਾਂ ਹਿੰਦੂ ਧਰਮ ਦੇ ਸਾਰੇ ਇਹੀ ਕੰਮ ਕਰੀ ਜਾ ਰਹੇ ਆ ਕਿ ਜੋ ਗਿਆਨ ਹੈਗਾ ਉਹਨੂੰ ਵਿਚਾਰਦੇ ਆ, ਪਾਠ ਕਰਦੇ ਆ, ਪੜ੍ਹਦੇ ਆ ਗਿਆਨ ਨੂੰ, ਪਰ ਤੱਤ ਵਸਤੂ ਨਹੀਂ ਬੁੱਝਦੇ। ਜੋ ਗਿਆਨ ਕਹਿ ਰਿਹਾ ਹੈ, ਕਾਰਵਾਈ ਜੋ ਕੰਮ ਕਰਨ ਨੂੰ ਗਿਆਨ ਕਹਿ ਰਿਹਾ ਹੈ, ਉਸ ਕੰਮ ਨੂੰ ਨਹੀਂ ਕਰਦੇ। ਖਾਲੀ ਜਿਹੜਾ ਹੈਗਾ ਆਪ ਪੁੰਨ ਹੈਗਾ ਤੇ ਆਪ ਪਾਪ ਹੈਗਾ, 3 ਗੁਣੀ ਜਿਹੜੇ ਮਾਇਆ ਇਹਦੇ ਵਿੱਚ, ਜਿਹੜਾ ਤ੍ਰਿਗੁਣੀ ਮਾਇਆ ਦੇ ਵਿੱਚ ਹੀ ਜਿਹੜਾ ਹੈਗਾ, ਉਸ ਚੋਂ ਚੌਥੇ ਗੁਣ 'ਚ ਜਾਣ ਦੀ ਕੋਸ਼ਿਸ਼ ਨਹੀਂ ਕਰਦੇ। ਚੌਥਾ ਗੁਣ ਹੈਗਾ ਬਈ ਆਕਾਰ ਤੋਂ ਭਰੇ ਹੋਣਾ, ਜਿਹੜਾ ਹੈਗਾ ਆਪਾਂ ਵਿਚਾਰ ਮੰਡਲ ਜਿਹੜਾ ਹੈਗਾ, ਵਿਚਾਰਾਂ ਤੋਂ ਅੰਦਰ ਜਿਹੜਾ ਹੈਗਾ, ਮਨ ਨੇ ਅੰਦਰ ਯਾਤਰਾ ਕਰਨੀ ਹੈ ਸੁਰਤ ਦੇ ਦੁਆਰਾ, ਉਹ ਕੰਮ ਨਹੀਂ ਆਪਾਂ ਕਰ ਰਹੇ। ਉਹਨੂੰ ਜਾਣ ਵੀ ਨਹੀਂ ਰਹੇ, ਬੁੱਝ ਵੀ ਨਹੀਂ ਰਹੇ। ਕਹਿੰਦੇ ਉਹ ਗੁਰੂ ਤੋਂ ਬਗੈਰ ਜਿਹੜਾ ਹੈਗਾ, ਬ੍ਰਹਮ ਗਿਆਨੀਆਂ ਤੋਂ ਬਗੈਰ ਜਿਹੜਾ ਹੈਗਾ, ਉਹ ਤੱਤ ਵਸਤੂ ਨਹੀਂ ਬੁੱਝੀ ਜਾਏਗੀ। ਤਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਕਹਿੰਦੇ 3 ਗੁਣਾਂ ਦੇ ਵਿੱਚ ਸਾਰਾ ਸੰਸਾਰ ਜਿਹੜਾ ਹੈਗਾ ਸੁੱਤਾ ਪਿਆ ਆ, ਔਰ ਸੁੱਤੇ ਹੀ ਜਿਹੜੀ ਹੈਗੀ ਆ ਉਮਰ ਜਿਹੜੀ ਹੈਗੀ ਆ, ਇਹ ਜੀਵਨ ਜਿਹੜਾ ਮਨੁੱਖੀ ਜੂਨ ਜਿਹੜੀ ਇਹ ਰਾਤ ਜਿਹੜੀ ਹੈਗੀ ਆ, ਸੁੱਤੇ ਪਿਆ ਹੀ ਲੰਘ ਜਾਂਦੀ ਆ। ਆਤਮਿਕ
ਜਿਹੜੀ ਹੈਗੀ ਆ ਜਾਗ ਆਉਂਦੀ ਨਹੀਂ ਇਨਸਾਨ ਨੂੰ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਹੈਗੇ ਉਹ ਜਾਗ ਗਏ, ਜਿਨ੍ਹਾਂ ਦੇ ਮਨ ਦੇ ਵਿੱਚ ਉਹ ਮਾਲਕ ਪਰਮਾਤਮਾ ਵਸ ਗਿਆ, ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਇਹ ਸਾਰਾ ਗਿਆਨ, ਇਹ ਸਾਰਾ ਦਾ ਸਾਰਾ ਗਿਆਨ, ਬ੍ਰਹਮ ਗਿਆਨ ਜਿਹੜਾ ਹੈਗਾ ਉਹ ਤਾਂ ਕੰਮ ਕਰਨ ਨੂੰ ਕਹਿ ਰਿਹਾ, ਉਹ ਤਾਂ ਐਕਸ਼ਨ ਕਰਨ ਨੂੰ ਕਹਿ ਰਿਹਾ ਹੈ। ਉਹ ਤਾਂ ਕਹਿ ਰਿਹਾ ਮਾਲਕ ਪਰਮਾਤਮਾ ਦੇ ਨਾਲ ਪਿਆਰ ਪੈ ਗਿਆ ਤੇ ਮਾਲਕ ਪਰਮਾਤਮਾ ਵੱਲ ਨੂੰ, ਆਤਮਾ ਵੱਲ ਨੂੰ ਯਾਤਰਾ ਕਰੋ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਉਹ ਫਿਰ ਅੰਮ੍ਰਿਤ ਬਾਣੀ ਜਿਹੜੀ ਹੈਗੀ ਆ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਇਹ ਅੰਮ੍ਰਿਤ ਬਾਣੀ ਫਿਰ ਉਹ ਬੋਲਣਾ ਸ਼ੁਰੂ ਕਰਦੇ, ਧਿਆਨ ਸਿਮਰਨ ਨਾਮ ਅਭਿਆਸ ਕਰਨਾ ਸ਼ੁਰੂ ਕਰਦੇ ਆ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਹਾਰਾਜ ਕਹਿੰਦੇ ਆ ਕਿ ਉਹ ਇਨਸਾਨ ਤਤ ਵਸਤੂ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹ ਬੂੰਦ ਸਾਗਰ ਦੇ ਵਿੱਚ ਚਲ ਜਾਂਦੀ ਆ, ਉਹ ਅੰਮ੍ਰਿਤ ਰਸ ਪ੍ਰਾਪਤ ਕਰ ਲੈਂਦਾ ਹੈ, ਨਾਮ ਪਦਾਰਥ ਮਿਲ ਜਾਂਦਾ ਹੈ ਔਰ ਜਨਮ ਮਰਨ ਦੇ ਗੇੜ ਚੋਂ ਬਾਹਰ ਹੋ ਜਾਂਦਾ ਹੈ। ਜਿਹਦੀ ਪਰਮੇਸ਼ਰ ਦੇ ਨਾਲ ਲਿਵ ਲੱਗ ਜਾਏ ਔਰ ਜਿਹਦੀ ਉਮਰ ਜਿਹੜੀ ਮਨੁੱਖੀ ਜੂਨ ਜਿਹੜੀ ਹੈਗੀ ਆ, ਇਹ ਸਵਾਸ ਜਿਹੜੇ ਹੈਗੇ ਇਹ ਜਾਗਦੇ ਹੋਏ ਜਿਹੜੇ ਹੈਗੇ ਆ ਅਰਥਾਤ ਧਿਆਨ ਸਿਮਰਨ ਦੇ ਵਿੱਚ ਜਿਹੜੇ ਹੈਗੇ ਗੁਜ਼ਰਦੇ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਪਹਿਲੀ ਤੁਕ ਦੇ ਵਿੱਚ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਸਿਮਰਤੀਆਂ ਹੈਗੀਆਂ, ਸ਼ਾਸਤਰ ਹੈਗੇ ਆ ਔਰ ਜਿਹੜੇ ਕਰਮਕਾਂਡੀ ਲੋਕ ਹੁੰਦੇ ਨੇ ਉਹ ਪੁੰਨ ਤੇ ਪਾਪ ਜੁਲਝੇ ਰਹਿੰਦੇ ਆ, ਉਹਨਾਂ ਨੂੰ ਵਿਚਾਰ ਕਰਦੇ ਰਹਿੰਦੇ ਆ ਪਰ ਤੱਤ ਸਾਰ ਨਹੀਂ ਜਾਣਦੇ। ਇਹੋ ਨਹੀਂ ਸਾਹਿਬ, ਇਹੀ ਮਤਲਬ ਹੈ। ਹਾਂ, ਔਰ ਸਿਮਰਤ ਸ਼ਾਸਤਰ ਜਿਹੜਾ ਖਾਲੀ ਇਕੱਲੇ ਸਿਮਰਤ ਸ਼ਾਸਤਰ ਨਹੀਂ, ਸਾਰੇ ਦੁਨੀਆ ਭਰ ਦੇ ਸਾਰੇ ਗਿਆਨ ਲੈ ਲਓ, ਸਾਰੇ ਗ੍ਰੰਥ ਲੈ ਲਓ, ਇਕੱਠੇ ਕਰ ਲਓ। ਬਸ ਉਹਨਾਂ ਨੂੰ ਜੇ ਆਪਾਂ ਜਿਹੜੇ ਹੈਗੇ ਤੱਤ ਵਸਤੂ ਨਹੀਂ ਬੁੱਝਾਂਗੇ ਤੇ ਬਸ ਪਾਪ ਪੁੰਨ ਦੇ ਵਿੱਚ ਹੀ ਵਿਚਾਰਦੇ ਰਵਾਂਗੇ, ਇਹਦੇ ਵਿੱਚ ਹੀ ਪੈ ਜਾਾਂਗੇ ਬਸ। ਹਾਂਜੀ, ਇਹ ਸਾਧ ਸੰਗਤ ਦੀ ਛੋਟਾ ਜਿਹਾ ਹਿੱਸਾ ਵਾ, ਇਹ ਹੋਲ ਨਹੀਂ ਹੈਗਾ। ਇਹ ਜੀਵਨ ਦਾ ਅਧਿਆਤਮਿਕ ਸਫ਼ਰ ਆ, ਉਹਦਾ ਇੱਕ ਛੋਟਾ ਜਿਹਾ ਹਿੱਸਾ ਵਾ ਪਾਪ ਤੇ ਪੁੰਨ। ਔਰ ਇਹਦਾ ਮਤਲਬ ਨਹੀਂ ਹੈ ਕਿ ਪੁੰਨ ਕੀਤਿਆਂ ਕੋਈ ਬੜੀ ਵੱਡੀ ਗੱਲ ਹੋ ਜਾਂਦੀ ਹੈ। ਇੱਕ ਜਸਟ ਇੱਕ ਛੋਟਾ ਜਿਹਾ ਹਿੱਸਾ, ਇਹ ਬਾਈ ਪ੍ਰੋਡਕਟ, ਇੱਕ ਗੁਣ ਆ ਸਾਡੇ ਅੰਦਰ ਅੰਤਰਾਕਰਨ ਚ। ਹਾਂਜੀ, ਇਹਦੇ ਵਿੱਚ ਨਾ ਐਕਚੁਅਲੀ ਗੁਰਕੀ ਸਾਹਿਬ ਜਿਹੜੇ ਇਹ ਪੁੰਨ ਪਾਪ ਜਿਹੜਾ ਹੈ ਨਾ, ਪੁੰਨ ਪਾਪ ਦਾ ਮਤਲਬ ਹੈਗਾ ਆਪਾਂ ਜਿਹੜੇ ਹੈਗੇ ਇਹ ਸੰਸਾਰ ਦੇ ਵਿੱਚ ਆਕਾਰ ਦੇ ਵਿੱਚ ਜਿਹੜੇ ਹੈਗੇ ਇਹਦੇ ਵਿੱਚ ਹੀ ਗਤੀ ਕਰੀ ਜਾ ਰਹੇ ਆ। ਬਸ ਇਹਦੇ ਪੁੰਨ ਪਾਪ ਜਿਹੜਾ ਇਹ ਸੰਸਾਰ ਨੂੰ ਡੀਲ ਕਰਦੇ ਆ, ਜੋ ਵੀ ਆ ਚੰਗਾ ਕਰਮ ਆ ਮੰਦਾ ਕਰਮ ਆ, ਬਸ ਇਹਦੇ ਨਾਲ ਜਿਹੜਾ ਹੈਗਾ। ਔਰ ਤੱਤ ਵਸਤੂ ਇਸ ਚੋਂ ਨਿਕਲਣ ਵਾਲਾ ਤਾਂ ਕਾਰਵਾਈ ਕਰ ਹੀ ਨਹੀਂ ਰਹੇ, ਆਪਾਂ ਤਾਂ ਸੰਸਾਰ ਦੇ ਵਿੱਚ ਰਹਿਣ ਦੀ ਕਾਰਵਾਈ ਕਰ ਰਹੇ ਹਾਂ। ਬਸ ਪੁੰਨ ਪਾਪ ਦਾ ਮਤਲਬ ਇਹ ਹੈਗਾ, ਕਿਉਂਕਿ ਐਕਸ਼ਨ ਤਾਂ ਕਰਾਂਗੇ ਨਾ ਕੋਈ ਨਾ ਕੋਈ, ਉਹਨੂੰ ਕੈਟੇਗਰਾਈਜ਼ ਕਰ ਲਓ, ਜਾਂ ਤਾਂ ਪੁੰਨ ਹੋਏਗਾ ਜਾਂ ਪਾਪ ਹੋਏਗਾ, ਦੋਨਾਂ ਦੇ ਵਿੱਚ ਕੋਈ ਨਾ ਕੋਈ ਐਕਸ਼ਨ ਤਾਂ ਹੋਏਗੀ। ਹਾਂ, ਉਹ ਅਸਲ ਚ ਨਿਜਾ ਸਾਹਿਬ ਉਹ ਕਹਿੰਦੇ ਆ ਕਿ ਆਪ ਬਿਮਾਰੀ ਨੂੰ ਨਾ ਵੇਖੋ, ਬਿਮਾਰੀ ਦੇ ਕਾਰਨ ਨੂੰ ਲੱਭੋ। ਕਾਰਨ ਤੇ ਇਹੋ ਹੀ ਆ ਕਿ ਅਸੀਂ ਜਿਹੜੇ ਆ ਅਸੀਂ ਪੁਰਸ਼ ਤੋਂ ਅਲੱਗ ਹੋ ਕੇ ਆਪਣੀ ਹਉਮੈ ਦੇ ਕਰਕੇ ਆਪਣੀ ਹੋਂਦ ਬਣਾ ਲਈ ਆ। ਔਰ ਜਦੋਂ ਅਸੀਂ ਆਪਣੀ ਹੋਂਦ ਬਣਾਉਂਦੇ ਤੇ ਨਿਜਾ ਸਾਹਿਬ ਇਹ ਸਾਰੀਆਂ ਚੀਜ਼ਾਂ ਚ ਅਸੀਂ ਗੁਆਚਦੇ ਹਾਂ। ਹੁਣ ਆਮ ਬੰਦਾ ਵੀ ਸਧਾਰਨ ਤੌਰ ਤੇ ਉਹ ਪੁੰਨ ਪਾਪ ਚ ਉਲਝਿਆ, ਔਰ ਕਈ ਲੋਕ ਧਰਮ ਦੇ ਉੱਪਰ ਵੀ ਐਸੇ ਕਰਮ ਕਰਦੇ ਨੇ ਪਰ ਉਹ ਸੋਚਦੇ ਕਿ ਪੁੰਨ ਆ। ਹੁਣ ਕਈ ਧਰਮਾਂ ਚ ਵੇਖੋ ਉਹਨਾਂ ਨੇ ਜ਼ਬਰਦਸਤੀ ਲੋਕਾਂ ਨੂੰ ਆਪਣੇ ਧਰਮ ਤੇ ਪਰਿਵਰਤਨ ਕਰਤਾ, ਉਹਨਾਂ ਦੇ ਲਈ ਨਿਜਾ ਸਾਹਿਬ ਉਹ ਵੀ ਤਾਂ ਪੁੰਨ ਹੀ ਆ। ਹੁਣ ਆਮ ਵੇਖ ਲੋਕੀ, ਪਰ ਅਸਲ ਦੇ ਵਿੱਚ ਜਿਹੜਾ ਨਾ ਇਹ ਬਾਹਰੀ ਚੀਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਧਰਮ ਦਾ। ਧਰਮ ਤੇ ਸਾਡੀ ਇੱਕ ਮਾਨਸਿਕ ਸਥਿਤੀ ਹੈ, ਇੱਕ ਸਿਸਟਮ ਹੈ। ਔਰ ਸਿਸਟਮ ਜਿਹੜਾ ਹੈ ਨਾ, ਦੇਖੋ ਇਹ 'ਚ ਦੋ ਤਰੀਕੇ ਆ। ਜੇ ਤੇ ਆਪਾਂ ਉਸ ਸਿਸਟਮ ਨੂੰ ਬਾਈ ਫੋਰਸਲੀ ਕਰਦੇ ਹਾਂ ਤੇ ਉਹ ਹੈਗਾ ਪਰਾਲੀ ਬੀਜਦੀ ਤੇ ਝੋਨਾ ਪ੍ਰਾਪਤ ਕਰਨ ਵਾਲਾ ਕੰਮ ਹੈ। ਅਸਲ ਦੇ ਵਿੱਚ ਜਦੋਂ ਸਾਡਾ ਅੰਤਰਾਕਰਨ ਸ਼ੁੱਧ ਹੋ ਜਾਂਦਾ ਨਾ ਤੇ ਸਾਡੀ ਜ਼ਿੰਦਗੀ 'ਚ ਚੰਗਿਆਈ ਆਪਣੇ ਆਪ ਹੀ ਆ ਜਾਣੀ ਹੈ। ਜੇਕਰ ਤੁਸੀਂ ਸਹੀ ਤਰੀਕੇ ਨਾਲ ਤਨੋ ਤੇ ਮਨੋ ਤੇ ਤਨੋ ਤੁਸੀਂ 2-2.5 ਮਹੀਨੇ ਸਾਧਨਾ ਕੀਤੀ ਨਾ, ਤੁਹਾਡਾ ਜੀਵਨ ਜਿਹੜਾ ਨਾ ਫਰਸ਼ ਤੋਂ ਅਰਥ ਤੇ ਚੱਲ ਜਾਣਾ, ਗਰੰਟਿਡ। ਉਹਦੇ 'ਚ ਕੋਈ ਮਤਲਬ
ਦੋ ਰਹਿ ਨਹੀਂ ਹੈਗੀਆਂ। ਭਗਤੀ ਬਹੁਤ ਪਾਵਰਫੁਲ ਚੀਜ਼ ਹੈ। ਔਰ ਨਿਰਗੁਣ ਬ੍ਰਹਮ ਦੀ ਜਦੋਂ ਬੰਦਾ ਭਗਤੀ ਕਰਦਾ ਹੈ ਨਾ, ਜਿਹੜੀ ਯੂਨੀਵਰਸ ਦੇ ਵਿੱਚ ਜਿਹੜੀ ਪੋਜ਼ਿਟਿਵ એનર્ਜੀ ਹੈ ਨਾ, ਪੋਜ਼ਿਟਿਵ એનર્ਜੀ, ਬੜੀ ਪਿਓਰ એનર્ਜੀ, ਉਹ ਸਿੱਧੀ ਤੁਹਾਡੇ ਤੇ ਅਟੈਕ ਕਰਦੀ ਔਰ ਤੁਹਾਨੂੰ ਚੁੱਕਦੀ ਆ। ਕਿਉਂਕਿ ਤੁਹਾਡੀ ਫਿਰ ਹਾਰ ਹੋ ਜਾਵੇ ਤਾਂ ਬੜੀ ਮਾੜੀ ਚੀਜ਼ ਹੈ ਬ੍ਰਹਮ ਲਈ। ਅਬ ਜਸਟ ਸੋਚੋ, ਕੁਦਰਤ ਚਾਹੁੰਦੀ ਇੱਥੇ ਗੰਦ ਪਵੇ ਧਰਤੀ ਤੇ ਨਿਜਰ ਸਾਹਿਬ? ਬਿਲਕੁਲ ਨਹੀਂ। ਕੁਦਰਤ ਖੁਦ ਚਾਹੁੰਦੀ ਕਿ ਸੱਚ ਉੱਪਰ ਆਵੇ, ਸੱਚ ਨੂੰ ਪ੍ਰਗਟ ਕਰੋ। ਪਰ ਗੁਰੂਆਂ ਨੇ ਪ੍ਰਗਟ ਕੀਤਾ ਹੈ, ਕੀਮਤ ਦਿੱਤੀ ਉਹਨਾਂ ਨੇ, ਰੀਚ ਨਹੀਂ ਉਹ ਪ੍ਰਗਟ ਹੁੰਦਾ। ਕਿਉਂਕਿ ਉਹ ਜੋ ਸੱਚ ਨੂੰ ਪ੍ਰਗਟ ਕਰਨਾ ਹੈ, ਨੁਕਸਾਨ ਹੋਣਾ ਹੈ। ਉਹ ਸੱਚ ਫਰੀ ਚ ਨਹੀਂ ਆਉਂਦਾ, ਉਹਦੀ ਦੀ ਕੀਮਤ ਹੈਗੀ ਹੈ। ਹਾਂ, ਹੋਰ ਕੰਮ ਕਰੋਗੇ ਤਾਂ ਉਹਦੇ ਬਦਲੇ ਤੁਹਾਨੂੰ ਪੈਸਾ ਮਿਲੂਗਾ, ਤੁਹਾਨੂੰ ਬੈਨੀਫਿਟ ਮਿਲੂਗਾ। ਪਰ ਜਿੱਥੇ ਸੱਚ ਨੂੰ ਲਿਆਓਗੇ, ਉਹ ਹੋ ਸਕਦਾ ਤੁਹਾਡਾ 2-2.5 ਘੰਟੇ ਦਾ ਨੁਕਸਾਨ ਹੋਵੇ, ਤੁਹਾਡੇ $150-60 ਘੱਟ ਜਾਣ। ਕਿਉਂਕਿ ਇਹ ਵੀ ਤੇ ਨਹੀਂ ਹੋ ਸਕਦਾ ਕਿ ਮੈਂ ਕਿਸੇ ਦੀ ਪੰਡ ਚੁਕਾ ਦਾਂ ਤੇ ਮੇਰਾ ਜ਼ੋਰ ਵੀ ਨਾ ਲੱਗੇ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ ਜੀ। ਹੈਂ, ਏਦਾਂ ਤੇ ਨਹੀਂ ਹੋ ਸਕਦਾ। ਹੁਣ ਮੈਂ ਕਿਸੇ ਦੀ ਪੰਡ ਚੁਕਾਵਾਂਗਾ, ਜ਼ੋਰ ਲੱਗਣਾ ਹੈ ਮੇਰਾ। ਚੰਗਿਆਈ ਕਰਨ ਜਾਵਾਂਗੇ, ਜ਼ੋਰ ਲੱਗਣਾ ਹੈ ਤੁਹਾਡਾ। ਹੁਣ ਤੁਹਾਡੇ ਵਿੱਚੋਂ ਪੈਸਾ ਵੀ ਨਾ ਜਾਵੇ, ਅਗਲੇ ਨੂੰ ਬੂਟ ਵੀ ਲੈ ਕੇ ਦੇ ਦਿਓ, ਜੁੱਤੀਆਂ ਲੈ ਕੇ ਦੇ ਦਿਓ, ਮਹੀਨੇ ਦੀ ਬੱਚੇ ਦੀ ਸਕੂਲ ਦੀ ਫੀਸ ਦੇ ਦਿਓ, ਉਹਦੇ ਲਈ ਖਰਚਾ ਲੱਗਣਾ ਵਾ। ਕਿਸੇ ਨੂੰ ਕੱਪੜਾ ਲੈ ਦਿਓ। ਸੋ ਅਗਰ ਆਪਾਂ ਕੁਛ ਵੀ ਨਹੀਂ ਕਰ ਸਕਦੇ, ਆਪਣੇ ਕੋਲ ਪੈਸੇ ਨਹੀਂ ਹੈਗੇ ਮੰਨ ਲਓ, ਪਰ ਇੱਕ ਕੰਮ ਕਰ ਸਕਦੇ ਹਾਂ, ਉਹਨੂੰ ਨਮਸਕਾਰ ਕਰ ਸਕਦੇ ਹਾਂ, ਸਤਿ ਸ੍ਰੀ ਅਕਾਲ ਕਹਿ ਸਕਦੇ ਹਾਂ, ਗੁੱਡ ਮਾਰਨਿੰਗ ਕਹਿ ਸਕਦੇ ਹਾਂ, ਗੁੱਡ ਇਵਨਿੰਗ ਕਹਿ ਸਕਦੇ ਹਾਂ, ਆਪਣੇ ਮੂੰਹ ਚੋਂ ਚੰਗੇ ਲਫ਼ਜ਼ ਬੋਲ ਸਕਦੇ, ਕੁਛ ਤਾਂ ਕੁਛ ਤੇ ਦੇ ਸਕਦੇ ਹਾਂ। ਬਾਣੀ ਤੇ ਉਹ ਕਹਿੰਦੀ ਕੁਛ ਤੇਰੇ ਕੋਲ ਹੈਗਾ ਤੇ ਤੇਰੇ ਕੋਲ ਕੁਛ ਵੀ ਨਹੀਂ ਹੈਗਾ ਤੇ ਕਮ ਸੇ ਕਮ ਮੂੰਹ ਚੋਂ ਕੁਝ ਚੰਗੇ ਲਫ਼ਜ਼ ਤੇ ਬੋਲ। ਕੁਛ ਸੰਸਾਰ ਚ ਤੂੰ ਆਇਆ, ਇੱਕ ਦਿਨ ਸੰਸਾਰ ਤੇ ਤੈਨੂੰ ਜਾਣਾ ਪੈਣਾ, ਕਲੀਅਰ ਹੈ, ਇਹਦੇ ਚ ਕੋਈ ਡਾਊਟ ਨਹੀਂ ਹੈਗਾ। ਬੜੇ ਤੁਰਕਮ ਖਾਨ ਆਏ, ਸਾਰੇ ਗਏ, ਪਰ ਤੂੰ ਸੰਸਾਰ ਤੇ ਆਇਆ ਹੈ, ਕਮ ਸੇ ਕਮ ਕੁਛ ਏਦਾਂ ਦਾ ਮੈਸੇਜ ਤੇ ਕਨਵੇ ਕਰ ਜਾ, ਕੁਝ ਚੰਗੀ ਚੀਜ਼ ਛੱਡ ਕੇ ਜਾ, ਕੁਛ ਇਸ ਸੰਸਾਰ ਚ ਇਹਦੇ ਲਈ ਇਹਨੂੰ ਡਿਵੈਲਪ ਕਰਕੇ ਜਾ, ਨਾ ਕਿ ਡਾਊਨਗ੍ਰੇਡ ਕਰਕੇ ਜਾ। ਹੁਣ ਆਪਾਂ ਕਥਾ ਦੀ ਕੋਈ ਵਿਆਖਿਆ ਕਰਦੇ ਹਾਂ, ਟਾਈਮ ਹੈਗਾ ਆਪਣੇ ਕੋਲ। ਸਭ ਤੋਂ ਵੱਡੀ ਜਿਹੜੀ ਸਾਡੀ ਰਿਸਪੌਂਸਿਬਿਲਿਟੀ ਹੈ, ਉਹ ਹੈ ਤੱਤ ਨੂੰ ਸਮਝਣਾ, ਬ੍ਰਹਮ ਨੂੰ ਸਮਝਣਾ। ਔਰ ਜੋ ਵੀ ਕੁਝ ਆਪਾਂ ਜੀਵਨ ਚ ਕਰਦੇ ਹਾਂ, ਉਹ ਇੰਪੋਰਟੈਂਟ ਹੈਗਾ ਬੱਚਿਆਂ ਦੀ। ਨਿੰਜਰ ਸਾਹਿਬ, ਉਹੀ ਪਰਵਰਿਸ਼। ਇਹ ਦੇਖਣ ਨੂੰ ਮਾਮੂਲੀ ਜਿਹੀ ਚੀਜ਼ ਲੱਗਦੀ ਹੈ, ਬੱਚੇ ਦੀ ਪਰਵਰਿਸ਼ ਨਾਲ ਸਾਡਾ ਕੀ ਕਨੈਕਸ਼ਨ ਹੈ? ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਹੀ ਹੈ ਸਾਰਾ ਕੁਝ। ਜਿੰਨਾ ਚਿਰ ਤੱਕ ਆਪਾਂ ਇੱਕ ਚੰਗਾ ਬੱਚਾ ਇਸ ਸੰਸਾਰ 'ਚ ਨਹੀਂ ਲੈ ਕੇ ਆਉਂਦੇ, ਉਹਨਾਂ ਚਿਰ ਤੱਕ ਇਸ ਸੰਸਾਰ ਦੇ ਵਿੱਚ ਲੋਕਾਂ ਦਾ ਜਿਹੜਾ ਮੋਰਲ ਹੈ ਉਹ ਉੱਚਾ ਨਹੀਂ ਹੋ ਸਕਦਾ। ਕਿਉਂਕਿ ਬੱਚਾ ਇਨਸਾਨ ਦੇ ਬੱਚੇ ਨੂੰ ਬਣਨ ਦੇ ਲਈ 18-19 ਸਾਲ ਲੱਗ ਜਾਂਦੇ ਨੇ। ਵੈਸੇ 18-19 ਸਾਲ ਤੋਂ ਲੈ ਲਓ 12-13 ਸਾਲ ਸਾਡੇ ਕੋਲ ਰਹਿੰਦਾ ਹੈ। ਹੁਣ ਆਪ ਜੀ ਦੱਸੋਗੇ ਕਿ ਅਸੀਂ ਬੱਚੇ ਨੂੰ ਕਿੱਦਾਂ ਸੁਧਾਰ ਦਈਏ? ਸੁਧਾਰ ਸਕਦੇ ਹਾਂ ਆਪਾਂ ਛੋਟੇ ਬੱਚੇ, ਜੇਕਰ ਆਪਾਂ ਬੱਚਾ ਪੈਦਾ ਕਰਨ ਤੋਂ ਪਹਿਲਾਂ ਹੀ ਸੋਚੀਏ ਨਾ ਕਿ ਬੱਚਾ ਧਰਤੀ ਤੇ ਲੈ ਕੇ ਆ ਰਹੇ ਹਾਂ ਤੇ ਉਹਦੀ ਪਲੈਨਿੰਗ ਕਰਨੀ ਹੈ। ਹੁਣ ਦੇਖੀਏ ਬਾਜ਼ਾਰੋਂ ਨਿਜਰ ਸਾਹਿਬ, ਆਪਾਂ ਸਬਜ਼ੀ ਖਰੀਦਦੇ ਆ ਨਾ ਮੰਡੀ ਚੋਂ ਜਾ ਕੇ। ਮੇਰੀ ਆਵਾਜ਼ ਆ ਰਹੀ ਨਿਜਰ ਸਾਹਿਬ? ਹਾਂਜੀ ਬਿਲਕੁਲ ਆ ਰਹੀ ਹੈ ਜੀ। ਆਪਾਂ ਮੰਡੀ ਚੋਂ ਸਬਜ਼ੀ ਲੈ ਕੇ ਆਉਂਦੇ ਆ ਕਿ ਆਪਾਂ ਉਦਾਂ ਹੀ ਧਰ ਦਿੰਦੇ ਆ ਕਿ ਆਪਾਂ ਉਹਨੂੰ ਸਾਫ਼ ਸੁਥਰੀ ਕਰਦੇ ਆ, ਸਫਾਈ ਕਰਦੇ ਆ, ਕੀੜਾ ਮਕੌੜਾ ਕੱਢ ਕੇ ਫੇਰ ਉਹਨੂੰ ਧਰਦੇ ਆ ਆਪਾਂ? ਬਿਲਕੁਲ ਸਾਫ਼ ਸੁਥਰੀ ਕਰਕੇ ਹੀ ਉਹਨੂੰ ਯੂਜ਼ ਕਰਦੇ ਆ। ਇਹਦਾ ਮਤਲਬ ਕੁਛ ਕਰਦੇ ਆ ਆਪਾਂ ਕਿ ਉਹਨੂੰ ਕੁਛ ਕਰਦੇ ਆ ਨਾ ਆਪਾਂ? ਬਿਲਕੁਲ ਇਸੇ ਤਰ੍ਹਾਂ ਹੀ ਬੱਚਾ ਵਾ। ਬੱਚਾ ਜਿਹੜਾ ਵਾ, ਬੱਚਾ ਜਿੱਦਾਂ ਇੱਕ ਅਨਘੜਿਆ ਸਾਨੂੰ ਮਿਲਦਾ ਹੈ, ਵੈਸੇ ਉਹਦਾ ਚਿੱਤ ਜਿਹੜਾ 13-14 ਸਾਲ ਚ ਪ੍ਰਗਟ ਹੋਣਾ ਉਹਦਾ। ਹਾਂ ਗੋਰਖੀ ਸਾਹਿਬ, ਇੱਕ ਨਾ ਹੁਣ ਸੰਗਤ ਕਹਿ ਰਹੀ ਹੈ ਕਿ ਉਹਨਾਂ ਨੂੰ ਮਿਲ ਨਹੀਂ ਰਿਹਾ। ਸੁਖਵਿੰਦਰ ਜਿਹੜੇ ਹੈਗੇ ਆ, ਉਹ ਸੁਖਵਿੰਦਰ ਦਾ ਆ ਰਿਹਾ ਮੈਸੇਜ ਉੱਪਰ ਆ ਰਿਹਾ ਵੀ ਕਨੈਕਟ ਨਹੀਂ ਹੋ ਪਾ ਰਿਹਾ। ਉਹ ਨਿਜਰ ਸਾਹਿਬ ਇੱਕ ਦੋ ਜਿਹੜੇ ਕੇਸਿਸ ਹੈਗੇ ਉਹਨਾਂ ਦਾ ਨੈਟਵਰਕ ਸਲੋ ਆ। ਨਹੀਂ, ਸਟਿਲ ਲਿਮਿਟੇਸ਼ਨ ਇਜ਼ 100 ਪਾਰਟਿਸਿਪੈਂਟਸ ਸੁਖਵਿੰਦਰ ਕਹਿ ਰਿਹਾ ਜੀ। ਉਹ ਤਾਂ ਟੈਲੀਕਾਮ ਡਿਪਾਰਟਮੈਂਟ 'ਚ ਹੀ ਸਾਡੇ ਹੈਗੇ, ਉਹ ਕਹਿੰਦੇ ਕਿ 100 ਤੋਂ ਵੱਧ ਨਹੀਂ ਹੋ ਪਾ ਰਹੇ। ਹੁਣ ਕੱਲ ਤੋਂ ਵੇਖਾਂਗੇ ਜਾਂ ਫਿਰ ਦੂਜਾ ਜ਼ੂਮ ਦੇਖ ਲਿਆ ਕੋਈ। ਹਾਂ, ਕਿਉਂਕਿ ਇਹਦੀ ਲਿਮਿਟ 100 ਦੀ ਹੋਣੀ ਹੈ ਸ਼ਾਇਦ।
ਸੰਗਤ ਜੀ ਕੱਲ ਲਿੰਕ ਪਾ ਦਾਂਗਾ ਮੈਂ ਆਈਫੋਨ ਦਾ ਤੇ ਐਂਡਰੋਇਡ ਦਾ ਨਵਾਂ ਸੌਫਟਵੇਅਰ ਇੰਸਟਾਲ ਕਰ ਲਿਓ ਜ਼ੂਮ। ਇਹਦੇ ਚ ਸਭ ਕੱਲ ਜ਼ੂਮ ਦਾ ਲਿੰਕ ਪਾ ਕੇ ਵੇਖੋ ਭਲਾ। ਪਹਿਲਾਂ ਪਤਾ ਕਰ ਲੈਨੇ ਆ ਆਪਾਂ ਵੀ ਜ਼ੂਮ ਚ ਕਿੰਨੇ ਕੁ ਹੋ ਸਕਦੇ ਆਪਾਂ। ਇਹਦੀ ਅੱਜ ਇਹਦੀ ਉਹ ਕਰਾਂਗੇ ਆਪਾਂ। ਇਹਦੀ ਕੈਪੈਸਿਟੀ ਹੋਈ ਹੈ ਫਿਰ 100 ਹੀ ਹੈ। ਹਾਂ 100 ਹੀ ਹੈ ਇਹਦੀ ਕੈਪੈਸਿਟੀ। 100 ਬੰਦਾ ਲੱਗਿਆ ਸਾਹਿਬ 100 ਬੰਦਾ ਵੀ ਕਿਤੇ ਐਵੇਂ ਹੋ ਜਾਣਾ। ਬਿਲਕੁਲ 100 ਬੰਦਾ ਵੀ ਉਹਨਾਂ ਨੂੰ ਬੜੀ ਵੱਡੀ ਠੀਕ। ਅੱਛਾ ਇੱਥੇ ਸਾਧ ਸੰਗਤ ਜੀ ਇੱਥੇ ਜਦੋਂ ਬੱਚਾ ਪੈਦਾ ਹੋਇਆ ਤੇ ਬਾਣੀ ਸਾਰੀ ਸਾਡਾ ਜੀਵਨ ਦੇ ਬਾਰੇ ਸਾਨੂੰ ਸੁਚੇਤ ਕਰਦੀ ਆ। ਆਪਾਂ ਬੱਚਾ ਕਮ ਸੇ ਕਮ ਚਲੋ ਸਾਡਾ ਜੀਵਨ ਜਿੱਦਾਂ ਦਾ ਲੰਘਣ ਦੇ ਉਹ ਤੇ ਲੰਘ ਹੀ ਜਾਣਾ, ਪਰ ਇਹਦੇ ਬਾਵਜੂਦ ਅਸੀਂ ਇਹ ਸਮਾਜ 'ਚ ਹੈਗੇ ਆ ਔਰ ਆਉਣ ਵਾਲੀ ਨਸਲ ਨੂੰ ਕਿੱਦਾਂ ਆਪਾਂ ਅਪਗ੍ਰੇਡ ਕਰ ਸਕਦੇ ਹਾਂ ਉਹਦੇ ਲਈ ਆਪਾਂ ਵਿਚਾਰ ਕਰਨੀ ਆ। ਬਾਣੀ ਵੀ ਮੈਂ ਬਾਣੀ ਤੇ ਵੀ ਆਉਣਾ 2 ਮਿੰਟ ਬਸ ਮੈਨੂੰ 2 ਮਿੰਟ ਦਿਓ, ਉੱਧਰ ਵੀ ਜਾਂਦੇ ਆ ਕਿਉਂਕਿ ਟੌਪਿਕ ਇਕੱਠਾ ਮੈਂ ਇਹਨੂੰ ਕਲੀਅਰ ਕਰਦਾ। ਜਿੱਥੋਂ ਸਬਜ਼ੀ ਆਪਾਂ ਬਾਜ਼ਾਰੋਂ ਖਰੀਦਦੇ ਆ ਆਪਾਂ ਸਬਜ਼ੀ ਨੂੰ ਸਭ ਤੋਂ ਪਹਿਲਾਂ ਧੋਂਦੇ ਆ, ਧੋ ਕੇ ਸਾਫ਼ ਸੁਥਰੀ ਕਰਦੇ ਆ, ਉਹਨੂੰ ਮਿੱਟੀ ਤੋਂ ਦੂਰ ਕਰਦੇ ਆ, ਧੂਲ ਮਿੱਟੀ ਦੂਰ ਕਰਕੇ ਸਾਫ਼ ਕਰਕੇ ਫਿਰ ਉਹਦੇ ਜਿਹੜੀ ਚੀਜ਼ਾਂ ਨਹੀਂ ਚਾਹੀਦੀਆਂ ਉਹਨੂੰ ਅਲੱਗ ਕਰ ਦਿੰਦੇ ਆ। ਫਿਰ ਉਹਨੂੰ ਜਦੋਂ ਵੱਢਦੇ ਆ ਉਹਦੇ ਅੰਦਰ ਵੇਖਦੇ ਆ ਕੋਈ ਕੀੜਾ ਕੂੜਾ ਤਾਂ ਨਹੀਂ ਹੈਗਾ, ਉਹ ਵੀ ਅਲੱਗ ਕਰਦੇ ਆ। ਇਸੇ ਹੀ ਤਰ੍ਹਾਂ ਜਦੋਂ ਬੱਚਾ ਪੈਦਾ ਹੁੰਦਾ ਹੈ ਉਹ ਇੱਕ ਸਬਜ਼ੀ ਦੇ ਵਾਂਗੂ ਹੁੰਦਾ ਹੈ, ਕੱਚੀ ਸਬਜ਼ੀ ਬਾਜ਼ਾਰੋਂ ਲਿਆਂਦੀ ਮੰਡੀ। ਜੇਕਰ ਉਸ ਬੱਚੇ ਨੂੰ ਏਦਾਂ ਹੀ ਆਪਾਂ ਸੰਸਾਰ 'ਚ ਛੱਡ ਦਿੰਦੇ ਆ, ਆਪਾਂ ਉਹਨੂੰ ਕੋਈ ਸੰਸਕਾਰ ਨਹੀਂ ਦਿੰਦੇ। ਕੱਟਣਾ ਵੱਢਣਾ ਕੀ ਹੈ? ਸੰਸਕਾਰ। ਬੱਚੇ 'ਚ ਸੰਸਕਾਰ ਪਾਉਣੇ ਪੈਂਦੇ, ਬੜਾ ਜ਼ਰੂਰੀ ਹੈ। ਨਹੀਂ ਤੇ ਕੈਸਾ ਬੱਚਾ ਤੁਸੀਂ ਸੰਸਾਰ 'ਚ ਛੱਡ ਦੋਗੇ ਜੇ ਉਹ ਜਦ ਤੱਕ ਉਹ ਧਰਤੀ ਤੇ ਰਹੂਗਾ ਉਹਦੇ ਲਾਗੇ ਰਹਿਣ ਵਾਲੇ ਬੰਦੇ ਸੁਖੀ ਨਹੀਂ ਰਹਿ ਸਕਦੇ। ਇਹ ਗੱਲ ਦਿਮਾਗ 'ਚ ਬੜੀ ਚੰਗੀ ਤਰ੍ਹਾਂ ਸਾਨੂੰ ਸਾਰਿਆਂ ਨੂੰ ਬਿਠਾਉਣੀ ਚਾਹੀਦੀ। ਮੈਂ ਆਪਣੀ ਘਰ ਦੀ ਨੂੰ ਵੀ ਕਹਿ ਦਿੱਤਾ ਕਿ ਅੱਜ ਦੀ ਕਥਾ ਤੁਹਾਨੂੰ ਸੁਣਨੀ ਬਹੁਤ ਧਿਆਨ ਨਾਲ। ਉਹ ਜਿੱਦਾਂ ਸਬਜ਼ੀ ਆਪਾਂ ਬਣਾਈ, ਸਬਜ਼ੀ ਦੇ ਵਿੱਚ ਜਿਹੜੀ ਚੀਜ਼ ਦੀ ਲੋੜ ਨਹੀਂ ਆਪਾਂ ਕੱਟ ਕੇ ਸਾਈਡ ਤੇ ਕਰ। ਉਸ ਤੋਂ ਬਾਅਦ ਨੰਬਰ 2 ਤੇ ਆ ਜਾਂਦਾ ਉਹ 'ਚ ਵੈਲਿਊ ਐਡ ਕਰਨੀ ਪਊਗੀ। ਹੁਣ ਵੈਲਿਊ ਐਡ ਕਿੱਦਾਂ ਕਰੀਦੀ ਆ? ਆਪ ਜੀ ਕਹੋਗੇ ਕਿੱਦਾਂ ਵੈਲਿਊ ਐਡ ਕਰੀਏ ਅਸੀਂ? ਚੰਗੇ ਗੁਣ ਸਿਖਾਉਣੇ ਪੈਣੇ। ਉਹ 'ਚ ਵੈਲਿਊ ਐਡ ਕਰ। ਹਾਂ ਚੰਗੇ ਗੁਣ ਸਿਖਾਉਣੇ। ਹੁਣ ਚੰਗੇ ਗੁਣਾਂ ਦੀ ਕੀਮਤ ਕੀ ਹੁੰਦੀ? ਹੁਣ ਤੁਸੀਂ ਬਾਜ਼ਾਰ ਜਾਓਗੇ ਨਾ, ਆਵੇਂ ਰਾਜਸਥਾਨ ਤੇ ਵਗੈਰਾ ਕਪਾਹ ਮਿਲਦੀ 70-80 ਰੁਪਏ 100-150 ਰੁਪਏ ਕਿਲੋ ਕਪਾਹ ਹੁੰਦੀ ਹੈ। ਪਰ ਜਦੋਂ ਉਹ 'ਚ ਵੈਲਿਊ ਐਡ ਹੋ ਜਾਂਦੀ ਨਾ, ਉਸੇ ਕਾਟਨ ਨੂੰ ਜਦੋਂ ਆਪਾਂ ਫੈਕਟਰੀ 'ਚ ਲੈ ਕੇ ਜਾਂਦੇ ਹਾਂ ਧਾਗਾ ਬਣਦਾ, ਫਿਰ ਉਹਦੇ ਕੱਪੜੇ ਬਣਦੇ, ਉਹ ਜਿਹੜਾ 1 ਕਿਲੋ ਕਪਾਹ ਨਾ ਉਹਦੀ ਹਜ਼ਾਰਾਂ ਰੁਪਏ ਕੀਮਤ ਬਣ ਜਾਂਦੀ। ਕਿਉਂ ਬਣ ਗਈ? ਵੈਲਿਊ ਐਡ ਕਰਤੀ ਉੱਤੇ, ਉਹਨੂੰ ਕਲਰ ਕਰਤਾ, ਉਹਦਾ ਕੱਪੜਾ ਬਣ ਗਿਆ। ਉਹ ਔਰ ਉਹ ਕੱਪੜਾ ਉਹ ਜੇ ਕੋਈ ਕੰਪਨੀ ਦਾ ਸਟਿੱਕਰ ਲਾਤਾ ਉਹਦੀ ਹੋਰ ਵੈਲਿਊ ਐਡ ਹੋ ਗਈ, ਉਹ ਹੋਰ ਮਹਿੰਗਾ ਹੋ ਗਿਆ। ਸੋ ਇੱਕ ਉਹ ਜਿਹੜਾ ਨਾਰਮਲ ਜਿਹਾ ਕੱਪੜਾ ਜਿਹਦੀ ਕੀਮਤ 100 ਰੁਪਇਆ 50 ਰੁਪਇਆ 80 ਰੁਪਇਆ 150-200 ਰੁਪਏ ਜਿੰਨਾ ਵੀ ਮੈਨੂੰ ਨਹੀਂ ਪਤਾ, ਪਰ ਜਿੰਨੀ ਵੀ ਕੀਮਤ ਉਹਦੀ ਉਹਦੀ ਕੀਮਤ ਹਜ਼ਾਰਾਂ ਰੁਪਏ ਹੋ ਗਈ। ਹੈ ਉਹ ਕੱਪੜਾ। ਇਸੇ ਤਰ੍ਹਾਂ ਬੱਚੇ ਦੇ ਵਿੱਚ ਸੰਸਕਾਰ ਜਿਹੜਾ ਬੰਦਾ ਜੀਵ ਆ ਆਪਾਂ ਐਡ ਕਰ ਸਕਦੇ ਹਾਂ। ਔਰ ਐਡ ਕਰਨ ਦਾ ਬੜਾ ਸੌਖਾ ਤਰੀਕਾ ਨਹੀਂ ਹੈਗਾ। ਜਿਵੇਂ ਇਹ ਵੀ ਸੱਚ, ਜੇ ਮਾਂ ਪਿਓ ਕਾਮ 'ਚ ਫਸੇ ਆ ਤੇ ਇਹ ਸੋਚੀਏ ਕਿ ਸਾਡੇ ਬੱਚੇ ਕਾਮ ਤੋਂ ਮੁਕਤ ਹੋ ਜਾਣ, ਝੂਠ ਹੋਵੇਗਾ। ਮਾਂ ਪਿਓ ਕ੍ਰੋਧ 'ਚ ਫਸੇ ਨੇ, ਇਹ ਸੋਚੀਏ ਕਿ ਬੱਚੇ ਸਾਡੇ ਕ੍ਰੋਧ ਤੋਂ ਮੁਕਤ ਹੋ ਜਾਣ, ਇਹ ਵੀ ਝੂਠ ਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜੇਕਰ ਮਾਂ ਪਿਓ ਇਹਨਾਂ 'ਚ ਫਸੇ ਨੇ, ਉਹ ਬੱਚੇ ਉਹ ਚੀਜ਼ ਨੂੰ ਉਹਨਾਂ ਨੇ ਸਪੰਜ ਵਾਂਗੂ ਆਬਜ਼ਰਵ ਕਰਨਾ ਇਹਨਾਂ ਨੂੰ। ਕਿਉਂਕਿ ਦੇਖੋ ਇੱਕ ਬੱਚਾ, ਉਹਦੇ ਸਾਹਮਣੇ ਆਪਾਂ 15-16 ਸਾਲ ਗਾਲਾਂ ਕੱਢ ਕੇ ਗੱਲਾਂ ਕੀਤੀਆਂ ਨੇ, ਗਾਲਾਂ ਕੱਢੀ ਜਾਂਦੇ ਆ, ਗੱਲਾਂ ਕਰਦੇ ਆ ਮੂੰਹ ਤੋਂ, ਔਰ 16 ਸਾਲਾਂ ਬਾਅਦ ਅਸੀਂ ਸੋਚੀਏ ਕੋਈ ਬੱਚਾ ਗਾਲਾਂ ਨਾ ਕੱਢੇ, ਨੀਚੇ ਸਭ ਇਹ ਹੋ ਸਕਦਾ? ਬਿਲਕੁਲ ਨਹੀਂ। ਕਿਤੇ ਉਹ ਬੱਚੇ ਦੇ ਦਿਮਾਗ 'ਚ ਬੜਾ ਗਹਿਰਾ ਚੱਲ ਗਿਆ ਉਹ ਹੈ। ਹੁਣ ਇੱਕ ਬੱਚੇ ਦੇ ਸਾਹਮਣੇ ਆਪਾਂ ਜਿੱਦਾਂ ਦੀ ਇਮੇਜ ਸਥਾਪਿਤ ਕਰਦੇ ਆ, ਜੇ ਅਸੀਂ ਲੋਕਾਂ ਦੀ ਚੁਗਲੀ ਕਰਦੇ ਆ ਆਪਣੇ ਬੱਚਿਆਂ ਦੇ ਸਾਹਮਣੇ, ਉਹ ਬੱਚੇ ਸਾਨੂੰ ਵੇਖਦੇ ਪਏ ਆ। ਉਹ ਸੀਸੀ ਕੈਮਰੇ ਵਾਂਗੂ ਆ। ਮੈਂ ਤੇ ਮਹਿਸੂਸ ਕਰਦਾ ਛੋਟੇ 3-4 2-3 ਕੈਮਰੇ ਲੱਗੇ ਹੋਏ ਨੇ ਤੁਹਾਡੇ ਘਰ, ਜਿਹੜੀ ਤੁਹਾਡੀ ਇੱਕ ਮੂਵਮੈਂਟ ਨੂੰ ਵੇਖਦੇ ਪਏ। ਔਰ ਜੇਕਰ ਹਸਬੈਂਡ ਵਾਈਫ ਲੜਦੇ ਪਏ, ਲੜਨਾ ਜ਼ਰੂਰੀ ਆ, ਪਰ ਕਈ ਵਾਰੀ ਨਾ ਬਿਨਾਂ ਮਤਲਬ ਤੇ ਲੜਾਈ। ਹੁਣ ਜਿਹੜੀ ਟ੍ਰੈਫਿਕ ਲਾਈਟ ਸਾਨੂੰ ਕੀ ਸਿਖਾਉਂਦੀ ਆ? ਸਾਨੂੰ ਇੱਕ ਚੀਜ਼ ਸਿਖਾਉਂਦੀ ਹੈ ਕਿ ਸੱਜਣਾ ਕਈ ਵਾਰ ਦੂਜੇ ਨੂੰ ਵੀ ਲੰਘਣ ਦੇ। ਜ਼ਰੂਰੀ ਨਹੀਂ ਹੈ ਕਿ ਤੂੰ ਕਾਰ ਤੇ ਬੈਠਾ ਤੇ ਦੁਨੀਆ ਭੁੱਲ ਜਾਏ। ਬੇਸ਼ੱਕ ਤੇਰੇ ਕੋਲ ਕਰੋੜ ਰੁਪਏ ਦੀ ਕਾਰ ਹੈ, ਤੂੰ ਘਰ ਦਾ ਹੈਡ ਆ, ਤੂੰ
ਤੂੰ ਘਰ ਦਾ ਮਾਲਕ ਹੈ, ਤੂੰ ਸਾਰੀ ਕਮਾਈ ਕਰਦਾ ਹੈ, ਆ ਸਾਰਾ ਕੁਝ ਤੂੰ ਲਿਆ ਹੈ, ਪਰ ਇਹਦੇ ਬਾਵਜੂਦ ਵੀ ਦੂਜਿਆਂ ਦਾ ਵੀ ਹੱਕ ਹੈਗਾ ਉਹਨਾਂ ਨੂੰ ਵੀ ਸੜਕ ਕ੍ਰਾਸ ਕਰਨ ਦੀ, ਉਹਨਾਂ ਨੂੰ ਵੀ ਤੇਰੀ ਗੱਲ ਕੱਟਣ ਦਾ ਹੱਕ ਹੈਗਾ। ਉਹ ਵੀ ਇਨਸਾਨ ਹੈਗੇ ਨੇ, ਤੂੰ ਨਹੀਂ ਕਿ ਹਰ ਇੱਕ ਦੀ ਗੱਲ ਕੱਟੀ ਜਾ। ਸਹੀ ਹੈ ਨਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਇਹਦਾ ਮਤਲਬ ਕਿ ਟ੍ਰੈਫਿਕ ਦੀ ਲਾਈਟ ਹੈਗੀ ਧਰਮ। ਧਰਮ ਦਾ ਮਤਲਬ ਕਿ ਕੁਝ ਚੀਜ਼ਾਂ ਜਿਹੜੀਆਂ ਸਾਡੇ ਜੀਵਨ 'ਚ ਨੇ, ਔਰ ਅਸੀਂ ਮੰਨ ਲਾ ਮੈਂ ਧੱਕਾ ਕਰੀ ਜਾਂਦਾ, ਪਰ ਇੱਕ ਸਮਾਂ ਆਊਗਾ ਉਹ ਜਿਹੜਾ ਮੈਂ ਧੱਕਾ ਕਰੀ ਜਾਂਦੇ ਨਾ ਉਹਨੇ ਮੇਰੇ ਨਾਲ ਬਾਉਂਸ ਹੋਣਾ, ਵਾਪਸ ਆਉਣਾ ਰਿਵਰਸ ਹੋ ਕੇ। ਕਿਉਂਕਿ ਦੇਖੋ ਆਪ ਜੀ ਇੱਕ ਚੀਜ਼ ਨੂੰ ਜਸਟ ਐਕਸਪੈਰੀਮੈਂਟ ਕਰਨਾ, ਆਪ 2-3 ਮਹੀਨੇ ਲੋਕਾਂ ਦੀ ਚੁਗਲੀ ਕਰਨੀ ਬੰਦ ਕਰ ਦਿਓ। 2 ਮਹੀਨਿਆਂ ਬਾਅਦ ਤੁਸੀਂ ਖੁਦ ਕਹੋਗੇ ਕਿ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਤੁਸੀਂ ਧਰਤੀ ਤੇ ਰਹਿੰਦੇ ਜੋ। ਇਹ ਸਾਡੀ ਵਾਈਬ੍ਰੇਸ਼ਨ ਹੀ ਲੋਕਾਂ ਕੋਲ ਜਾਂਦੀ ਹੈ, ਸਾਰਾ ਤੇ ਬ੍ਰਹਮ ਹੈਗਾ। ਆਪਾਂ ਇਸ ਨੂੰ ਦੇਖੀਏ, ਜਦੋਂ ਆਪਾਂ ਕਿਸੇ ਦੀ ਗੱਲ ਕਰਦੇ ਆ ਨਾ ਉਹਦੀ ਉਸ ਜੇ ਮੰਨ ਲਓ ਪ੍ਰਮਾਤਮਾ ਦੇ ਕਰੇ ਕਿਸੇ ਦੇ ਘਰ ਕੋਈ ਏਦਾਂ ਦੀ ਮੁਸੀਬਤ ਆ ਗਈ, ਔਰ ਚਲੋ ਧੀ ਪੁੱਤ ਜਾਂ ਪਤਨੀ ਜਾਂ ਪਤੀ ਕੋਈ ਮਾੜਾ ਹੋ ਗਿਆ, ਉਸ ਬੰਦੇ ਦੀ ਜਦੋਂ ਉਹ ਬਾਰ-ਬਾਰ ਜਾਂ ਆਪਾਂ ਇੰਜੋਏ ਕਰਦੇ ਆ, ਹਾਂ ਵੀ ਚੰਗਾ ਫਸਿਆ, ਵਧੀਆ ਹੋਇਆ, ਏਦਾਂ ਹੋਇਆ, ਉਹ ਜਿਹੜੀ ਉਹ ਬੈਡ ਐਨਰਜੀ ਹੈ ਨਾ, ਸਾਡੀ ਗੱਲ ਇੰਨੀ ਕਹਿਣ ਦੇ ਨਾਲ ਸਾਡੇ ਅਟਰੈਕਟ ਹੁੰਦੀ ਔਰ ਫੈਕਟ ਹੈਗਾ ਜੇ। ਨਹੀਂ ਯਕੀਨ ਆਉਂਦਾ ਤੁਸੀਂ ਕਰਕੇ ਦੇਖ, ਤੁਹਾਡੇ ਜੀਵਨ 'ਚ ਉਹ ਜਿਹੜੀ ਬੁਰਾਈ, ਉਹ ਬੰਦੇ ਦੀ ਬੁਰਾਈ ਤੁਹਾਡੇ ਘਰ ਆ ਜਾਣੀ। ਇਸ ਕਰਕੇ ਕੋਸ਼ਿਸ਼ ਕਰੋ ਕਿ ਲੋੜ ਹੀ ਨਹੀਂ ਕਿਸੇ ਦੀ, ਆਪਾਂ ਨੂੰ ਕੀ ਲੋੜ ਵੀ ਕਿਸੇ ਦਾ ਗੰਦਮੰਦ ਫਰੋਲੀਏ, ਕਿਸੇ ਦੀ ਰਬਿਸ਼ ਪਈ ਉਹਨੇ ਤੋੜਾ ਭਰਿਆ ਪਿਆ ਔਰ ਅਸੀਂ ਜਾ ਕੇ ਤੇ ਡੰਡੇ ਨਾਲ ਫਰੋਲੀਏ, ਤੇ ਨਿਜਰ ਸਾਹਿਬ ਕਿੱਡਾ ਕਿ ਚੰਗਾ ਕੰਮ ਹੈ। ਤੇ ਬਾਣੀ ਸਾਨੂੰ ਇਹੋ ਸਮਝਾਉਂਦੀ। ਹੁਣ ਆਪਾਂ ਬਾਣੀ ਤੇ ਆਉਂਦੇ ਹਾਂ, ਬਾਣੀ ਭਲਾ ਆਪਾਂ ਨੂੰ ਕੀ ਸੁਣਾ ਦਿੰਦੀ ਹੈ? ਬਾਣੀ ਨੇ ਇਹ ਸੁਣਾ ਦਿੱਤਾ ਹੈ ਜੋ ਪਹਿਲਾਂ ਹੈ ਕਿ ਸਿਮਰਤ ਸ਼ਾਸਤਰ ਪੁੰਨ, ਇਹ ਸਿਮਰਤ ਸ਼ਾਸਤਰ ਮੈਂ ਲੋਕ ਸਾਰੇ ਗ੍ਰੰਥ, ਧਾਰਮਿਕ ਗ੍ਰੰਥ ਕਹਿੰਦੇ ਪੁੰਨ ਪਾਪ ਵਿਚਾਰੇ ਤੱਤੇ ਸਾਰ ਨਾ ਜਾਣੇ। ਜਦ ਤੱਕ ਅਸੀਂ ਆਤਮਾ ਨੂੰ ਨਹੀਂ ਜਾਣਦੇ, ਬਾਕੀ ਜਿਹੜੀ ਜੋ ਵੀ ਆਪਣੀ ਪੜ੍ਹਾਈ ਆ, ਦੇਖੋ ਇੱਕ ਬੱਚਾ ਪੜ੍ਹਿਆ, ਯੂਨੀਵਰਸਿਟੀ 'ਚ ਪੜ੍ਹਿਆ, 20-25 ਸਾਲ 30 ਸਾਲ ਪੜ੍ਹਾਈ ਕੀਤੀ, ਜੇਕਰ ਉਹਨੇ ਜੌਬ ਨਹੀਂ ਕੀਤੀ, ਕੋਈ ਕੰਮ, ਉਹ ਪੜ੍ਹਾਈ ਦਾ ਫਾਇਦਾ ਨਹੀਂ ਉਠਾਇਆ, ਤੇ ਨਿਜਸਾ ਫਾਇਦਾ ਕੀ ਹੋਇਆ? ਆਪਾਂ ਗ੍ਰੰਥ ਤੇ ਇਸ ਲਈ ਪੜ੍ਹਦੇ ਪਏ ਆ ਨਾ, ਜੀਵਨ ਅਧਿਆਤਮਿਕ ਸਾਡਾ ਸ਼ੁਰੂ ਹੋ ਜਾਏ, ਅਸੀਂ ਬ੍ਰਹਮ ਨੂੰ ਮਿਲੀਏ, ਬ੍ਰਹਮ ਨੂੰ ਜਾਣੀਏ ਔਰ ਬ੍ਰਹਮ ਵਿੱਚ ਲੀਨ ਹੋ ਜਾਈਏ। ਉਹ 'ਚ 5 ਮੰਡਲ ਆਉਂਦੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜੇਕਰ ਅਸੀਂ ਇਹ ਮੰਡਲ ਪਾਰ ਹੀ ਨਹੀਂ ਕੀਤੇ, ਇੱਥੇ ਹੀ ਰਹਿ ਗਏ, ਤੇ ਉਹ ਸਾਡੇ ਬੜੇ ਕਿਸ ਕੰਮ ਆਏ? ਮੈਂ ਕਿਤਾਬਾਂ ਤੇ ਪੜ੍ਹੀਆਂ, ਤੇ ਜੇਕਰ ਮੈਨੂੰ ਰੋਟੀ ਬਣਾਉਣੀ ਨਹੀਂ ਆਈ ਤੇ ਨਿਜਰ ਸਾਹਿਬ ਫਾਇਦਾ ਕੀ ਹੋਇਆ ਮੇਰੀਆਂ ਕਿਤਾਬਾਂ ਪੜ੍ਹੀਆਂ? ਬਿਲਕੁਲ। ਇਹਦਾ ਮਤਲਬ ਕਿ ਅਧਿਆਤਮਿਕ ਗ੍ਰੰਥ ਜਿਹੜੇ ਪੜ੍ਹਨੇ ਆ, ਔਰ ਉਸ ਤੋਂ ਬਾਅਦ ਸਾਡੀ ਜੀਵਨ ਦੀ ਉਚਾਈ ਆਉਣੀ ਚਾਹੀਦੀ ਹੈ। ਹਾਂਜੀ ਨਿਜਰ ਸਾਹਿਬ ਅਗਲੀ ਤੁਕ ਬੋਲੋ। ਤਤੈ ਸਾਰ ਨਾ ਜਾਣੀ ਗੁਰੂ ਵਾਜੋਂ, ਤਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਕਹਿੰਦੇ ਗੁਰੂ ਤੋਂ ਬਗੈਰ ਤਤ ਸਾਰ ਨਹੀਂ ਜਾਣ ਸਕਦਾ ਇਨਸਾਨ, ਔਰ ਨਹੀਂ ਤਤ ਸਾਰ ਜਾਣੂਗਾ ਤੇ 3 ਗੁਣੋਂ ਤਮੋ ਰਜੋ ਸਤੋ, 3 ਗੁਣਾਂ ਦੇ ਵਿੱਚ ਸਾਰਾ ਸੰਸਾਰ ਸੁੱਤਾ ਹੈ। ਇਸ ਤਰ੍ਹਾਂ ਹੀ ਸੁੱਤੇ ਦੀ ਰਾਤ ਲੰਘ ਜਾਣੀ ਆ, ਉਹਨੇ ਧਿਆਨ ਸਿਮਰਨ ਕਰਨਾ ਹੀ ਨਹੀਂ ਆ, ਆਤਮਿਕ ਯਾਤਰਾ ਹੋਣੀ ਨਹੀਂ ਉਹਦੀ। ਹਾਂਜੀ ਵੀਰ। ਬਿਲਕੁਲ ਠੀਕ ਹੈ ਜੀ। ਜਿੱਦਾਂ ਹੁਣ ਇਹ ਇੱਥੇ ਬਾਣੀ ਕਹਿ ਰਹੇ ਆਪਾਂ ਨੂੰ, ਗੁਰੂ ਜੀ ਸਮਝਾਉਣਾ ਕਰ ਰਹੇ ਨੇ ਕਿ ਤੱਤੇ ਸਾਰ ਨਾ ਜਾਣੀ ਗੁਰ ਬਾਝੋਂ, ਤੱਤੇ ਸਾਰ ਨਾ ਜਾਣੀ। ਕਹਿੰਦੇ ਕਿ ਜੇਕਰ ਉਹ ਗੱਲ ਦਾ ਭੇਦ ਨਹੀਂ ਪਤਾ ਲੱਗ ਰਿਹਾ, ਉਹ ਜੋ ਪੜ੍ਹ ਰਹੇ ਆ ਉਹਦੇ ਵਿੱਚ ਕੁਛ ਤੇ ਗੜਬੜ ਹੋ ਰਹੀ ਹੈ ਨਾ, ਜਾਂ ਫਿਰ ਸਾਨੂੰ ਉਹ ਐਸੇ ਬੰਦਿਆਂ ਕੋਲ ਜਾਣਾ ਪਊ, ਉਹਨਾਂ ਗੁਰਮੁਖਾਂ ਕੋਲ ਜਾਣਾ ਪਊਗਾ, ਉਹਨਾਂ ਦੀ ਸੰਗਤ ਕਰਨੀ ਪਊਗੀ ਜਿਹੜੇ ਇਸ ਭੇਦ ਨੂੰ ਜਾਣਦੇ ਨੇ, ਜੋ ਸਾਡੀ ਹੈਲਪ ਕਰ ਸਕਦੇ। ਜਾ ਕੇ ਵੀ ਗੁਰਕੀ ਜਾ ਕੇ ਵੀ ਜੇ ਆਪਾਂ ਉਹਨਾਂ ਦੀ ਗੱਲ ਮੰਨੀ ਨਹੀਂ, ਆਪਣੇ ਜੀਵਨ ਦੇ ਉੱਤੇ ਪਰ ਆਪਣੇ ਅਡਾਪਟ ਹੀ ਨਹੀਂ ਕੀਤੀ ਆਪਾਂ ਨੇ ਉਹਨਾਂ ਦੀ ਗੱਲ, ਤਾਂ ਵੀ ਆਪਾਂ ਨੇ ਤੱਤ ਵਸਤੂ ਥੋੜੀ ਨਾ ਜਾਣੀ ਆ। ਫਿਰ ਵੀ ਆਪਾਂ ਇਸੇ ਤਰੀਕੇ ਦੇ ਨਾਲ ਹੀ 3 ਗੁਣਾਂ ਦੇ ਵਿੱਚ ਹੀ ਸੁੱਤੇ ਰਵਾਂਗੇ। ਹਾਂ, ਮਤਲਬ ਕਹਿਣ ਤੋਂ ਭਾਵ ਹੈ ਕਿ ਜੋ ਆਪਾਂ ਨੂੰ ਨਿਰਦੇਸ਼ ਮਿਲਿਆ, ਆਪਾਂ ਹੁਣ ਬਾਣੀ ਪੜ੍ਹਦੇ ਗੁਰੂਆਂ ਦੀ, ਤੇ ਜੇ ਉਹ ਇੰਪਲੀਮੈਂਟ ਆਪਾਂ ਉਹਨਾਂ ਨੂੰ ਜੀਵਨ ਨੂੰ ਮੈਸੇਜ ਹੀ ਨਹੀਂ ਸਮਝ ਪਾਏ, ਤੇ ਉਹ ਫਿਰ ਇਹਦਾ ਮਤਲਬ ਕਿ ਕਸੂਰ ਕਿਹਦਾ? ਸਾਡਾ ਕਿ ਉਹਨਾਂ ਦਾ ਕਸੂਰ ਹੈ? ਹਾਂਜੀ ਨਿਜਰ ਸਾਹਿਬ ਬਿਲਕੁਲ। ਮੰਨ ਲਓ ਸਮਝ ਵੀ ਗਏ ਗੁਰਕੀ ਸਾਹਿਬ, ਜੇ ਆਪਾਂ ਇੰਪਲੀਮੈਂਟ ਹੀ ਨਹੀਂ ਕੀਤਾ, ਆਪਣੇ ਤੇ ਲਾਗੂ ਹੀ ਨਹੀਂ ਕੀਤਾ, ਆਪਣੇ ਅੰਦਰ ਉਹ ਗੁਣ ਹੀ ਨਹੀਂ ਗ੍ਰਹਿਣ ਕੀਤੇ, ਤਾਂ ਵੀ ਜਿਹੜਾ ਹੈਗਾ ਗੱਲ ਤਾਂ ਉੱਥੇ ਦੀ ਉੱਥੇ ਹੈ।
ਆਹ ਗੱਲ ਤੇ ਨਿਜਾ ਸਾਹਿਬ ਉਹ ਬਾਣੀ ਤੇ ਕਹਿੰਦੀ ਹੈ ਕਿ ਤੂੰ ਤੇ ਫੋਟੋਆਂ ਦੀ ਪੂਜਾ ਕਰੀ ਜਾਂਦਾ, ਮੂਰਤੀਆਂ ਦੀ ਪੂਜਾ ਕਰੀ ਜਾਂਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰੀ ਜਾਂਦਾ ਵਾ, ਪਰ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਮੈਸੇਜ ਹੈ ਉਹਨੂੰ ਤਾਂ ਜੀਵਨ ਚ ਧਾਰਿਆ ਨਹੀਂ। ਹਾਂ ਤੇ ਉਹ ਤੇ ਕਹਿੰਦੇ ਆ ਕਿ ਤੂੰ ਦਵਾਈ ਖਾ। ਆਪਾਂ ਕਰਦੇ ਆ ਕਿ ਆਪਾਂ ਦਵਾਈ ਲਿਆਉਂਦੇ ਮੈਡੀਕਲ ਸਟੋਰ ਤੋਂ ਖਰੀਦ ਕੇ, ਬੜੀ ਸੋਹਣੀ, ਪੈਸੇ ਵੀ ਦਿੰਦੇ ਆ, ਡਾਕਟਰ ਵਧੀਆ ਕੋ ਗਏ ਆ, ਗੁਰੂ ਗ੍ਰੰਥ ਸਾਹਿਬ ਜੀ ਦਾ ਡਾਕਟਰ ਹੈ ਸਾਡਾ, ਤੇ ਫਿਰ ਉਹਨੂੰ ਪੜ੍ਹ ਕੇ ਦਵਾਈ ਆਪਾਂ ਘਰੇ ਲਿਆ ਕੇ ਰੱਖੀ ਜਾਂਦੇ ਆ, ਖਾਂਦੇ ਅਸੀਂ ਹੈ ਨਹੀਂ ਉਹਨੂੰ ਆਪਾਂ ਕੱਪੜਿਆਂ ਚ ਲਪੇਟ ਲਿਆ ਤੇ ਆਪਾਂ ਕਹਿੰਦੇ ਆ ਕਿ ਆਪਾਂ ਠੀਕ ਹੋ ਜਾਵਾਂਗੇ। ਤਾਂ ਕਿੱਥੋਂ ਠੀਕ ਹੋਵਾਂਗੇ? ਉਹ ਤੇ ਕਹਿੰਦੇ ਕੋਈ ਚੀਜ਼ਾਂ ਜਿਹੜੀਆਂ ਤੈਨੂੰ ਭਗਤੀ ਕਰਨੀ ਪੈਣੀ ਹੈ, ਕਹਿੰਦੇ ਓਵਰ ਕਾਜ ਤੇਰੇ ਕਿਸੋਂ ਨਾ ਕੰਮ, ਤੇ ਤੈਨੂੰ ਤੇ ਤੇਰੇ ਦੂਜੇ ਤੇ ਕੰਮ ਜਿਹੜੇ ਤੇ ਜਦ ਤੱਕ ਤੂੰ ਸਾਧ ਸੰਗਤ ਮਿਲ, ਸੰਗਤ ਚ ਜਾ ਕੇ ਭੱਜ ਕੇਵਲ ਨਾਮ, ਤੂੰ ਨਾਮ ਨਹੀਂ ਜਪੇਗਾ ਤੇਰਾ ਜੀਵਨ ਕਿੱਥੋਂ ਉੱਚਾ ਹੋਊਗਾ? ਉਹ ਤੈਨੂੰ ਸੰਗਤ ਕਰਨੀ ਪੈਣੀ ਹੈ। ਸੰਗਤ ਵੀ ਏਦਾਂ ਦੀ ਕਿ ਰੋਜ਼ ਜਿਹੜੀ ਜਿੱਦਾਂ ਰੋਟੀ ਖਾਈ ਦੀ ਆਪਾਂ, ਸੰਗਤ ਪਤਾ ਕੀ ਕਰਦੀ? ਹੌਲੀ ਹੌਲੀ ਮੈਲ ਜਿਹੜੀ ਨਾ ਕੱਟਦੀ ਹੈ। ਆਪ ਜੀ ਦੇਖੋ ਜਦੋਂ ਪਾਣੀ ਦੀ ਨਿਰਮਲ ਧਾਰਾ ਹੈ ਨਾ, ਇੱਕਦਮ ਨਹੀਂ ਉਹ ਕੁਝ ਸਫਾਈ ਕਰਦੀ। ਆਪ ਬਾਲਟੀ ਗੰਦੀ ਪਾਣੀ ਨਾਲ ਚੱਕੜ ਨਾਲ ਭਰੀ ਥੱਲੇ ਰੱਖ ਦੋ, ਥੋੜੀ ਜਿਹੀ ਟੂਟੀ ਚਾਲੂ ਕਰ ਦੋ, 4 ਘੰਟਿਆਂ ਦੇ ਅੰਦਰ ਅੰਦਰ ਵੇਖੋਗੇ ਉਹ ਜਿਹੜੀ ਬਾਲਟੀ ਦਾ ਜਿੰਨਾ ਵੀ ਮਲੀਨ ਵਾਟਰ ਆ ਸਾਰਾ ਬਾਹਰ ਨਿਕਲ ਜੂਗਾ, ਉਹ ਸ਼ੁੱਧ ਨਿਰਮਲ ਜਲ ਆ ਜੂ। ਸੰਗਤ ਵੀ ਏਦਾਂ ਹੀ ਕਰਦੀ ਹੈ। ਸੰਗਤ ਵੀ ਕਰਦੀ ਹੈ ਕਿ ਸਾਡੇ ਅੰਦਰ ਜਿਹੜਾ ਅਗਿਆਨ ਰੂਪੀ ਜਿਹੜਾ ਘਟੀਆ ਗਿਆਨ ਹੈ, ਹਉਮੈ ਰੂਪੀ ਗਿਆਨ ਹੈ, ਉਸ ਨੂੰ ਧੋਂਦੀ ਹੈ। ਔਰ ਉਹ ਇਹਦੇ ਵਿੱਚ ਇੱਕ ਕੰਮ ਹੈਗਾ ਕਿ ਜਦੋਂ ਅਸੀਂ ਇੱਕ ਪਾਤਰ ਬਣ ਕੇ ਬਹਿੰਦੇ ਹਾਂ, ਰਿਸੀਵ ਕਰਦੇ ਹਾਂ, ਢੱਕਣ ਖੋਲ ਕੇ ਸਾਈਡ ਤੇ ਰੱਖ ਦਈਏ, ਤੇ ਉਹ ਜੋ ਧਾਰਾ ਆਉਂਦੀ ਆ ਤੇ ਉਹ ਧਾਰਾ ਦੇ ਵਿੱਚ ਜੋ ਬਚਨ ਨਿਕਲਦੇ ਨੇ ਉਹ ਕਈ ਕੱਟਦੀ ਹੈ। ਜਦੋਂ ਕੱਟਣ ਦੀ ਕੋਸ਼ਿਸ਼ ਕਰਦੀ ਤੇ ਸਾਡਾ ਫਰਜ਼ ਬਣਦਾ ਕਿ ਉਸ ਕੱਟਣ ਦੇ ਵਿੱਚ ਰੁਕਾਵਟ ਨਾ ਪੈਦਾ ਕਰੀਏ, ਔਰ ਜੋ ਨਿਰਦੇਸ਼ ਮਿਲਿਆ ਉਹਨੂੰ ਜੀਵਨ ਚ ਲੈ ਕੇ ਆਈਏ। ਠੀਕ ਹੈ ਨਾ ਜੀ? ਅੱਗੇ ਚਲੀਏ। ਗੁਰ ਕਿਰਪਾ ਤੇ ਸੇਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਹੀ ਜਾਗਦੇ ਆ ਭਾਈ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਮਾਲਕ ਪਰਮਾਤਮਾ ਵਸ ਜਾਂਦਾ ਹੈ। ਔਰ ਉਹ ਜਿਹੜਾ ਧਿਆਨ ਸਿਮਰਨ ਵਾਲੀ ਬਾਣੀ ਜਿਹੜੀ ਹੈਗੀ ਆ, ਉਹ ਨਾਮ ਅਭਿਆਸ ਜਿਹੜਾ ਹੈਗਾ, ਪ੍ਰੇਮ ਭਗਤੀ ਜਿਹੜੀ ਹੈਗੀ, ਆਪਣੇ ਅੰਦਰ ਜਿਹੜਾ ਹੈਗਾ ਥਿਰ ਕਰ ਬੈਸੋ ਹਰ ਜਨ ਪਿਆਰੇ, ਜਿਹੜੇ ਆਹ ਬਾਣੀ ਇਸ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਬੋਲਦੇ ਆ। ਤੇ ਕਹੈ ਨਾਨਕ ਸੋ ਤਤ ਪਾਏ, ਜਿਸ ਨੂੰ ਅਨਦਿਨ ਹਰ ਲਿਵ ਲਾਗੇ, ਜਾਗਤ ਰਹਿਣ ਵਿਹਾਣੀ। ਔਰ ਮਹਾਰਾਜ ਆਖਰੀ ਦੇ ਵਿੱਚ ਸਟੈਂਪ ਲਗਾ ਰਿਹਾ ਭਾਈ, ਜਿਹਦਾ ਰੂਟੀਨ ਹੀ ਆ ਹੋ ਗਿਆ ਅਨਦਿਨ ਇਹ ਜਿਹੜੀ ਹੈਗੀ ਆ ਬੋਲੇ ਅੰਮ੍ਰਿਤ ਬਾਣੀ ਔਰ ਤਤ ਵਸਤੂ ਜਿਨ੍ਹਾਂ ਨੇ ਲੈ ਲਈ, ਧਿਆਨ ਸਿਮਰਨ ਜਿਨ੍ਹਾਂ ਦਾ ਲਾਈਫ ਲੌਂਗ ਜਿਹੜਾ ਜਿਨ੍ਹਾਂ ਦਾ ਰੂਟੀਨ ਬਣ ਗਿਆ, ਕਹਿੰਦੇ ਉਹ ਜਿਹੜੇ ਹੈਗੇ ਆ ਤਤ ਵਸਤੂ ਨੂੰ ਪ੍ਰਾਪਤ ਕਰ ਲੈਣਗੇ, ਉਹ ਬੂੰਦ ਸਾਗਰ ਦੇ ਵਿੱਚ ਚਲੀ ਜਾਏਗੀ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਗੁਰ ਕਿਰਪਾ ਤੇ ਸੇਜਨ ਜਾਗੇ, ਜਿਨ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਕਹਿੰਦੇ ਹਾਂ ਗੁਰੂ ਕਿਰਪਾ ਦੇ ਮਹਿਲ ਤੋਂ ਭਾਵ ਕਿ ਸੰਗਤ ਗੁਰਮੁਖਾਂ ਦੀ ਕਿਰਪਾ ਹੁੰਦੀ ਆ। ਤੇ ਫਿਰ ਕੀ ਹੁੰਦਾ ਕਿ ਸੇਜਨ ਜਾਗੇ ਕੀ ਮਤਲਬ ਸੁੱਤੇ ਹੋਏ ਅਸੀਂ, ਸੁੱਤੇ ਹੋਏ ਆ, ਬਿਲਕੁਲ ਸੁੱਤੇ ਹੋਏ, ਮਾਇਆ ਦੇ ਵਿੱਚ ਸੁੱਤੇ ਪਏ ਆਪਾਂ। ਹਾਂ ਤੇ ਵੀ ਕਹਿੰਦੇ ਕਿ ਕਿਰਪਾ ਹੋ ਜੇ, ਸੰਗਤ ਮਿਲੇ, ਗੁਰੂਆਂ ਦੀ ਸੰਗਤ ਮਿਲ ਜੇ, ਜੋ ਗੁਰੂਆਂ ਦਾ ਮੈਸੇਜ ਆ ਸਾਨੂੰ ਯਥਾਰਥ ਰੂਪ ਚ ਸਾਡੇ ਸਾਹਮਣੇ ਉਹ ਪ੍ਰਗਟ ਹੋਵੇ, ਤੇ ਫਿਰ ਕੀ ਹੋਊਗਾ ਕਿ ਉਹ ਜਨ ਜਾਗ ਜਾਂਦੇ ਆ। ਔਰ ਜਦੋਂ ਜਨ ਜਾਗ ਜਾਂਦੇ ਆ ਤੇ ਫਿਰ ਕੀ ਹੁੰਦਾ? ਹਰ ਮਨ ਵਸਿਆ, ਬੋਲੇ ਨਿਰਮਲ ਬਾਣੀ, ਬੋਲੇ ਅੰਮ੍ਰਿਤ ਬਾਣੀ। ਆ ਤਾਂ ਬਸ ਕਹਿਣ ਤੋਂ ਭਾਵ ਕਿ ਫਿਰ ਉਹ ਕੀ ਕਰਦੇ? ਉਹ ਜਾਗ ਜਾਂਦੇ ਆ। ਜਦੋਂ ਜਾਗ ਜਾਂਦੇ ਆ ਤੇ ਵੇਖੋ ਪਤਾ ਕੀ ਹੁੰਦਾ? ਹੁਣ ਸਬਜ਼ੀ ਜਿਹੜੀ ਨਿੱਜਰ ਸਾਹਿਬ, ਹੁਣ ਬੱਚਾ ਛੋਟਾ ਵਾ ਮੰਨ ਲਓ, ਹੁਣ ਬੱਚੇ ਨੂੰ ਆਪਾਂ ਸੰਸਕਾਰ ਦਿੱਤੇ ਆ, ਇੱਕ ਸਬਜ਼ੀ ਵਾਂਗੂ ਹੀ ਆਪਾਂ ਉਦਾਹਰਨ ਦਿੰਦੇ, ਥੋੜਾ ਸਮਝਣਾ ਆਸਾਨ ਆ। ਬੇਸ਼ੱਕ ਸਬਜ਼ੀ ਲਿਆਂਦੀ ਆ, ਬੜੀ ਵਧੀਆ ਸਬਜ਼ੀ, ਬੜੀ ਵਧੀਆ ਆਪਾਂ ਤਿਆਰੀ ਕੀਤੀ, ਪਰ ਜੇਕਰ ਉਹ ਸਬਜ਼ੀ ਦੇ ਵਿੱਚ ਸਹੀ ਤਰ੍ਹਾਂ ਮਸਾਲੇ ਨਹੀਂ ਪਾਏ ਜਾਂ ਉਸ ਸਬਜ਼ੀ ਨੂੰ ਚੰਗੀ ਤਰ੍ਹਾਂ ਪਕਾਇਆ ਨਹੀਂ, ਅਜੇ ਵੀ ਕੰਮ ਕੰਪਲੀਟ ਨਹੀਂ ਹੋਇਆ। ਇਸੇ ਹੀ ਤਰ੍ਹਾਂ ਜਿਹੜਾ ਛੋਟੇ ਬੱਚੇ ਆ, ਉਸ ਛੋਟੇ ਬੱਚਿਆਂ ਨੂੰ ਲੌਂਗ ਟਰਮ ਇਨਵੈਸਟਮੈਂਟ ਕਰਨੀ ਪੈਂਦੀ ਆ। ਇਹ ਨਹੀਂ ਕਿ 2-4 ਮਿੰਟ ਚ ਬੱਚਾ ਪੈਦਾ ਕਰਤਾ, ਧਰਤੀ ਤੇ ਸਕੂਲ ਭੇਜਤਾ ਬੱਚਾ ਜੀ, ਚਲੋ ਜੀ ਬੱਚਾ ਐਡਾ ਹੀ ਜਾਓ ਜੀ ਡਾਕਟਰ ਬਣ ਜਾ, ਇੰਜੀਨੀਅਰ ਬਣ ਜਾ। ਉਹ ਬੱਚਾ ਡਾਕਟਰ ਬਣ ਜੂ, ਇੰਜੀਨੀਅਰ ਬਣ ਜੂਗਾ, ਪਰ ਉਹ ਚੰਗਾ ਇਨਸਾਨ ਨਹੀਂ ਬਣ ਸਕਦਾ ਕਿਉਂਕਿ ਕੋਈ ਸੰਸਕਾਰ ਨਹੀਂ ਹੈਗੇ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਸਮਾਜ ਚ ਆਉਣਾ ਹੈ, ਔਰ ਮਾਇਆ ਜਿਹੜੇ ਰਜੋ ਤਮੋ ਸਤੋ ਗੁਣ, 3 ਗੁਣ ਹੈਗੇ, ਔਰ ਪਲੱਸ ਉਹਦਾ ਚਿੱਤ, ਜਿਹੜਾ ਉਹਦਾ ਚਿੱਤ ਪਹਿਲਾਂ ਦਾ ਜਿੱਦਾਂ ਦੇ ਜਨਮ ਚ ਉਹਨੇ ਪਹਿਲਾਂ ਗਤੀ ਕੀਤੀ ਹੈ, ਇਹ ਸੰਸਾਰ ਦੇ ਵਿੱਚ ਹੁਣ ਇਹਦੇ ਸੰਸਾਰ ਚ ਜਦੋਂ ਜੀਵ ਆਉਣਾ ਹੈ ਤੇ ਉਹਦਾ ਪ੍ਰਭਾਵ ਉਹ ਤੇ ਪੈਣਾ, ਔਰ ਜਦੋਂ ਪ੍ਰਭਾਵ ਪੈਣਾ
उसने की करना है, बच्चे ਨੂੰ अट्रैक्ट करना। जैसे वो ही 92 बंदे तो बात नहीं हो सकते। बिल्कुल सही गल है। 92 ਤੇ 8 ਆ ਹੈਗੇ, मतलब 99 ਹੀ ਹੋਏ, ਫਿਰ ਆਈ ਇੰਨੇ ਕੀ ਹੈਗੇ 100 ਹੀ ਬੰਦੇ ਦੀ ਕਪੈਸਿਟੀ। ਬਸ ਬਸ ਬਸ। ਮੇਰਾ ਆਤਮ ਗਿਆਨ ਹੈ, ਮੇਰੀ ਗੁਰਖੀ ਜਿਹੜੀ ਆਈਡੀ ਹੈ ਨਾ, ਹਾਂਜੀ ਆ ਗੁਰਪ੍ਰੀਤ ਦੀ ਨਹੀਂ ਆਈਡੀ ਆ, ਵੈਰੀਫਾਈ ਹੋ ਰਿਹਾ ਨਹੀਂ ਹੋ ਰਿਹਾ। ਚਲੋ ਨਹੀਂ ਆਪਾਂ ਅੱਜ ਕਰਦੇ ਆ ਇਹਨੂੰ, ਕੋਈ ਨਾ ਕੋਈ ਹੱਲ ਕਰਦੇ ਆ। ਠੀਕ ਹੈ ਜੀ। ਹਾਂਜੀ ਇਹ ਤੇ ਉਹ ਮੈਸੇਜ ਡਿਸਟਰਬ ਕਰੀ ਜਾਂਦੇ ਮੈਨੂੰ। ਨਹੀਂ ਕੋਈ ਨਹੀਂ। ਹਾਂ ਠੀਕ ਹੈ ਨਿੱਜ ਸਾਹਿਬ। ਤੇ ਉਸੇ ਤਰ੍ਹਾਂ ਹੀ ਉਹ ਸਬਜ਼ੀ ਜਦੋਂ ਚੰਗੀ ਤਰ੍ਹਾਂ ਪੱਕ ਜਾਂਦੀ ਹੈ, ਫਿਰ ਉਹਨੂੰ ਜਿਹੜਾ ਖਾਂਦਾ ਉਹ ਵੀ ਗੁਣ ਗਾਉਂਦਾ। ਇਸੇ ਤਰ੍ਹਾਂ ਇਨਸਾਨ ਦਾ ਬੱਚਾ ਜਦੋਂ ਆਪਾਂ ਨੂੰ ਪ੍ਰੋਪਰ ਸੰਸਕਾਰ ਦਿੰਦੇ ਆ, ਉਹਨੂੰ ਆਪਾਂ, ਔਰ ਸੰਸਕਾਰ ਕੇਵਲ ਗੱਲਾਂ ਨਹੀਂ ਸੁਣਨਾ ਚਾਹੁੰਦਾ ਬੱਚਾ, ਸਾਨੂੰ ਵੇਖਣਾ ਚਾਹੁੰਦਾ ਉਹ, ਕਿਉਂਕਿ ਗੱਲਾਂ ਦੇ ਨਾਲ ਨਹੀਂ, ਉਹ ਬਾਣੀ ਚ ਲਿਖਿਆ ਗੱਲੀਆਂ ਸੀ ਚੰਗੀਆਂ ਤੇ ਆਚਾਰੀ ਬੁਰੀਆਂ। ਉਹ ਗੱਲਾਂ ਦੀਆਂ ਉਹ ਬੱਚੇ ਨੂੰ ਪਤਾ ਹੈ ਪਾਪਾ ਝੂਠ ਬੋਲਦਾ ਹੈ, ਉਹ ਕਮਰੇ 'ਚ ਜਾ ਕੇ ਪਤਾ ਨਹੀਂ ਕੀ ਕਰਦਾ ਜਾ ਕੇ, ਉਹ ਸਭ ਪਤਾ ਹੈ। ਉਹ ਸਾਡੇ ਫੋਨ ਵੀ ਸੁਣਦੇ ਆ ਕਿ ਮਾਂ ਬਾਪ ਕਿੱਦਾਂ ਗੱਲ ਕਰਦੇ ਆ। A to Z ਜਿਹੜੀ ਸਾਡੀ ਚੀਜ਼ ਆ ਉਹ ਆਬਜ਼ਰਵੇਸ਼ਨ ਆ। ਔਰ ਮੈਂ ਚਾਹੁੰਦਾ ਕਿ ਇਹ ਆਪਾਂ ਥੋੜਾ ਜਿਹਾ ਧਿਆਨ ਦਈਏ, ਆਪਾਂ ਇੱਕ ਚੰਗੇ ਬੱਚੇ ਸੰਸਾਰ ਤੇ ਛੱਡ ਕੇ ਜਾਈਏ। ਔਰ ਤਾਂ ਜੋ ਇਹ ਵੀ ਸਾਡੀ ਇੱਕ ਜਿਹੜੀ ਸੇਵਾ ਹੈ, ਨਿੱਜਾ ਸਾਹਿਬ, ਇਹ ਵੀ ਤੇ ਸੇਵਾ ਹੀ ਹੈ ਬ੍ਰਹਮ ਦੀ। ਬਿਲਕੁਲ। ਕਿ ਸਮਥਿੰਗ ਅਸੀਂ ਕੋਈ ਚੰਗੀ ਚੀਜ਼ ਛੱਡ ਦਈਏ, ਅਸੀਂ ਚੱਲ ਜੀਏ ਸੰਸਾਰ ਤੋਂ। ਹੁਣ ਇੱਕ ਬੱਚੇ ਨੂੰ ਜਦੋਂ ਇੱਕ ਮਾਂ ਚੰਗੀ ਤਰ੍ਹਾਂ ਇੱਕ ਚਰਿੱਤਰਵਾਨ ਬੱਚਾ ਬਣਾਉਂਦੀ ਹੈ, ਸਭ ਤੋਂ ਪਹਿਲੀ ਗੱਲ ਤਾਂ ਮਾਂ ਦਾ ਖੁਦ ਦਾ ਚਰਿੱਤਰ ਹੋਣਾ ਚਾਹੀਦਾ। ਜੇ ਮਾਂ ਦਾ ਚਰਿੱਤਰ ਠੀਕ ਨਹੀਂ ਹੈ ਤਾਂ ਬੱਚੇ ਨੂੰ ਚੰਗੀ ਚਰਿੱਤਰ ਕਿੱਥੋਂ ਸਿਖਾਏਗੀ? ਤੇ ਉਹਦਾ ਚਰਿੱਤਰ ਖਰਾਬ ਆ ਤੇ ਉਹ ਚੰਗਾ ਚਰਿੱਤਰ ਬੱਚੇ ਨੂੰ ਕਿੱਥੋਂ ਦੇ ਕੇ ਜਾਊਗਾ? ਬਿਲਕੁਲ। ਇਹ ਸਾਡੀਆਂ ਸਾਰੀਆਂ ਮੈਜੋਰਟੀ ਲੈਵਲ ਤੇ ਜ਼ਿੰਮੇਵਾਰੀਆਂ। ਚਲੋ ਪਹਿਲਾ ਜੀਵਨ ਜਿਹੜਾ ਬੀਤ ਗਿਆ ਉਹਦੇ ਬਾਰੇ ਤੈਨੂੰ ਕੁਝ ਕੀਤਾ ਨਹੀਂ ਜਾ ਸਕਦਾ, ਪਰ ਅਜੇ ਵੀ ਸਾਡੇ ਕੋਲ ਟਾਈਮ ਹੈਗਾ। ਅਸੀਂ ਉਸ ਚੀਜ਼ ਨੂੰ ਬੰਦ ਕਰ ਸਕਦੇ ਹਾਂ ਜਿੱਥੇ ਆਪਾਂ ਆਪਣੀ ਸ਼ਕਤੀ ਲੀਕ ਹੁੰਦੀ ਹੈ ਜਾਂ ਆਪਾਂ ਗਲਤ ਡਾਇਰੈਕਸ਼ਨ ਵੱਲ ਜਾ ਰਹੇ ਹਾਂ। ਔਰ ਤਾਂ ਜੋ ਅਸੀਂ ਇਸ ਸੰਸਾਰ ਚ ਜਿਹੜਾ ਬਾਣੀ ਸਾਨੂੰ ਸਮਝਾ ਕੇ ਗਈ ਉਹ ਆਪਣਾ ਫਰਜ਼ ਪੂਰੇ ਚੰਗੀ ਤਰ੍ਹਾਂ ਨਿਭਾਈਏ। ਔਰ ਜਿਵੇਂ ਜਿਵੇਂ ਤੁਸੀਂ ਥੋੜਾ ਜਿਹਾ ਉੱਠਣ ਦੀ ਕੋਸ਼ਿਸ਼ ਕੀਤੀ, ਜਦੋਂ ਅਸੀਂ ਕਿਸੇ ਨੂੰ ਚੁੱਕਣ ਵਾਸਤੇ ਆਪ ਝੁਕਦੇ ਆ ਨਾ ਨਿੱਜਰ ਸਾਹਿਬ, ਫਿਰ ਕੁਦਰਤ ਸਾਨੂੰ ਚੁੱਕਦੀ ਆ। ਫਿਰ ਕੁਦਰਤ ਚੁੱਕਣ ਆ ਜਾਂਦੀ ਹੈ, ਕਿਉਂਕਿ ਬ੍ਰਹਮ ਵਹਿੰਦਾ ਪਿਆ ਵਾ, ਬ੍ਰਹਮ ਤੇ ਵਹਿੰਦਾ ਪਿਆ। ਕੋਈ ਬੰਦਾ ਤੇ ਉੱਠੇ, ਕੋਈ ਦੇਵਤਾ ਬਣੇ ਜਿੱਥੇ ਐਸੇ ਗੁਣ ਹੋਣ। ਆਪਣੇ ਗੁਰੂਆਂ ਚ ਵੇਖੋ ਕਿੰਨੇ ਗੁਣ ਹੈ, ਕਦਾਂ ਇੱਕਦਮ ਉਹ ਗੁਣਾਂ ਦੀ ਕਿਸੇ ਨੇ ਚਰਚਾ ਨਹੀਂ ਕੀਤੀ। ਬਸ ਇਹ ਕਿ ਬਾਣੀ ਦਾ ਪਾਠ ਕਰੀ ਜਾਓ ਤੇ ਉਹਨਾਂ ਨੂੰ ਮੱਥਾ ਟੇਕ ਕੇ ਤੇ ਗੱਲ ਜੋ ਕਰਨਾ। ਪਰ ਉਹ ਗੁਰੂਆਂ ਦੇ ਜਿਹੜੇ ਗੁਣ ਹੈਗੇ ਆ, ਇੱਕ ਗੁਰੂ ਦੇ ਵੇਖੋ ਕਿੱਦਾਂ ਗੁਣ ਆ। ਔਰ ਉਹਨਾਂ ਦੇ ਗੁਣਾਂ ਨੂੰ ਸਾਨੂੰ ਵੀ ਵੇਖਣਾ ਚਾਹੀਦਾ। ਔਰ ਕੀ ਭਗਤੀ ਕਰਨ ਦੇ ਨਾਲ ਉਹ ਗੁਣ ਸਾਡੇ ਚ ਆਉਂਦੇ ਆ? ਭਗਤੀ ਕਰਨ ਦੇ ਨਾਲ ਹਰ ਇੱਕ ਗੁਣ ਸਾਡੇ ਅੰਦਰ ਪੈਦਾ ਹੁੰਦਾ ਹੈ। ਔਰ ਜੇਕਰ ਸਾਡੇ ਅੰਦਰ ਗੁਣ ਨਹੀਂ ਨਾ ਪੈਦਾ ਹੋ ਰਿਹਾ ਤੇ ਮਸਟ ਵੀ ਸਾਡੀ ਭਗਤੀ ਚ ਕੁਛ ਰੋਂਗ ਹੈਗਾ। ਹਾਂਜੀ ਨਿੱਜਰ ਸਾਹਿਬ ਅੱਗੇ ਚਲੀਏ। ਹਾਂਜੀ ਬਿਲਕੁਲ ਸਹੀ ਹੈ। ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਅਨਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਕਹਿੰਦੇ ਜਿਹੜੇ ਗੁਰੂ ਦੀ ਕਿਰਪਾ ਦੇ ਨਾਲ ਜਾਗ ਗਏ, ਜਿਨ੍ਹਾਂ ਦੇ ਹਰ ਪਰਮਾਤਮਾ ਮਨ ਚ ਵਸ ਗਿਆ, ਜਿਹੜੇ ਧਿਆਨ ਸਿਮਰਨ ਕਰਨ ਲੱਗ ਪਏ ਔਰ ਅਨਦਿਨ ਜਿਹੜੇ ਹੈਗੇ ਆ, ਜਿਨ੍ਹਾਂ ਦੀ ਸਾਰੀ ਉਮਰ ਜਿਹੜੀ ਹੈਗੀ ਹੈ ਧਿਆਨ ਸਿਮਰਨ ਦੇ ਵਿੱਚ ਹੀ ਗੁਜ਼ਰਦੀ ਆ, ਕਹਿੰਦੇ ਉਹ ਤੱਤ ਵਸਤੂ ਨੂੰ ਪ੍ਰਾਪਤ ਕਰ ਲੈਂਦੇ ਆ। ਉਹ ਜਿਹੜੇ ਹੈਗੇ ਆ ਸੰਸਾਰ ਸਮੁੰਦਰ ਤੋਂ, ਜਿਹੜੇ ਆ ਪ੍ਰਕਿਰਤੀ ਦੀ ਪਕੜ ਤੋਂ ਜਿਹੜੇ ਹੈਗੇ ਬਾਹਰ ਹੋ ਜਾਂਦੇ ਆ। ਹਾਂਜੀ ਵੀਰ ਬਿਲਕੁਲ ਠੀਕ ਹੈ ਜੀ। ਉਹਦੇ ਚ ਕਹਿ ਰਹੇ ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਅਨਦਿਨ ਹਰ ਲਿਵ ਲਾਗੇ। ਅਨਦਿਨ ਦਾ ਮਤਲਬ ਹਰ ਦਿਨ, ਜਿੱਦਾਂ ਰੋਟੀ ਖਾਂਦੇ ਨਾ, ਪਾਣੀ ਪੀਣਾ, ਕਾਈਂਡ ਆਫ ਸਿਚੁਏਸ਼ਨ, ਰੋਜ਼ ਭਗਤੀ ਕਰਦਾ, ਜਿਹੜਾ ਲਿਵ ਲੱਗਦਾ, ਜਿਹੜਾ ਪ੍ਰਮਾਤਮਾ ਨੂੰ ਯਾਦ ਕਰਦਾ। ਦੇਖੋ ਪ੍ਰਮਾਤਮਾ ਨੂੰ ਕੁਛ ਨਹੀਂ ਚਾਹੀਦਾ। ਇਹ ਜਿਹੜਾ ਆਪਾਂ ਬਾਹਰ ਦਿਖਾਵਾ ਕਰ ਰਹੇ ਹਾਂ ਨਾ, ਇਹ ਪਖੰਡ ਨਹੀਂ ਚਾਹੀਦਾ। ਪ੍ਰਮਾਤਮਾ ਨੂੰ ਤੇ ਚਾਹੀਦੀ ਭਗਤੀ। ਔਰ ਭਗਤੀ ਕਰਕੇ ਅਸੀਂ ਆਪਣਾ ਜੋ ਉਹ ਕਹਿੰਦੇ ਕਿ ਆਪ ਜਪੇ ਤੇ ਅਵਰੇ ਨਾਮ ਜਪਾਵੇ, ਆਪ ਵੀ ਜਪਣਾ ਹੈ, ਉਹ ਚੀਜ਼ ਨੂੰ ਅਨੁਭਵ ਕਰਨਾ ਹੈ। ਜਦੋਂ ਸਾਨੂੰ ਪਤਾ ਲੱਗ ਗਿਆ ਸਾਡੇ ਜੀਵਨ ਚ ਬਦਲਾਅ ਹੋਣ ਡਿਆ ਪਿਆ, ਸਾਡਾ ਜੀਵਨ ਉੱਚਾ ਹੋਣ ਡਿਆ ਪਿਆ, ਤੇ ਫਿਰ ਬੱਚਿਆਂ ਨੂੰ ਵੀ ਦੱਸਣਾ ਵੀ ਮੈਂ ਉਹ ਭਗਤੀ ਕਰ ਰਿਹਾ ਔਰ ਮੇਰਾ ਜੀਵਨ ਬੜਾ ਸੁਥਰਾ ਹੋ ਗਿਆ। ਜੀਵਨ ਤੇ ਤੁਹਾਡਾ ਸੁਥਰਾ ਹੋਣਾ ਹੀ ਹੋਣਾ। ਜਿੰਨਾ ਵੀ ਮਨੁੱਖਾਂ ਨੇ ਪ੍ਰਮਾਤਮਾ ਦੀ ਭਗਤੀ ਕੀਤੀ ਹੈ, ਉਹ ਜੀਵਨ ਬਹੁਤ ਉੱਚਾ ਹੋ ਗਿਆ ਇਹਨਾਂ ਦਾ। ਸਭ ਤੋਂ ਪਹਿਲਾਂ ਗੱਲ ਇਹ ਜਿਹੜਾ ਤੁਹਾਡਾ ਚਿੱਤ ਨਸ਼ਟ ਹੋਣਾ ਹੈ। ਚਿੱਤ ਨਸ਼ਟ ਹੋ ਗਿਆ, ਅਗਲੇ ਨੇ ਮਾੜਾ ਕੁਝ ਵੀ ਬੋਲਤਾ ਤੇ ਤੁਹਾਡੇ ਤੇ ਅਸਰ ਨਹੀਂ ਹੋਊਗਾ। ਭਗਤੀ ਦਾ ਇਹ ਅਸੂਲ ਹੈਗਾ ਜੀ। ਜੇਕਰ
ਦੂਜੇ ਦੀ ਗੱਲ ਤੁਹਾਨੂੰ ਚੁੱਭ ਰਹੀ ਆ, ਇਹਦਾ ਮਤਲਬ ਕਿ ਤੁਹਾਡਾ ਚਿੱਤ ਅਜੇ ਸ਼ਾਂਤ ਨਹੀਂ ਹੋਇਆ। ਜਿੱਦੋਂ ਵੀ ਭਗਤੀ ਸਹੀ ਤਰੀਕੇ ਨਾਲ ਹੋਈ, ਸਭ ਤੋਂ ਪਹਿਲਾਂ ਇਹਨੇ ਚਿੱਤ ਨੂੰ ਸ਼ਾਂਤ ਕਰਨਾ ਹੈ। ਔਰ ਚਿੱਤ ਸ਼ਾਂਤ ਹੋਣ ਦੇ ਨਾਲ, ਚਿੱਤ ਇੱਕਦਮ ਨਹੀਂ ਸ਼ਾਂਤ ਹੁੰਦਾ, ਹੌਲੀ ਹੌਲੀ ਹੁੰਦਾ। ਔਰ ਜਿਵੇਂ ਜਿਵੇਂ ਚਿੱਤ ਸ਼ਾਂਤ ਹੁੰਦਾ ਗਿਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਜਿਹੜੇ ਆਹ ਜਿਹੜੇ 5 ਔਗਣ ਨਾ, ਇਹ ਫਿੱਕੇ ਪੈਣ ਡੈ ਪੈਣੇ। ਹੁਣ ਇਹਨਾਂ ਦੇ ਪ੍ਰਤੀ ਜੇਕਰ ਮਨ ਚਿੱਤ 'ਚ ਕੋਈ ਵਿਚਾਰ ਆ ਵੀ ਗਿਆ ਨਾ ਨੇਜਰ ਸਾਹਿਬ, ਉਹ ਪਾਵਰਫੁਲ ਨਹੀਂ ਹੋਵੇਗਾ। ਹਾਂਜੀ, ਤੇ ਇਹ ਸੀ ਵਿਚਾਰ। ਠੀਕ ਹੈ ਨੇਜਰ ਸਾਹਿਬ, 53 ਮਿੰਟ ਹੋ ਗਏ। ਅਗਲੀ ਲੈਣੀ ਥੋੜੀ ਲੈ ਲਈ ਬਾਣੀ ਹੋਰ? ਹਾਂ, ਇੱਕ ਲੈ ਲੈਣੇ ਹੋਰ ਜੀ। ਹਾਂ, ਲੈ ਲਓ ਲੈ ਲਓ। माता के उदर में प्रतिपाल करे सो क्यों मनो विसारिए। देख लो परमात्मा जिहड़ा हैगा किन्ना पावरफुल है मालक परमात्मा। कहंदे माँ दे पेट दे विच उत्थे किहड़ा बच्चा जिहड़ा हैगा कुछ कर रहा है जां चल फिर रहा है। कहंदे ओहदी पालना माँ दे पेट दे विच भी वो मालक परमात्मा कर रहा है, सारा कुछ दे रहा है। देखो किन्ना किस तरह बच्चा विकसित हो जाता है। कहंदे ऐसे परमात्मा नूं ਜਿਹੜਾ ਮਾਂ ਦੇ ਪੇਟ ਦੇ ਵਿੱਚ ਵੀ ਜਿਹੜਾ ਹੈਗਾ ਪ੍ਰਤਪਾਲਨਾ ਕਰ ਰਿਹਾ ਹੈ, ਉਹਨੂੰ ਕਿਉਂ ਮਨ ਤੋਂ ਵਿਸਾਰ ਦਈਏ? ਮਨੋਂ ਕਿਉਂ ਵਿਸਾਰੀਏ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਹ ਤਾਂ ਅੱਗ ਦੇ ਵਿੱਚ ਮਾਂ ਦੇ ਪੇਟ 'ਚ ਕਿੰਨੀ ਅੱਗ ਹੈ, ਜਠਰ ਅਗਨ। ਕਹਿੰਦੇ ਉੱਥੇ ਮਾਂ ਦੇ ਪੇਟ ਦੇ ਵਿੱਚ ਆਹਾਰ ਦੇ ਰਿਹਾ, ਬੱਚੇ ਨੂੰ ਭੋਜਨ ਪਹੁੰਚਾ ਰਿਹਾ ਹੈ। ਕਹਿੰਦੇ ਉਹਨੂੰ ਕਿਉਂ ਮਨ ਤੋਂ ਵਿਸਾਰ ਦਈਏ ਅਸੀਂ ਇੰਨੇ ਵੱਡੇ ਦਾਤੇ ਨੂੰ? ਉਸ ਨੂੰ ਕਿਹ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ। ਕਹਿੰਦੇ ਉਸ ਨੂੰ ਕੋਈ ਵੀ ਦੁਨੀਆ ਦਾ ਦੁੱਖ ਜਿਹੜਾ ਹੈਗਾ ਪੋ ਨਹੀਂ ਸਕਦਾ, ਜਿਸ ਨੂੰ ਉਹ ਮਾਲਕ ਪਰਮਾਤਮਾ ਆਪਣਾ ਧਿਆਨ ਸਿਮਰਨ ਬਖਸ਼ ਦਿੰਦਾ ਹੈ, ਆਪਣੀ ਲਿਵ ਲਗਾ ਦਿੰਦਾ ਹੈ। ਆਪਣੀ ਲਿਵ ਆਪੇ ਲਾਏ ਗੁਰਮੁਖੇ ਸਦਾ ਸੰਭਾਲੀਏ। ਕਹਿੰਦੇ ਆਪਣੀ ਲਿਵ ਮਾਲਕ ਪਰਮਾਤਮਾ ਨੇ ਆਪ ਲਾਉਣੀ ਹੈ ਪਾਏ, ਗੁਰੂ ਦੇ ਰਾਹੀਂ, ਬ੍ਰਹਮ ਗਿਆਨ ਦੇ ਰਾਹੀਂ। ਉਸ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਹਮੇਸ਼ਾ ਕਰਨਾ ਚਾਹੀਦਾ ਹੈ, ਆਪਣੇ ਹਿਰਦੇ 'ਚ ਉਹਨੂੰ ਸੰਭਾਲਣਾ ਚਾਹੀਦਾ ਹੈ। ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਏ। ਕਹਿੰਦੇ ਇੰਨਾ ਵੱਡਾ ਦਾਤਾ ਆ ਉਹ ਮਾਲਕ ਪਰਮਾਤਮਾ, ਕਹਿੰਦੇ ਉਸ ਨੂੰ ਮਨ ਦੇ ਵਿੱਚੋਂ ਕਿਉਂ ਅਸੀਂ ਵਿਸਾਰ ਦਈਏ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। माता के उदर में प्रतिपाल करे सो क्यों मनो विसारिए। मनो क्यों विसारिए एवड़ दाता जे अगन में आहार पहुंचावे। हाँ जी हाँ जी, मेरा ना हाथ लग गया। 28 नंबर है। हाँ हाँ जी, माता के उदर में प्रतिपाल करे सो क्यों मनो विसारिए। हाँ, ਹੁਣ ਦੇਖੋ ਮਾਤਾ ਦੇ ਪੇਟ ਦੇ ਵਿੱਚ ਕਿੱਦਾਂ ਬੱਚਾ ਜਿਹੜਾ ਵਾ ਉਹ ਬੈਠਾ ਹੈ, ਔਰ ਉਹਦੇ ਲਈ ਦੇਖੋ ਕਿੱਦਾਂ ਉਹ ਖਾਣ ਦਾ ਅਰੇਂਜਮੈਂਟ ਕੀਤਾ ਹੈ। ਜਿਹੜਾ ਛੱਡ ਗਿਆ ਉਹਨੂੰ ਸਹੀ। ਹਾਂ, ਇੱਕ ਸੈਕਿੰਡ, ਮੈਂ ਇਹਨਾਂ ਦਾ ਮਾਈਕ ਬੰਦ ਕਰਾਂ, ਸੌਰੀ। हरिंदर ਕਰਤਾ ਨਾ, ਕਰ ਹੀ ਦਿੱਤਾ ਲੱਗਦਾ। चलो हुण नहीं बोल नहीं ਕੀਤਾ ਮੈਂ हो गया जी, हो गया। ਠੀਕ ਹੈ। ਹਾਂਜੀ, ਇਹਦੇ ਵਿੱਚ ਕਹਿੰਦੇ ਕਿ ਮਾਤਾ ਦੇ ਪਿੱਤਰ ਮਾਤਾ ਕੇ ਉਦਰ ਮੈਂ ਪ੍ਰਤਿਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ। ਕਹਿੰਦੇ ਆ ਕਿ ਜਿਹੜਾ ਮਾਂ ਦੇ ਪੇਟ ਦੇ ਵਿੱਚ ਬੱਚਾ ਹੈ, ਉਹਦਾ ਇੱਕ ਇੱਕ ਜਿਹੜਾ ਉਹਦਾ ਫੰਕਸ਼ਨ ਤਿਆਰ ਹੋ ਰਿਹਾ, ਪੁਰਜੇ ਤਿਆਰ ਹੋ ਰਹੇ, ਉਹ ਜਿਵੇਂ ਜਿਵੇਂ ਉਹਦੇ ਪੁਰਜੇ ਤਿਆਰ ਹੋ ਰਿਹਾ, ਆਪ ਜਸਟ ਸੋਚੋ, ਇੱਕ ਤੇ ਉਹ ਇੱਕ ਜਿੰਦਾ ਵਾ, ਉਹਨੂੰ ਚੀਜ਼ ਖਾਣੀ ਇੱਕ ਅਲੱਗ ਚੀਜ਼ ਹੈ। ਇੱਕ ਉਹਦਾ ਬੱਚਾ ਤਿਆਰ ਕਰ ਦੇਣਾ ਨਿੱਜਰ ਸਾਹਿਬ, ਔਰ ਉਹ ਬੱਚਾ ਹਜੇ ਖਾਣਾ ਉਹਨੂੰ ਪਤਾ ਨਹੀਂ ਆ, ਪਰ ਉਹਦੇ ਪੇਟ 'ਚ ਨਿੱਜਰ ਸਾਹਿਬ ਖਾਣਾ ਜਾ ਰਿਹਾ। ਦੇਖੋ ਕਿਹੋ ਜਿਹੀ ਟੈਕਨੀਕ ਹੈ। ਬਿਲਕੁਲ, ਕਿੱਡੀ ਵੱਡੀ ਗੱਲ ਹੈ ਨਿੱਜਰ ਸਾਹਿਬ। ਇੱਕ ਤੇ ਉਹ ਬੱਚਾ ਖਾ ਲੇ ਤੇ ਚਲੋ ਉਹਨੂੰ ਰੋਟੀ ਦੇ ਦੇਣੀ, ਇਹ ਵੱਖਰੀ ਗੱਲ ਹੈ। ਇੱਕ ਨਾਲ ਹੀ ਬੱਚਾ ਤਿਆਰ ਹੋ ਰਿਹਾ ਤੇ ਨਾਲ ਹੀ ਉਹਦਾ ਰਿਜ਼ਕ ਜਾ ਰਿਹਾ, ਕਿੱਡੀ ਵੱਡੀ ਗੱਲ ਹੈ। ਤੇ ਇਹ ਪਰਮਾਤਮਾ ਹੀ ਜਾਣਦਾ ਹੈ। ਤੇ ਉਹਨੂੰ ਕਹਿੰਦੇ ਕਿਉਂ ਵਿਸਾਰੀਏ, ਜਿਹੜਾ ਉਹ ਇੰਨੀ ਬਰੀਕੀ ਨਾਲ ਜਿਹਨੇ ਇੰਜੀਨੀਅਰਿੰਗ ਕੀਤੀ ਹੈ, ਜਿਹਨੇ ਡਿਜ਼ਾਈਨਿੰਗ ਕੀਤੀ ਹੈ। ਤੇ ਹਾਂਜੀ, ਅੱਗੇ ਚੱਲੀਏ ਨੇ ਜਰਾ। ਹਾਂਜੀ, ਮਨੋ ਕਿਉਂ ਵਿਸਾਰੀਏ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਕਹਿੰਦੇ ਅੱਗ ਦੇ ਵਿੱਚ ਵੀ ਆਹਾਰ ਪਹੁੰਚਾ ਰਿਹਾ, ਮਾਂ ਦੇ ਪੇਟ ਜਠਰ ਅਗਨੀ ਦੇ ਵਿੱਚ। ਆਹ ਕਹਿੰਦੇ ਜਿਹੜਾ ਏਡਾ ਵੱਡਾ ਦਾਤਾ ਹੈ, ਜਿਹੜਾ ਉਹ ਨਾਰਮਲੀ ਪੇਟ ਦੇ ਅੰਦਰ ਆਪਣੇ ਤੁਹਾਨੂੰ ਪਤਾ ਹੀ ਅਗਨ ਹੈ। ਹਾਂ,
ਉਹਦੇ ਜੇ ਪੇਟ 'ਚ ਕੋਈ ਵੀ ਚੀਜ਼ ਉਹਨੂੰ ਸਾੜ ਦਿੰਦੀ ਹੈ ਨਾ, ਰੋਟੀ ਨੂੰ ਸਾੜ ਦਿੰਦੀ। ਵੇਖੋ ਰੋਟੀ ਕਿੱਦਾਂ ਪੋਟੀ ਬਣਾ ਦਿੰਦੀ ਹੈ। ਹਾਂ ਬਿਲਕੁਲ, ਆਪਾਂ ਫਰੂਟ ਕੱਚੇ ਫਲ ਖਾਂਦੇ ਆ, ਦੇਖ ਲਓ ਪੱਕ ਜਾਂਦੇ ਆ, ਕਹਿੰਦੇ ਅੰਦਰ ਜਾ ਕੇ ਸਾਰੇ ਹਜਮ ਹੋ ਜਾਂਦੇ ਆ। ਪਰ ਵੇਖ ਲਓ ਬੱਚਾ ਹੈਗਾ, ਉਹਨੂੰ ਕੁਛ ਨੀ ਹੁੰਦਾ। ਉਹਦਾ ਵੇਖ ਲਓ ਉਹਦਾ ਡਿਜ਼ਾਈਨਿੰਗ ਏਦਾਂ ਦੀ ਕੀਤੀ ਰੱਬ ਨੇ ਹੈ। ਤੇ ਉਹ ਕਹਿੰਦੇ ਉਸ ਪ੍ਰਮਾਤਮਾ ਦੀ ਉਹਦੀ ਇੰਜੀਨੀਅਰਿੰਗ ਦੇਖੋ, ਉਹਦੇ ਗੁਣਾਂ ਦੀ ਤਾਰੀਫ ਕਰੀਏ। ਪ੍ਰਮਾਤਮਾ ਦੀ ਤਾਰੀਫ ਤੇ ਉਹੀ ਆ ਕਿ ਉਹਦੀ ਡਿਜ਼ਾਈਨਿੰਗ, ਉਹਦੀ ਕਲਾਕਾਰੀ, ਉਹਦੀ ਇੰਨੀ ਬਰੀਕੀ ਨਾਲ ਕੋਈ ਵੀ ਚੀਜ਼ ਬਣਾਈ ਹੈ ਉਹਨੇ, ਔਰ ਉਹਨੇ ਬਾ ਕਮਾਲ ਆ। ਮੈਂ ਤੇ ਕਹਿ ਸਕਦਾ ਅੱਖਰਾਂ ਦੇ ਰਾਹੀਂ ਤੇ ਬਿਆਨ ਨਹੀਂ ਕਰ ਸਕਦੇ, ਪਰ ਇਹ ਕਹਿ ਸਕਦੇ ਕਿ ਐਸੀ ਇੰਜੀਨੀਅਰਿੰਗ ਧਰਤੀ ਤੇ ਬਣ ਨਹੀਂ ਸਕਦੀ ਜਿਹੜੀ ਪ੍ਰਮਾਤਮਾ ਨੇ ਬਣਾਈ ਹੈ। ਔਰ ਜਿਹੜੀ ਵੀ ਚੀਜ਼ ਬਣਾਉਂਦਾ ਹੈ ਉਹ ਪੋਸੀਬਲ ਨਹੀਂ ਹੈਗੀ, ਮਤਲਬ ਪਤਾ ਨਹੀਂ ਕੀ ਕਰ ਦਿੰਦਾ ਵਾ, ਇੰਨੀ ਪਾਵਰਫੁਲ ਚੀਜ਼ ਹੈ। ਹਾਂਜੀ ਨਿਜਾ ਸਾਹਿਬ। ਔਰ ਮੇਨ ਮਤਲਬ ਇਹ ਉੱਪਰ ਮਾਂ ਦਾ ਐਗਜ਼ਾਮਪਲ ਦੇ ਕੇ ਮਹਾਰਾਜ ਕਹਿਣਾ ਚਾਹੁੰਦੇ ਆ, ਭਾਈ ਤੂੰ ਕਿਉਂ ਚਿੰਤਾ ਕਰਦਾ ਹੈ, ਦੱਸ। ਜਿਹੜਾ ਪਰਮਾਤਮਾ ਮਾਂ ਦੇ ਪੇਟ ਦੇ ਵਿੱਚ ਬੱਚੇ ਨੂੰ ਜਿਹੜਾ ਹੈਗਾ ਪ੍ਰਤਪਾਲਨਾ ਕਰ ਸਕਦਾ ਆ, ਉਹਨੂੰ ਖਾਣਾ ਦੇ ਸਕਦਾ ਆ, ਉਹਨੂੰ ਅੱਗ ਦੇ ਵਿੱਚ ਰੱਖ ਸਕਦਾ ਆ, ਕਿ ਤੈਨੂੰ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਤੇਰੀ ਰਕਸ਼ਾ ਨਹੀਂ ਕਰੂਗਾ? ਉਸ ਨੂੰ ਕਿਹ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵ ਹੈ। ਤੂੰ ਲਿਵ ਲਗਾ ਪਰਮਾਤਮਾ ਦੇ ਨਾਲ, ਕਹਿੰਦੇ ਤੈਨੂੰ ਕੋਈ ਚੀਜ਼ ਟੱਚ ਨਹੀਂ ਕਰ ਸਕਦੀ। ਉਸ ਨੂੰ ਕਿਹ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵ ਹੈ। ਆਪਣੀ ਲਿਵ ਆਪੇ ਲਾਏ ਗੁਰਮੁਖੇ ਸਦਾ ਸੰਭਾਲੀਏ। ਕਹਿੰਦੇ ਆਪਣੀ ਲਿਵ ਉਹਨੇ ਆਪ ਲਾਉਣੀ ਹੈ, ਤੂੰ ਨਹੀਂ ਲਾਉਣੀ। ਬਸ ਤੇਰਾ ਕੰਮ ਹੈ ਗੁਰੂ ਦੇ ਰਾਹੀਂ ਉਸ ਮਾਲਕ ਪਰਮਾਤਮਾ ਨੂੰ ਸੰਭਾਲਦਾ ਰਹਿ, ਉਹਦਾ ਧਿਆਨ ਸਿਮਰਨ ਕਰਦੇ ਰਹਿ। ਹਾਂਜੀ ਵੀਰ ਜੀ। ਹਾਂਜੀ ਨਿਜਾ ਸਾਹਿਬ, ਹਾਂ ਬਿਲਕੁਲ ਠੀਕ ਆ। ਤੇ ਉਹੀ ਆ ਕਿ ਕੁਦਰਤ ਸਾਨੂੰ ਇਹ ਸਮਝਾ ਰਹੀ ਹੈ ਕਿ ਜੇ ਮਾਂ ਦੇ ਪੇਟ 'ਚ ਬੱਚਾ ਪੈਦਾ ਹੋਇਆ ਔਰ ਬਾਅਦ ਦੇ ਵਿੱਚ ਵੇਖੋ ਉਹ ਬੱਚਾ ਪੈਦਾ ਹੋ ਰਿਹਾ, ਉਹਦਾ ਰਿਜ਼ਕ ਉੱਥੇ ਪਹੁੰਚ ਰਿਹਾ, ਫਿਰ ਉਹ ਬੱਚਾ ਮਾਂ ਦੇ ਪੇਟ ਤੋਂ ਬਾਹਰ ਆਉਂਦਾ, ਔਰ ਉਸ ਤੋਂ ਪਹਿਲਾਂ ਹੀ ਉਹਦੀ ਜਿਹੜੀ ਇਹਦੀ ਕਪੈਸਿਟੀ, ਉਹੋ ਜਿਹਾ ਦੁੱਧ ਨਿਜਾ ਸਾਹਿਬ ਅਵੇਲੇਬਲ ਆ। ਉਹ ਦੁੱਧ ਵੇਖੀ ਤੇ ਪਾਣੀ ਦੇ ਵਰਗਾ, ਬਿਲਕੁਲ ਪਾਣੀ ਵਰਗਾ, ਪਰ ਉਹ ਦੁੱਧ ਬੱਚੇ ਲਈ ਬਹੁਤ ਵਧੀਆ। ਲੜਾਈ ਝਗੜਾ ਹੋ ਜਾਏ ਤੇ ਆਪਾਂ ਕਹਿੰਦੇ ਵੀ ਜੇ ਤੂੰ ਮਾਂ ਦਾ ਦੁੱਧ ਪੀਤਾ ਤੇ ਇੱਧਰ ਆ ਹੈ, ਮਤਲਬ ਕਿ ਉਹ ਦੁੱਧ ਜਿੰਨੀ ਸ਼ਕਤੀ ਆ, ਮਤਲਬ ਅਗਲੇ ਨੂੰ ਚੈਲੰਜ ਕਰ ਰਹੇ ਆ ਕਿ ਮਾਂ ਦਾ ਦੁੱਧ ਪੀਤਾ, ਚੱਲ ਇੱਧਰ ਮੇਰੇ ਨਾਲ ਪੰਗਾ ਲੈ। ਮਤਲਬ ਕਿ ਉਹ ਦੁੱਧ ਇੰਨਾ ਪਾਵਰਫੁਲ ਹੈ, ਇੰਨਾ ਵਧੀਆ ਹੈ, ਔਰ ਬੱਚੇ ਲਈ ਇੰਨਾ ਵਧੀਆ ਉਹਨੂੰ ਤੰਦਰੁਸਤੀ ਦਿੰਦਾ ਹੈ, ਔਰ ਉਹਦੇ ਅੰਦਰ ਐਸਾ ਮੈਕੈਨਿਜ਼ਮ ਤਿਆਰ ਕਰ ਦਿੰਦਾ ਹੈ। ਔਰ ਉਹ ਬੱਚੇ ਜਿੰਨੀ ਸ਼ਕਤੀ ਨਹੀਂ ਹੈਗੀ, ਆਮ ਸਧਾਰਨ ਦੁੱਧ ਚ ਉਨੀ ਸ਼ਕਤੀ ਨਹੀਂ ਹੈ। ਔਰ ਸਪੈਸ਼ਲ ਉਹ ਜਿਹੜਾ ਮਾਂ ਦਾ ਦੁੱਧ ਆ, ਉਹ ਬੱਚੇ ਨੂੰ ਜਦੋਂ ਮਿਲਦਾ ਹੈ, ਔਰ ਉਹ ਬੱਚੇ ਦੀ ਨਸ ਜੋ ਵੇਖੋ ਉਹਦਾ ਜੀਵਨ ਦਾ ਹਿੱਸਾ ਬਣ ਜਾਂਦਾ। ਕੋਈ ਵੀ ਚੀਜ਼ ਖਾਂਦੇ ਆ ਉਹ ਸਾਡੇ ਸਰੀਰ 'ਚ ਫੈਲਦੀ ਆ ਪੂਰੀ, ਔਰ ਵੇਖੋ ਦੁੱਧ ਜਿਹੜਾ ਉਹ ਮਾਂ ਦਾ ਹੁੰਦਾ ਵਾ, ਉਹ ਬੱਚੇ ਦੀ ਨਾੜੀਆਂ 'ਚ ਫੈਲਦਾ ਹੈ, ਔਰ ਉਹ ਬੱਚੇ ਦੇ ਅੰਦਰ ਉਹਦਾ ਜੀਵਨ ਭਰ ਅਸਰ ਰਹਿੰਦਾ ਉਹਦਾ। ਇੰਨੀ ਤਗੜੀ ਚੀਜ਼ ਹੈਗੀ ਹੈ। ਹਾਂਜੀ ਨਿਜਾ ਸਰ। ਹਾਂਜੀ ਵੀਰ ਜੀ, ਇੱਕ ਸੈਕਿੰਡ ਪਲੀਜ਼। ਉਹਨਾਂ ਬੱਚੇ ਰੌਲਾ ਪਾ ਰਹੇ ਸੀਗੇ, ਮੈਂ ਉਹਨਾਂ ਨੂੰ ਕਹਿਣ ਗਿਆ ਸੀ। ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਲਿਵ ਲਾਉਣੀ ਜਿਹੜੀ ਹੈਗੀ ਆ ਉਹ ਮਾਲਕ ਨੇ ਲਾਉਣੀ ਆ ਭਾਈ। ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ। ਤੂੰ ਤਾਂ ਜਿਹੜਾ ਹੈਗਾ ਜਿਵੇਂ ਬ੍ਰਹਮ ਗਿਆਨ ਕਹਿ ਰਿਹਾ ਹੈ, ਜਿਵੇਂ ਬ੍ਰਹਮ ਗਿਆਨੀ ਕਹਿ ਰਹੇ, ਉਸ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਹੈਗਾ ਉਹਦਾ ਧਿਆਨ ਸਿਮਰਨ ਕਰ। ਬਸ ਤੂੰ ਗੁਰੂ ਜੋ ਕਹਿ ਰਿਹਾ ਹੈ ਉਹ ਕਾਰਵਾਈ ਕਰ। ਗੁਰਮੁਖ ਸਦਾ ਸੰਭਾਲੀਏ, ਸਦਾ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦਾ ਨਾਮ ਜਿਹੜਾ ਹੈਗਾ ਸੰਭਾਲ। ਕਹੇ ਨਾਨਕ ਇਹ ਵੱਡ ਦਾਤਾ ਸੋ ਕਿਉਂ ਮਨੋ ਵਸਾਰੀਏ। ਮਹਾਰਾਜ ਕਹਿੰਦੇ ਇੰਨਾ ਵੱਡਾ ਦਾਤਾ ਹੈ ਉਹ ਮਾਲਕ ਪਰਮਾਤਮਾ, ਉਹਨੂੰ ਕਿਉਂ ਆਪਣੇ ਮਨ ਦੇ ਵਿੱਚੋਂ ਵਸਾਰੀਏ। ਆ ਉੱਪਰ ਦੱਸਿਆ ਜਿਹੜਾ ਕਿ ਮਾਂ ਦੇ ਪੇਟ ਦੇ ਵਿੱਚ ਜਿਹੜਾ ਹੈਗਾ ਬੱਚੇ ਦੀ ਰੱਖਿਆ ਕਰਦਾ ਆ, ਔਰ ਜਿਹੜਾ ਹੈਗਾ ਪ੍ਰਤਪਾਲਨਾ ਕਰਦਾ ਹੈ, ਆਹਾਰ ਪਹੁੰਚਾਉਂਦਾ ਹੈ। ਕਹਿੰਦੇ ਉਸ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕਰ, ਤੈਨੂੰ ਜਿਹੜੀ ਹੈਗੀ ਕੋਈ ਵੀ ਚੀਜ਼ ਜਿਹੜੀ ਹੈਗੀ ਆ, ਕੋਈ ਤੈਨੂੰ ਪੋ ਨਹੀਂ ਸਕੇਗੀ, ਤੈਨੂੰ ਕੋਈ ਦੁੱਖ ਤਕਲੀਫ ਤੇਰੇ ਅੰਦਰ ਜਿਹੜਾ ਤੈਨੂੰ ਕੋਈ ਵਿਚਲਿਤ ਨਹੀਂ ਕਰ ਸਕੂਗਾ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹਦੀ ਤੂੰ ਭਗਤੀ ਕਰਦੇ ਆ, ਉਹਦੀ ਜ਼ਿੰਮੇਵਾਰੀ ਹੈਗੀ ਸਾਰੀ। ਹਾਂਜੀ ਵੀਰ। ਬਿਲਕੁਲ ਠੀਕ ਹੈ। ਸਾਧ ਸੰਗਤ ਜੀ, ਬਾਣੀ ਸਾਨੂੰ ਇਹ ਸਮਝਾ ਰਹੀ ਹੈ ਕਿ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਔਰ ਜੇ ਤੂੰ ਆਪਣਾ ਜੀਵਨ ਉੱਚਾ ਚੁੱਕੇਗਾ ਤੇ ਤੂੰ ਭੁੱਖਾ ਨਹੀਂ ਮਰੇਗਾ। ਹਾਂ, ਉਹਨੂੰ ਫਿਕਰ ਹੈ ਤੇਰੀ। ਇਹ ਨਾ ਸੋਚ ਕਿ ਠੱਗੀਆਂ ਮਾਰਨਾ ਤੇਰਾ ਜੀਵਨ ਚੱਲਣ ਦੇ ਆ। ਅਸਲ ਚ ਤੇਰੇ ਮੂੰਹ ਵੱਲ ਵੇਖਣ ਦੇ ਆ ਕਿ ਤੂੰ ਕਰਦਾ ਕੀ ਪਿਆ। ਔਰ ਜਿੱਥੇ ਤੂੰ ਸਹੀ ਤਰੀਕੇ ਨਾਲ ਜੀਵਨ ਬਤੀਤ ਕਰਨਾ ਸ਼ੁਰੂ ਕਰਤਾ ਨਾ,
ਤੇ ਰਿਜ਼ਕ ਕਿਧਰੋਂ ਕਿਧਰੋਂ ਆਉਣ ਡਿਆ ਆਪਣਾ ਤੈਨੂੰ ਪਤਾ ਨਹੀਂ ਹੈਗਾ, ਕਿਉਂਕਿ ਲੀਲਾ ਉਹਦੀ ਆ। ਜਿੱਦਾਂ ਚ ਠੱਗੀਆਂ ਮਾਰਦੇ ਉਹਦਾ ਲਈ ਆ, ਠੱਗੀਆਂ ਵਾਲਾ ਮਾੜਾ ਧਨ ਲਈ ਆ, ਪਰ ਜਦੋਂ ਤੂੰ ਬਹਿ ਜਾਣਾ ਵਾ ਕਿ ਮੈਨੂੰ ਚੰਗਾ ਧਨ ਚਾਹੀਦਾ ਤੇ ਰਿਜ਼ਕ ਦੇਣਾ ਪੈਣਾ ਤੈਨੂੰ ਬ੍ਰਾਹਮਣੇ ਤੇ ਦੇਣਾ ਤੈਨੂੰ, ਉਹਨੂੰ ਪਤਾ। ਇਹ ਤੇ ਫਿਰ ਉਹ ਕੀ ਕਰਦੇ, ਬਾਣੀ ਕਹਿੰਦੀ ਕਿ ਜਿੱਦਾਂ ਮਾਂ ਦੇ ਪੇਟ ਚ ਰਿਜ਼ਕ ਪਹੁੰਚ ਰਿਹਾ ਨਾ, ਉਹ ਤੇ ਚੱਲ ਨਹੀਂ ਜਿਹੜਾ ਬੱਚਾ ਹੈ ਓਦਾਂ ਹੀ ਬੈਠਾ, ਉਹਦਾ ਰਿਜ਼ਕ ਵੀ ਪਹੁੰਚਣ ਦਿਆ ਤੇ ਤੈਨੂੰ ਵੀ ਤੇਰਾ ਰਿਜ਼ਕ ਮਿਲੂਗਾ। ਸੋ ਬਸ ਇਹ ਆ ਕਿ ਉਸ ਪਰਮਾਤਮਾ ਨੂੰ ਵਿਸਾਰੋ ਨਾ, ਉਹਨੂੰ ਯਾਦ ਰੱਖੋ, ਹਾਜ਼ਰ ਨਾਜ਼ਰ, ਕਿਉਂਕਿ ਇਮਤਿਹਾਨ ਸਾਡਾ। ਔਰ ਇਮਤਿਹਾਨ ਨੂੰ ਜੇਕਰ ਇਮਤਿਹਾਨ ਦੇ ਤੌਰ ਤੇ ਸਮਝਦੇ ਹਾਂ ਤੇ ਫਿਰ ਤੇ ਇੱਕ ਦਿਨ ਚਾਂਸ ਵੀ ਹੈਗਾ ਕਿ ਅਸੀਂ ਪਾਸ ਹੋ ਜਾਵਾਂਗੇ। ਤੇ ਜਦੋਂ ਅਸੀਂ ਟ੍ਰੈਫਿਕ ਤੇ ਵੇਖਦੇ ਹਾਂ ਕਿ ਇੱਥੇ ਲਾਈਟਾਂ ਲੱਗੀਆਂ ਨੇ, ਕੋਈ ਪੁਲਿਸ ਵਾਲਾ ਨਹੀਂ ਹੈਗਾ, ਅਸੀਂ ਆਪਣੀ ਮਰਜ਼ੀ ਨਾਲ ਹੀ ਗੱਡੀ ਭਜਾਈ ਫਿਰਦੇ ਹਾਂ। ਆਪਣੀ ਜ਼ਿੰਦਗੀ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪ ਕੇ ਜਿਹੜੇ ਸਿਗਨਲ ਆਪਾਂ ਤੋੜੀ ਜਾਂਦੇ ਹਾਂ, ਤੇ ਫਿਰ ਉਹਦੇ ਜਿੰਨੇ ਆਪਾਂ ਸਿਗਨਲ ਤੋੜਾਂਗੇ ਉਹਨੀਆਂ ਟਿਕਟਾਂ ਸਾਨੂੰ ਮਿਲਦੀਆਂ ਜਾਣੀਆਂ। ਉਹ ਜਿਹੜੀਆਂ ਟਿਕਟਾਂ ਮਿਲ ਗਈਆਂ ਉਹਦੇ ਨਾਲ ਕੀ ਹੋਣਾ ਕਿ ਚਲੋ ਮਰਨ ਤੋਂ ਬਾਅਦ ਚਲੋ ਸਿਲਸਿਲਾ ਤਾਂ ਹੈਗਾ ਹੀ ਹੈਗਾ, ਜਿਉਂਦੇ ਜੀ ਬੰਦੇ ਦਾ ਜੀਵਨ ਜਿਹੜਾ ਨਰਕ ਹੋ ਜਾਂਦਾ। ਔਰ ਆਪ ਲਾਗੇ ਬੰਨੇ ਦੇਖੋਗੇ ਨਾ, ਬਹੁਤ ਸਾਰੇ ਲੋਕ ਇਸ ਨਰਕ ਦੇ ਵਿੱਚ ਜੀਵਨ ਬਤੀਤ ਕਰਨ ਲਈ ਮਜਬੂਰ ਹਨ, ਔਰ ਉਹ ਨਰਕ ਕਿਸੇ ਨੇ ਨਹੀਂ ਲਿਆਂਦਾ, ਉਹਨਾਂ ਲੋਕਾਂ ਨੇ ਖੁਦ ਹੀ ਲਿਆਂਦਾ। ਤਾਂ ਕੋਸ਼ਿਸ਼ ਕਰਿਆ ਕਰੋ ਹਰ ਦਿਨ, ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ, ਸਵੇਰੇ ਨਵਾਂ ਦਿਨ ਚੜ੍ਹਦਾ ਹੈ ਤੇ ਸਾਨੂੰ ਇੱਕ ਨਵਾਂ ਦਿਨ ਪਰਮਾਤਮਾ ਦਿੰਦਾ ਹੈ। ਬੀਤਿਆ ਜੀਵਨ ਬੀਤ ਗਿਆ, ਉਹਦੇ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ, ਉਹਨੂੰ ਭੁੱਲ ਜਾਈਏ ਤੇ ਚੰਗਾ। ਪਰ ਜਿਹੜਾ ਪਲ ਸਾਡੇ ਕੋਲ ਹੈਗਾ ਉਹਨੂੰ ਸਾਂਭੀਏ, ਆਪਣੇ ਕੋਲ ਰੱਖੀਏ ਔਰ ਆਪਣੇ ਜੀਵਨ ਨੂੰ ਉੱਪਰ ਚੁੱਕੀਏ। ਤੇ ਇਹਦੇ ਵਿੱਚ ਪਰਮਾਤਮਾ ਦੇ ਗੜੀ ਅਰਦਾਸ ਕਰੀਏ ਕਿ ਮੇਰੇ ਪਿਤਾ ਸਾਡੀ ਮਦਦ ਕਰੋ, ਮਿਹਰ ਕਰੋ ਤੇ ਸਾਡਾ ਮਾਰਗਦਰਸ਼ਨ ਕਰੋ। ਠੀਕ ਹੈ ਜੀ ਸਾਹਿਬ, ਅੱਜ ਦੀ ਵਿਚਾਰ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਹਾਂ ਠੀਕ ਹੈ।